अनुराधा बेनीवाल ਦੀ ਪੁਸਤਕ ਹੈ ਆਜ਼ਾਦੀ ਮੇਰਾ ਬ੍ਰਾਂਡ। ਇਹ ਪੁਸਤਕ ਅਨੁਵਾਦਿਤ ਹੈ। ਸੰਪਾਦਕ ਹਨ ਕੁਮਾਰ ਸੁਸ਼ੀਲ ਤੇ ਹੋਰ ਵਿਦਿਆਰਥੀ ਜਿਨ੍ਹਾਂ ਨੇ MA ਅੰਗਰੇਜ਼ੀ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਕੀਤੀ ਹੈ। 7ਵਾਂ ਲੇਖ ਹੈ ਪਰਾਗ, ਰਾਤ ਦੀਆਂ ਗਲੀਆਂ ਤੇ ਨੱਚਦੇ ਗਾਉਂਦੇ ਲੋਕ। ਬਰਲਿਨ ਤੋਂ ਪ੍ਰਾਗ ਤੱਕ ਦਾ ਸਫ਼ਰ ਕਾਰ ਰਾਹੀਂ ਲਗਭਗ 3.5-4 ਘੰਟੇ ਦਾ ਹੈ। ਕਾਰ 'ਚ ਅਸੀਂ 4 ਅਲੱਗ-ਅਲੱਗ ਦੇਸ਼ਾਂ ਦੇ ਲੋਕ, ਕੁੱਲ 5 ਸੀ, ਜਿਨ੍ਹਾਂ ਵਿੱਚ 2 ਭਾਰਤੀ ਸਨ। ਜੀ ਹਾਂ, ਅਸੀਂ ਤਾਂ ਸਰਵਵਿਆਪੀ ਹਾਂ। ਦੁਨੀਆ ਦਾ ਕੋਈ ਵੀ ਖੂੰਜਾ ਅਜਿਹਾ ਨਹੀਂ ਹੋਏਗਾ ਜਿੱਥੇ ਜਾ ਕੇ ਭਾਰਤੀ ਨਾ ਵਸੇ ਹੋਣ। ਕਹਿਣ ਨੂੰ ਤਾਂ ਅਸੀਂ ਕੱਟੜ ਲੋਕ ਹਾਂ, ਪਰ ਫਿਰ ਵੀ ਹਰ ਥਾਂ ਤੇ ਫਿੱਟ ਹੋ ਜਾਣ ਦੀ ਕਾਬਲੀਅਤ ਰੱਖਦੇ ਹਾਂ। ਅਕਸ਼ੈ ਐਮਸਟਰਡਮ ਦੇ ਇੱਕ ਬੈਂਕ 'ਚ ਕੰਮ ਕਰਦਾ ਹੈ। ਛੁੱਟੀ ਲੈ ਕੇ ਇਕੱਲਾ ਹੀ ਪ੍ਰਾਗ ਘੁੰਮਣ ਆਇਆ। ਇਸ ਟ੍ਰਿਪ ਦੇ ਦੌਰਾਨ ਇਹ ਪਹਿਲਾ ਭਾਰਤੀ ਸੀ ਜੋ ਮੈਨੂੰ ਇਕੱਲੇ ਘੁੰਮਦਾ ਮਿਲਿਆ ਸੀ, ਨਹੀਂ ਤਾਂ ਅਸੀਂ ਤਾਂ ਜ਼ਿਆਦਾਤਰ ਝੁੰਡਾਂ 'ਚ ਘੁੰਮਦੇ ਹਾਂ। ਫਲਾਣੀ ਜਗ੍ਹਾ ਘੁੰਮਣ ਜਾ ਰਿਹਾ, ਕੀ ਚੱਲੋਗੇ? ਹਾਂ, ਉਹਨਾਂ ਤੋਂ ਵੀ ਪੁੱਛਿਆ। ਤੂੰ ਵੀ ਕਹਿ ਦੇਈਂ ਇੱਕ ਵਾਰ। ਭਾਈ, ਜਿੰਨੇ ਜ਼ਿਆਦਾ ਲੋਕ ਓਨਾ ਮਜ਼ਾ। ਸਾਨੂੰ ਇਕੱਲੇ ਘੁੰਮਣ ਜਾਣ 'ਚ ਪਤਾ ਨਹੀਂ ਕੀ ਡਰ ਲੱਗਦਾ। ਅਕਸ਼ੇ ਨੂੰ ਇਕੱਲਾ ਘੁੰਮਦਾ ਵੇਖ ਹੈਰਾਨੀ ਵੀ ਹੋਈ, ਖੁਸ਼ੀ ਵੀ। ਕਾਰ ਵਿੱਚ ਮੌਜੂਦ ਹੋਰ ਲੋਕਾਂ ਨਾਲ ਜਾਣ ਪਛਾਣ ਕਰਾ ਦੇਵਾਂ। ਇੱਕ ਕੁੜੀ ਇੰਨਾ ਪ੍ਰਾਗ ਦੀ ਸੀ, ਕੰਮ ਬਰਲਿਨ 'ਚ ਕਰਦੀ ਸੀ, ਵੀਕਐਂਡ ਤੇ ਘਰ ਜਾ ਰਹੀ ਸੀ। ਦੂਸਰੀ ਕੁੜੀ ਕਿੰਮੀ ਵੀਅਤਨਾਮ ਦੀ ਸੀ, ਜੋ ਵਜ਼ੀਫੇ ਤੇ ਬਰਲਿਨ ਪੜ੍ਹਨ ਆਈ ਸੀ, ਪਰ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ। ਤੇ ਕਾਰ ਵਾਲਾ ਮੁੰਡਾ ਲੁਕਸ ਫਰਾਂਸ ਦਾ ਸੀ, ਰਹਿੰਦਾ ਬਰਲਿਨ ਸੀ ਤੇ ਪ੍ਰਾਗ ਦੇ ਨਾਲ ਲੱਗਦੇ ਪਿੰਡ 'ਚ ਹਾਕੀ ਖੇਡਣ ਜਾ ਰਿਹਾ ਸੀ। ਸਭ ਲੋਕ 25 ਤੋਂ 30 ਦੇ ਵਿਚਕਾਰ ਦੀ ਉਮਰ ਦੇ ਸਨ ਤੇ ਕਿਉਂਕਿ ਸਭ ਦੇ ਸਭ ਇਕੱਲੇ ਸਨ ਤਾਂ ਕਿਸੇ ਵੀ ਵਿਸ਼ੇ ਤੇ ਗੱਲ ਕਰਨ 'ਚ ਕਿਸੇ ਨੂੰ ਕੋਈ ਵੀ ਝਿਜਕ ਨਹੀਂ ਸੀ। ਸਾਰੇ ਅਜਿਹੀ ਉਮਰ ਦੇ ਪੜਾਅ ਤੇ ਸਨ ਤਾਂ ਰਿਲੇਸ਼ਨਸ਼ਿਪ ਦੀ ਗੱਲ ਚੱਲਣਾ ਸ਼ਾਇਦ ਸੁਭਾਵਕ ਹੀ ਸੀ। ਮੈਨੂੰ ਛੱਡ ਕੇ ਸਾਰੇ ਛੜੇ ਸਨ। ਲੁਕਸ ਫਰਾਂਸ ਵਾਪਸ ਜਾਂਦੇ ਇਸ ਲਈ ਰਹਿ ਗਿਆ ਸੀ ਕਿਉਂਕਿ ਉਹ ਬਰਲਿਨ 'ਚ ਕੁੜੀ ਨਾਲ ਪਿਆਰ ਵਿੱਚ ਪੈ ਗਿਆ ਸੀ। ਜਦੋਂ ਉਹਨੇ ਦੱਸਿਆ ਕਿ ਉਹ ਉਸ ਲਈ ਰੁਕ ਗਿਆ ਤਾਂ ਕੁੜੀ ਨੇ ਬ੍ਰੇਕਅਪ ਕਰ ਦਿੱਤਾ। ਉਹ ਅਜੇ ਇੰਨੀ ਕਮਿਟਮੈਂਟ ਦੇ ਲਈ ਤਿਆਰ ਨਹੀਂ ਸੀ। ਇਸ ਗੱਲ ਤੋਂ ਲੁਕਸ ਪਰੇਸ਼ਾਨ ਤਾਂ ਸੀ, ਪਰ ਉਦਾਸ ਨਹੀਂ ਸੀ। ਉਹ ਪਰੇਸ਼ਾਨ ਸੀ ਕਿ ਉਹ ਬਹੁਤ ਜਲਦੀ ਕਿਸੇ ਰਿਲੇਸ਼ਨਸ਼ਿਪ 'ਚ ਅੱਗੇ ਨਿਕਲ ਜਾਣਾ ਚਾਹੁੰਦਾ ਹੈ, ਜਦਕਿ ਕੁੜੀਆਂ ਹਮੇਸ਼ਾ ਇੰਨੀ ਕਾਹਲੀ ਦੇਖ ਕੇ ਪਿੱਛੇ ਹਟ ਜਾਂਦੀਆਂ ਹਨ। ਗੱਡੀ 'ਚ ਬੈਠੀਆਂ ਕੁੜੀਆਂ ਨੂੰ ਲੁਕਸ ਤੇ ਕਾਫੀ ਤਰਸ ਆਇਆ। ਉਹਨੂੰ ਸਮਝਾ ਰਹੀਆਂ ਸਨ ਕਿ ਹੁਣ ਵੀ ਕੁਝ ਨਹੀਂ ਵਿਗੜਿਆ। ਥੋੜੇ ਦਿਨ ਜੇਕਰ ਉਹ ਬੇਪਰਵਾਹ ਰਹੇ ਤਾਂ ਕੁੜੀ ਸ਼ਾਇਦ ਉਹਨੂੰ ਫਿਰ ਤੋਂ ਪਸੰਦ ਕਰਨ ਲੱਗੇਗੀ। ਕਿੰਮੀ ਲੁਕਸ ਦੇ ਨਾਲ ਅੱਗੇ ਬੈਠੀ ਸੀ ਤੇ ਸ਼ਾਇਦ ਉਹਨੂੰ ਕਾਫੀ ਪਸੰਦ ਆ ਗਿਆ ਸੀ। ਏਸ਼ੀਅਨ ਕੁੜੀਆਂ ਨੂੰ ਦੇਰ ਕਰਨ ਵਾਲੇ ਮੁੰਡੇ ਨਾਪਸੰਦ ਹੁੰਦੇ ਹਨ, ਕਾਹਲੀ ਕਰਨ ਵਾਲੇ ਨਹੀਂ। ਅਸੀਂ ਪਹਿਲਾਂ ਕਮਿਟ ਹੋਣ ਦੀ ਸੋਚਦੀਆਂ, ਨਫਾ ਨੁਕਸਾਨ ਬਾਅਦ 'ਚ ਦੇਖਦੀਆਂ। ਤਾਂ ਸ਼ਾਇਦ ਲੁਕਸ ਦੀ ਇਹ ਗੱਲ ਕਿੰਮੀ ਨੂੰ ਬਹੁਤ ਪਸੰਦ ਆਈ। ਇੱਧਰ ਅਕਸ਼ੇ ਨੂੰ ਲੁਕਸ ਦੀ ਪ੍ਰੇਮ ਕਹਾਣੀ 'ਚ ਕੋਈ ਦਿਲਚਸਪੀ ਨਹੀਂ ਸੀ। ਮੈਨੂੰ ਤੇ ਇਹਨਾਂ ਨੂੰ ਖਿੜਕੀ ਵਾਲੀ ਸੀਟ ਚਾਹੀਦੀ ਸੀ ਤੇ ਅਕਸ਼ੇ ਨੂੰ ਅਸੀਂ ਇਹ ਕਹਿ ਕੇ ਪੱਟ ਲਿਆ ਸੀ ਕਿ 2 ਕੁੜੀਆਂ ਵਿਚਕਾਰ ਬੈਠਣ ਨੂੰ ਮਿਲ ਰਿਹਾ ਹੈ, ਉਹਨੂੰ ਖੁਸ਼ ਹੋਣਾ ਚਾਹੀਦਾ ਹੈ। ਉਹ ਸ਼ਾਇਦ ਖੁਸ਼ ਵੀ ਸੀ ਤੇ ਇਹਨਾਂ ਨੂੰ ਇੰਪ੍ਰੈਸ ਕਰਨ ਦੀ ਪੂਰੀ ਕੋਸ਼ਿਸ਼ ਵਿੱਚ ਸੀ। ਮੈਨੂੰ ਇਕੱਲੇ ਘੁੰਮਦੇ ਦੇਖੋ ਸ਼ਾਇਦ ਥੋੜਾ ਘਬਰਾ ਗਿਆ ਸੀ। ਉਹ ਮੇਰੇ ਤੋਂ ਦੁਖੀ ਸੀ ਤੇ ਮੇਰੇ ਨਾਲ ਗੱਲ ਵੀ ਅੰਗਰੇਜ਼ੀ ਵਿੱਚ ਹੀ ਕਰ ਰਿਹਾ ਸੀ। ਇੱਧਰ ਇਹਨਾਂ ਨੇ ਸਾਫ਼ ਕਿਹਾ ਕਿ ਉਹ ਪ੍ਰਿੰਸ ਚਾਰਮਿੰਗ ਦੀ ਤਲਾਸ਼ ਵਿੱਚ ਹੈ। ਮੈਂ ਉਹਨੂੰ ਡੱਡੂਆਂ ਦੀ ਕਹਾਣੀ ਸੁਣਾਈ, ਜਿਸ 'ਚ ਕੁੜੀ ਨੂੰ ਪ੍ਰਿੰਸ ਚਾਰਮਿੰਗ ਮਿਲਣ ਤੋਂ ਪਹਿਲਾਂ ਚੁੰਮਣਾ ਪੈਂਦਾ ਹੈ। ਪਤਾ ਨਹੀਂ ਕਦੋਂ ਕੋਈ ਡੱਡੂ ਪ੍ਰਿੰਸ 'ਚ ਬਦਲ ਜਾਵੇ, ਪਰ ਕਦ ਕੋਈ ਪ੍ਰਿੰਸ ਵਾਪਸ ਡੱਡੂ 'ਚ ਬਦਲ ਜਾਏ ਇਹਦੀ ਵੀ ਕੋਈ ਗਰੰਟੀ ਨਹੀਂ ਹੈ। ਮੁੱਖ ਗੱਲ ਇਹ ਹੈ ਕਿ ਚੁੰਮਦੇ ਰਹਿਣਾ ਚਾਹੀਦਾ ਹੈ। ਇੱਕ ਭਾਰਤੀ ਕੁੜੀ ਦੇ ਮੂੰਹ ਤੋਂ ਅਜਿਹੀ ਕਹਾਣੀ ਸੁਣ ਕੇ ਸਭ ਕਾਫੀ ਹੈਰਾਨ ਸਨ। ਮੈਨੂੰ ਲੱਗਿਆ ਸੀ ਕਿ ਪੂਰਾ ਵੈਸਟ ਲਿਬਰਲ ਹੋਏਗਾ, ਅਜਿਹਾ ਬਿਲਕੁਲ ਵੀ ਨਹੀਂ ਹੈ। ਜਿਵੇਂ ਤੁਸੀਂ ਪੂਰਬੀ ਯੂਰਪ ਵਿੱਚ ਪ੍ਰਵੇਸ਼ ਕਰਦੇ ਹੋ, ਲੋਕ ਥੋੜੇ ਸੰਕੀਰਨ ਹੁੰਦੇ ਜਾਂਦੇ ਹਨ। ਧਰਮ ਵੀ ਉੱਧਰ ਬਹੁਤ ਭਾਰੂ ਹੈ, ਸ਼ਾਇਦ ਇਹੀ ਵਜ੍ਹਾ ਕਰਕੇ। ਕਿੰਮੀ ਆਪਣੀਆਂ ਗੱਲਾਂ ਨਾਲ ਸਭ ਨੂੰ ਬਹੁਤ ਹਸਾ ਰਹੀ ਸੀ, ਪਰ ਮੈਨੂੰ ਉਹਦੀ ਹਾਸੀ ਪਤਾ ਨਹੀਂ ਕਿਉਂ ਉਦਾਸ ਜਿਹੀ ਲੱਗ ਰਹੀ ਸੀ। ਵੀਅਤਨਾਮ ਵਾਪਸ ਜਾਣ ਤੋਂ ਬਾਅਦ ਉਹ ਬਿਜ਼ਨਸ ਕਰਨਾ ਚਾਹੁੰਦੀ ਹੈ ਤੇ ਸਭ ਨੂੰ ਆਪਣੀ ਯੋਗਤਾ ਦੇ ਬਾਰੇ ਦੱਸ ਰਹੀ ਹੈ। ਫਿਲਹਾਲ ਉਹਦੇ ਵਜ਼ੀਫੇ ਦੇ ਪੈਸੇ ਖਤਮ ਹੋਣ ਵਾਲੇ ਹਨ ਤਾਂ ਥੋੜੀ ਤੰਗੀ ਵਿੱਚ ਹੈ ਤੇ ਕੁਝ ਦੋਸਤਾਂ ਤੋਂ ਆਪਣਾ ਉਧਾਰ ਵਾਪਸ ਮੰਗਣ ਜਾ ਰਹੀ ਹੈ। ਉਹਨੂੰ ਦੇਖ ਕੇ ਮੈਨੂੰ ਥੋੜੀ ਚਿੰਤਾ ਵੀ ਹੁੰਦੀ ਹੈ ਤੇ ਥੋੜੀ ਹੈਰਾਨੀ ਵੀ। ਵਜ਼ੀਫਾ ਕਿਉਂ ਛੱਡ ਦਿੱਤਾ? ਪੈਸੇ ਨਹੀਂ ਸੀ ਤਾਂ ਉਧਾਰ ਕਿਉਂ ਦਿੱਤੇ? ਉਹ ਹੱਸਦਾ ਰਹੀ ਹੈ, ਪਰ ਮੈਨੂੰ ਉਹਦੇ
ਤੇ ਨਾ ਜਾਣੇ ਕਿ ਉਹ ਤਰਸ ਆਉਂਦਾ ਉਧਰ ਲੁਕਸ ਉਹਨੂੰ ਬਿਲਕੁਲ ਤਵੱਜੋ ਨਹੀਂ ਦੇ ਰਿਹਾ। ਗੱਲਾਂ ਹੀ ਗੱਲਾਂ 'ਚ ਪਤਾ ਨਹੀਂ ਕੀ ਗੱਲ ਹੋਈ ਕਿ ਐਨਾ ਨੇ ਜ਼ੋਰ ਨਾਲ ਕਿਹਾ, ਬੀ ਕੇਅਰਫੁਲ ਮਿਸਟਰ। ਇੱਕ ਵਾਰ ਤਾਂ ਬਿਲਕੁਲ ਚੁੱਪੀ ਛਾ ਗਈ, ਫਿਰ ਸਭ ਨੋਰਮਲ ਹੋ ਗਿਆ। ਪਰ ਹੁਣ ਅਕਸ਼ੇ ਐਨਾ ਨੂੰ ਇੰਪ੍ਰੈਸ ਕਰਨ ਦੀ ਬਜਾਏ ਮੇਰੇ ਨਾਲ ਹਿੰਦੀ 'ਚ ਗੱਪ-ਸ਼ਪ ਕਰ ਰਿਹਾ ਸੀ। ਮੈਨੂੰ ਤਾਂ ਹਿੰਦੀ 'ਚ ਗੱਲਾਂ ਕਰਕੇ ਇੰਨਾ ਮਜ਼ਾ ਆ ਰਿਹਾ ਸੀ ਕਿ ਪੁੱਛੋ ਨਾ। ਇਹੋ ਅਜਨਬੀ ਅਕਸ਼ੇ ਵੀ ਇੰਨਾ ਆਪਣਾ ਜਿਹਾ ਲੱਗ ਰਿਹਾ ਸੀ। ਅਕਸ਼ੇ ਨੇ ਦੱਸਿਆ ਕਿ ਉਹ ਕਾਫੀ ਸਾਲ ਤੋਂ ਐਮਸਟਰਡਮ ਵਿੱਚ ਹੈ ਤੇ ਇਸ ਤੋਂ ਪਹਿਲਾਂ ਉਹ ਸਵਿਟਜ਼ਰਲੈਂਡ 'ਚ ਸੀ। ਜਦੋਂ ਮੈਨੂੰ ਕਿਹਾ ਕਿ ਮੈਂ ਤਾਂ ਅਗਲੇ ਸਾਲ ਵਾਪਸ ਭਾਰਤ ਚਲੀ ਜਾਵਾਂਗੀ ਤਾਂ ਸਿਰ ਹਿਲਾਉਣ ਲੱਗਾ। ਉਹਨੇ ਕਿਹਾ ਕਿ ਸ਼ੁਰੂ ਦੇ 2 ਸਾਲ ਸਭ ਇਦਾਂ ਹੀ ਕਹਿੰਦੇ ਹੈ। ਮੈਂ ਵੀ ਸੋਚਦਾ ਸੀ ਬਸ 2 ਸਾਲਾਂ ਬਾਅਦ ਵਾਪਸ ਨਿਕਲ ਜਾਵਾਂਗਾ, ਪਰ ਉਹਦੇ ਬਾਅਦ ਇੱਕ ਅਜਿਹੀ ਆਦਤ ਪੈ ਜਾਂਦੀ ਹੈ। ਯੂਰਪ ਆਸਾਨੀ ਨਾਲ ਨਹੀਂ ਛੁੱਟਦਾ। ਮੈਂ ਕਿਹਾ ਕਿ ਨਹੀਂ, ਮੈਂ ਤਾਂ ਪੱਕਾ ਜਾਵਾਂਗੀ, ਤੂੰ ਦੇਖ ਲਈ। ਉਹ ਬੋਲਿਆ ਕਿ 1 ਸਾਲ ਬਾਅਦ ਪੁੱਛਾਂਗਾ। ਮੈਂ ਮਨ ਹੀ ਮਨ ਸੋਚਦੀ ਹਾਂ ਕਿ ਮੈਂ ਸੱਚੀ ਨਹੀਂ ਜਾਵਾਂਗੀ। ਮੈਨੂੰ ਬਹੁਤ ਚੰਗਾ ਲੱਗਦਾ ਹੈ ਯੂਰਪ। ਇੰਜ ਬੇਫਿਕਰ ਰਾਤ ਬਰਾਤੇ ਘੁੰਮਣ ਦੀ ਆਜ਼ਾਦੀ, ਸਾਫ਼ ਸਫਾਈ, ਹਰਿਆਲੀ, ਸਾਫ਼ ਹਵਾ, ਪੈਸਾ, ਸਭ ਕੁਝ ਤਾਂ ਹੈ ਇੱਥੇ। ਕੀ ਨਹੀਂ ਹੈ ਜਿਹਨੂੰ ਲੱਭਣ ਮੈਂ ਵਾਪਸ ਭਾਰਤ ਜਾਵਾਂਗੀ। ਕੋਈ ਕੁਝ ਵੀ ਕਹੇ, ਮੈਨੂੰ ਪੱਕਾ ਪਤਾ ਹੈ ਕਿ ਮੈਂ ਜਾਵਾਂਗੀ, ਮੈਂ ਜਾਣਾ ਹੀ ਹੈ। ਰਾਹ 'ਚ ਛੋਟੇ-ਛੋਟੇ ਪਿੰਡ ਹਨ, ਝੀਲਾਂ ਹਨ, ਪਹਾੜੀਆਂ ਹਨ, ਖੇਤ ਹਨ। ਘਰ ਹਰੇ, ਲਾਲ, ਪੀਲੇ ਤੇ ਹੋਰ ਕਿੰਨੇ ਰੰਗਾਂ ਦੇ ਹਨ। ਅਜਿਹਾ ਲੱਗਦਾ ਜਿਵੇਂ ਖਿਡੌਣੇ ਹੋਣ। ਪਹਾੜ ਝੀਲ ਦੇ ਵਿੱਚ ਇਸ ਤਰ੍ਹਾਂ ਵਿਛੇ ਹਨ ਜਿਵੇਂ ਮਨੁੱਖ ਨੇ ਕੁਦਰਤ ਦੇ ਨਾਲ ਮਿਲਾਪ ਕੀਤਾ ਹੋਵੇ। ਕੁਦਰਤ ਤੋਂ ਵੱਖ ਕੋਈ ਇਮਾਰਤ ਨਹੀਂ ਦਿਸਦੀ, ਸਭ ਜਿਵੇਂ ਕਿਸੇ ਨੇ ਡਿਜ਼ਾਈਨ ਕੀਤਾ ਹੋਵੇ। ਜੰਗਲ ਤੇ ਪਹਾੜਾਂ ਦੇ ਵਿਚਕਾਰ ਇਮਾਰਤਾਂ ਵੇਖ ਕੇ ਜ਼ਿਆਦਾਤਰ ਮੈਨੂੰ ਘਬਰਾਹਟ ਹੁੰਦੀ ਹੈ, ਪਰ ਇਹ ਬਹੁਤ ਸੋਹਣਾ ਹੈ ਤੇ ਕੁਦਰਤ ਤੋਂ ਵੱਖ ਨਹੀਂ ਲੱਗ ਰਿਹਾ। ਰਾਹ 'ਚ ਇੱਕ ਜਗ੍ਹਾ ਸੁਸੂ ਬ੍ਰੇਕ ਲਿਆ ਜਾਂਦਾ ਹੈ। ਸਿਰਫ ਬਾਥਰੂਮ ਬਣੇ ਹਨ, ਕੋਈ ਖਾਣੇ ਦੀ ਜਗ੍ਹਾ ਨਹੀਂ ਹੈ। ਹੁਣ ਅਸੀਂ ਚੈੱਕ ਰਿਪਬਲਿਕ ਵਿੱਚ ਹਾਂ। ਇੱਥੇ ਜਰਮਨੀ ਵਰਗਾ ਪ੍ਰਬੰਧ ਨਹੀਂ ਦਿਖਦਾ। ਦੋਨੋਂ ਸ਼ਹਿਰ ਇੱਕਦਮ ਨਾਲ-ਨਾਲ ਹਨ, ਫਿਰ ਵੀ ਕਿੰਨੇ ਵੱਖੋ ਵੱਖਰੇ। ਬਾਥਰੂਮ ਸਾਫ਼ ਹਨ ਤੇ ਮੁਫਤ ਹਨ। ਨਾਲ ਹੀ ਇੱਕ ਛੋਟੀ ਪਹਾੜੀ ਹੈ, ਸਾਰੇ ਉਸ ਉੱਪਰ ਚੜ੍ਹਦੇ ਹਨ। ਪਹਾੜੀ ਦੇ ਦੂਜੇ ਪਾਸੇ ਖੇਤ ਹਨ, ਪਤਾ ਨਹੀਂ ਕਿਸ ਚੀਜ਼ ਦੇ ਖੇਤ ਹਨ। ਇੰਜ ਲੱਗਦਾ ਜਿਵੇਂ ਘਾਹ ਦੇ ਖੇਤ ਹਨ। ਇਕਸਾਰ ਕੱਟੀ ਹੋਈ ਘਾਹ ਦਿਸਦੀ ਹੈ। ਉੱਚੀ ਨਵੀਂ ਲੈਂਡਸਕੇਪ ਹੈ ਤੇ ਉੱਪਰ ਘਰਾਂ ਦੇ ਝੁੰਡ ਹਨ। ਤੁਸੀਂ ਉਹ ਟੀਵੀ ਸੀਰੀਅਲ ਟੈਲੀਟਬੀਜ਼ ਦੇਖਿਆ? ਬਿਲਕੁਲ ਉਹੋ ਜਿਹਾ ਲੈਂਡਸਕੇਪ ਹੈ। ਅਸੀਂ ਸਾਰੇ ਥੋੜ੍ਹੀ ਦੇਰ ਪਹਾੜੀ ਤੇ ਖੜੇ ਹੋ ਕੇ ਆਪਣੇ ਪੈਰ ਸਿੱਧੇ ਕੀਤੇ। ਹੁਣ ਅੱਗੇ ਕੋਈ ਬ੍ਰੇਕ ਨਹੀਂ ਲਿਆ ਜਾਏਗਾ, ਬਸ ਸਿੱਧਾ ਪਰਾਗ। ਗੱਡੀ ਦੁਬਾਰਾ ਚੱਲਦੀ ਹੈ, ਪਰ ਹੁਣ ਸਾਰੇ ਥੋੜੇ ਸ਼ਾਂਤ ਹਨ। ਕਿੰਮੀ ਚੁੱਪਚਾਪ ਹੈ, ਸਭ ਨੂੰ ਉਹਦੀ ਚੁੱਪੀ ਦਿਸਦੀ ਹੈ। ਸਾਰੇ ਉਹਦਾ ਮਨ ਬਦਲਣ ਦੀ ਕੋਸ਼ਿਸ਼ ਕਰਦੇ ਹਨ, ਪਰ ਲੱਗਦਾ ਹੈ ਲੁਕਸ ਦੀ ਬੇਰੁਖੀ ਤੋਂ ਖਿਝ ਗਈ ਹੈ। ਬਾਕੀ ਸਾਰੇ ਵੀ ਚੁੱਪ ਹੋ ਜਾਂਦੇ ਹਨ। ਐਨਾ ਸਿਟੀ ਸੈਂਟਰ ਤੋਂ ਪਹਿਲਾਂ ਉਤਰ ਜਾਂਦੀ ਹੈ। ਉਹਦਾ ਘਰ ਇੱਥੋਂ ਨੇੜੇ ਹੈ। ਅਸੀਂ ਨਾ ਤਾਂ ਕੋਈ ਫੋਨ ਨੰਬਰ, ਨਾ ਹੀ ਕੋਈ ਈਮੇਲ ਐਡਰੈਸ ਸ਼ੇਅਰ ਕੀਤਾ। ਪੂਰਾ ਨਾਮ ਵੀ ਨਹੀਂ ਪਤਾ ਤਾਂ ਫੇਸਬੁੱਕ ਤੇ ਵੀ ਨਹੀਂ ਲੱਭਿਆ ਜਾ ਸਕਦਾ ਕਿਸੇ ਨੂੰ। ਸ਼ਾਇਦ ਜੀਵਨ 'ਚ 4.5 ਘੰਟੇ ਦਾ ਸਾਥ ਲਿਖਿਆ ਸੀ ਸਾਡਾ। ਉਹਦੇ ਜਾਣ ਬਾਅਦ ਅਕਸ਼ੇ ਥੋੜਾ ਰਿਲੈਕਸਡ ਦਿਸਦਾ ਹੈ। ਲੁਕਸ ਤਾਂ ਅੱਗੇ ਹਾਕੀ ਖੇਡਣ ਚਲਾ ਜਾਏਗਾ। ਪਰਾਗ 'ਚ ਬਚੇ ਸਿਰਫ ਮੈਂ, ਕਿੰਮੀ ਤੇ ਅਕਸ਼ੇ। ਅਸੀਂ ਸਾਰੇ ਪਰਾਗ 'ਚ ਫਿਰ ਤੋਂ ਮਿਲਣ ਦਾ ਪਲਾਨ ਬਣਾਉਂਦੇ ਹਾਂ। ਅਕਸ਼ੇ ਕਿਸੇ ਹੋਟਲ 'ਚ ਰੁਕਿਆ ਹੈ, ਮੈਂ ਆਪਣੇ ਮੇਜ਼ਬਾਨ ਦਾ ਘਰ ਲੱਭਣਾ ਹੈ ਤੇ ਕਿੰਮੀ ਦਾ ਪੂਰੀ ਰਾਤ ਇੱਕ ਥਾਂ ਤੋਂ ਦੂਜੇ ਥਾਂ ਤੱਕ ਘੁੰਮਣ ਦਾ ਪਲਾਨ ਹੈ। ਅਗਲੀ ਸਵੇਰ ਉਹਨੇ ਕਿਸੇ ਪਿੰਡ ਜਾਣ ਲਈ ਬੱਸ ਲੈਣੀ ਹੈ ਤਾਂ ਉਹ ਹੋਸਟਲ ਉੱਤੇ ਪੈਸਾ ਨਹੀਂ ਖਰਚਣਾ ਚਾਹੁੰਦੀ। ਲੁਕਸ ਨੇ ਸਾਨੂੰ ਬੱਸ ਅੱਡੇ 'ਚ ਛੱਡਿਆ। ਇੱਥੇ ਬਹੁਤ ਭੀੜ ਭੜੱਕਾ ਹੈ। ਜਵਾਨ ਮੁੰਡੇ ਕੁੜੀਆਂ ਬੈਕਪੈਕ ਟੰਗੇ ਇੱਧਰ ਉੱਧਰ ਟਹਿਲ ਰਹੇ ਹਨ। ਬੱਸ ਅੱਡੇ 'ਚ ਕਰੰਸੀ ਚੇਂਜ ਦੀ ਸੁਵਿਧਾ ਹੈ ਕਿਉਂਕਿ ਪੂਰੇ ਯੂਰਪ ਵਿੱਚ ਤਾਂ ਯੂਰੋ ਚੱਲਦਾ ਹੈ। ਇਸ ਦੁਕਾਨ ਉੱਤੇ ਇੰਨੀ ਭੀੜ ਕਿਉਂ ਹੈ? ਪੁੱਛਣ ਤੇ ਪਤਾ ਚੱਲਦਾ ਹੈ ਚੈੱਕ ਕਰੰਸੀ ਕੋਰੂਨਾ ਹੈ। ਭੁੱਖ ਵੀ ਲੱਗੀ ਹੈ ਤੇ ਅੱਗੇ ਵੀ ਜਾਣਾ ਹੈ ਤਾਂ ਅਸੀਂ ਵੀ ਕੋਰੂਨਾ ਦੀ ਲਾਈਨ 'ਚ ਲੱਗ ਜਾਂਦੇ ਹਾਂ। ਮੈਂ 20 ਯੂਰੋ ਚੇਂਜ ਕਰਵਾਏ ਤਾਂ ਮੈਨੂੰ 500 ਦੇ ਲਗਭਗ ਕੋਰੂਨਾ ਕਰੰਸੀ ਮਿਲੀ। ਵਾਹ, ਮੇਰਾ ਦਿਲ ਤਾਂ ਇੱਕਦਮ ਖੁਸ਼ੀ 'ਚ ਉਛਲਣ ਲੱਗਿਆ। ਇੱਕਦਮ ਅਮੀਰਾਂ ਵਾਲੀ ਫੀਲਿੰਗ ਆ ਗਈ। ਇਹ ਤਾਂ ਬਹੁਤ ਸਹੀ ਸ਼ਹਿਰ ਦਿਸਦਾ ਹੈ। ਇੱਥੇ ਤਾਂ ਮੈਂ ਅਮੀਰ ਹੋ ਗਈ। ਪਰ ਮੇਰੀਆਂ ਖੁਸ਼ੀਆਂ ਜਲਦੀ ਝੱਗ ਦੀ ਤਰ੍ਹਾਂ ਬੈਠ ਗਈਆਂ ਜਦ 1 ਕੌਫੀ, 1 ਸੈਂਡਵਿਚ ਤੇ ਗਾਜਰ ਦੇ 1 ਕੇਕ ਦਾ ਬਿੱਲ ਬਣਿਆ 200 ਕਰੋਨਾ। ਲਓ ਜੀ, ਇਹ ਕਰੰਸੀ ਤਾਂ ਬਹੁਤ ਕਮਜ਼ੋਰ ਨਿਕਲੀ। ਖੈਰ, ਕਿੰਮੀ ਨੇ ਸਿਰਫ ਕੌਫੀ ਪੀਤੀ, ਹੋਰ ਕੁਝ ਨਹੀਂ। ਕਿਹਾ ਕਿ ਉਹਨੂੰ ਭੁੱਖ ਨਹੀਂ ਹੈ। ਮੈਂ ਤੇ ਅਕਸ਼ੇ ਨੇ 30 ਕਰੋਨਾ ਨਾਲ ਸ਼ਹਿਰ ਦਾ ਇੱਕ ਮੈਪ ਲਿਆ ਤੇ
ਸ਼ਾਮ ਨੂੰ ਚਾਰਲਸ ਬ੍ਰਿਜ ਦੇ ਸਾਹਮਣੇ ਮਿਲਣਾ ਤੈਅ ਕੀਤਾ। ਕਿਮੀ ਨੇ ਵੀ ਉੱਥੇ ਆਉਣਾ ਸੀ। ਉਹਨੇ ਕਿਹਾ ਕਿ ਉਹ ਬਿਨਾਂ ਮੈਪ ਦੇ ਆ ਜਾਏਗੀ। ਮੈਂ ਉਸੇ ਸਟੇਸ਼ਨ ਤੋਂ ਮੈਟਰੋ ਫੜਨੀ ਸੀ ਤੇ ਟਿਕਟ ਮਸ਼ੀਨ ਤੇ ਸਿਰਫ ਚੈੱਕ ਭਾਸ਼ਾ ਵਿੱਚ ਹੀ ਨਿਰਦੇਸ਼ ਸਨ। ਕੁਝ ਸਮੇਂ ਮੱਥਾ ਮਾਰਿਆ, ਕੁਝ ਸਮਝ ਨਹੀਂ ਆਇਆ। ਫਿਰ ਭੀੜ ਚੋਂ ਇੱਕ ਸਥਾਨਕ ਚਿਹਰਾ ਲੱਭਿਆ ਤੇ ਮਦਦ ਮੰਗੀ। ਇੱਕ ਟਿਕਟ 2 ਘੰਟੇ ਚੱਲਦੀ ਹੈ, ਕੋਈ ਵੀ ਮੈਟਰੋ, ਬੱਸ ਜਾਂ ਟ੍ਰਾਮ ਲਓ। ਹੁਣ ਤਾਂ ਬੈਗ ਇੰਨਾ ਵੱਡਾ ਸੀ, ਇਸ ਲਈ ਮੈਟਰੋ ਲੈਣੀ ਪਈ, ਨਹੀਂ ਤਾਂ ਪ੍ਰਾਗ ਇੰਨਾ ਛੋਟਾ ਤੇ ਖੂਬਸੂਰਤ ਹੈ ਕਿ ਕਿਤੇ ਤੋਂ ਕਿਤੇ ਜਾਣ ਲਈ ਕੋਈ ਵੀ ਸਾਧਨ ਲੈਣਾ ਬੇਵਕੂਫੀ ਹੈ। ਮੈਂ ਟਿਕਟ ਲਈ ਸੀ ਕਿ ਕਿਮੀ ਵੀ ਸਾਹਮਣੇ ਆਉਂਦੀ ਦਿਖੀ। ਉਹ ਸੁਪਰਮਾਰਕੀਟ ਤੋਂ ਲਿਆ ਇੱਕ ਬ੍ਰੈਡ ਦਾ ਟੁਕੜਾ ਖਾ ਰਹੀ ਸੀ। ਉਹਦੇ ਕੋਲ ਸੱਚ ਵਿੱਚ ਸ਼ਾਇਦ ਪੈਸੇ ਨਹੀਂ ਸਨ। ਮੈਨੂੰ ਉਹ 'ਤੇ ਤਰਸ ਵੀ ਆਉਂਦਾ ਤੇ ਖਿਝ ਵੀ ਹੁੰਦੀ। ਮੈਂ ਉਹਨੂੰ ਸ਼ਾਮ ਦਾ ਪਲਾਨ ਫਿਰ ਤੋਂ ਯਾਦ ਦਿਵਾਉਂਦੀਆਂ ਤੇ ਨਿਕਲਦੀਆਂ। ਮੈਟਰੋ ਤੋਂ ਉਤਰ ਕੇ ਬੱਸ ਫੜ ਲਈ ਤੇ ਆਪਣੇ ਮੇਜ਼ਬਾਨ ਦੇ ਦੱਸੇ ਹੋਏ ਅੱਡੇ ਤੇ ਉਤਰ ਗਈ। ਹੁਣ ਇੱਥੋਂ ਇੱਕ ਸੜਕ ਜਾਂਦੀ ਹੈ ਪਹਾੜੀ ਦੇ ਉੱਤੇ, ਜਿਸ ਉੱਤੇ ਘਰ ਬਣੇ ਹੋਏ ਹਨ। ਉਸੇ ਹੀ ਦਿਸ਼ਾ ਵੱਲ ਇੱਕ ਸੜਕ ਜਾਂਦੀ ਹੈ ਤੇ ਪਹਾੜੀ ਤੋਂ ਹੇਠਾਂ ਜਿਸ ਤੇ ਹੋਰ ਵੀ ਘਰ ਬਣੇ ਹੋਏ ਹਨ। ਮੇਰੇ ਮੇਜ਼ਬਾਨ ਟੋਡ ਨੇ ਦੱਸਿਆ ਸੀ ਕਿ ਬੱਸ ਅੱਡੇ ਤੋਂ ਉਹਦਾ ਘਰ ਸਿਰਫ 3-4 ਮਿੰਟ ਦਾ ਪੈਦਲ ਰਾਹ ਹੈ। ਪਰ ਮੈਂ ਉਸ ਤੋਂ ਇਹ ਨਹੀਂ ਪੁੱਛ ਸਕੀ ਕਿ 3-4 ਮਿੰਟ ਪੈਦਲ ਉੱਤੇ ਜਾਣ ਵਾਲੇ ਰਾਹ ਤੇ ਜਾਂ ਹੇਠਾਂ ਜਾਣ ਵਾਲੇ ਰਾਹ ਤੇ। ਬਸ ਇੱਥੇ ਗੜਬੜ ਹੋ ਗਈ। ਫਿਰ ਮੈਂ ਸੋਚਿਆ ਕਿ ਇੰਨਾ ਵੱਡਾ ਬੈਗ ਲੈ ਕੇ ਹੇਠਾਂ ਉਤਰ ਗਈ ਤੇ ਰਾਹ ਗਲਤ ਹੋਇਆ ਤਾਂ ਵਾਪਸ ਚੜ੍ਹਨ 'ਚ ਬਹੁਤ ਮੁਸ਼ਕਿਲ ਹੋਏਗੀ, ਪਰ ਉੱਤੇ ਵਾਲਾ ਰਾਹ ਗਲਤ ਹੋਇਆ ਤਾਂ ਹੇਠਾਂ ਉਤਰਨਾ ਸੌਖਾ ਹੋਏਗਾ। ਫਿਰ ਮੈਂ ਪਹਾੜੀ ਉੱਤੇ ਚੜ੍ਹਨ ਲੱਗੀ। ਇੱਕ ਤੋਂ ਇੱਕ ਸੋਹਣੇ ਘਰ ਸਨ ਉੱਥੇ। ਘਰਾਂ 'ਚ ਗਾਰਡਨ ਸੀ, ਸੇਬ ਦੇ ਰੁੱਖ ਲੱਗੇ ਸਨ। ਸੇਬ ਡਿੱਗ ਡਿੱਗ ਕੇ ਪੂਰੇ ਗਾਰਡਨ 'ਚ ਵਿੱਚ ਗਏ ਸਨ। ਹਰ ਘਰ ਦੇਖ ਕੇ ਮੈਨੂੰ ਲੱਗਦਾ ਕਾਸ਼ ਇਹੀ ਹੋਵੇ, ਪਰ 106 ਨੰਬਰ ਤਾਂ ਨਹੀਂ ਆਇਆ। ਮੈਨੂੰ ਚੜ੍ਹਦੇ ਚੜ੍ਹਦੇ 10 ਮਿੰਟ ਹੀ ਹੋਏ ਹੋਣਗੇ, ਪਰ ਲੱਗ ਰਿਹਾ ਸੀ ਜਿਵੇਂ ਕਈ ਘੰਟਿਆਂ ਤੋਂ ਚੜ੍ਹ ਰਹੀ ਹਾਂ। ਉੱਪਰ ਚੜ੍ਹੀ ਤਾਂ ਲੱਗਿਆ ਕਿ ਚੰਗਾ ਹੈ ਜੋ ਆ ਗਈ। ਰਾਹ ਭਾਵੇਂ ਗਲਤ ਹੋਵੇ, ਉੱਥੋਂ ਹੇਠਾਂ ਵਲਤਾਵਾ ਨਦੀ ਦਿਸਦੀ ਹੈ। ਉਹਦੇ ਦੋਨੋਂ ਪਾਸੇ ਵਸਦਾ ਸ਼ਹਿਰ ਦਿਸਦਾ ਹੈ। ਮੈਨੂੰ ਰੌਕ ਸਟਾਰ ਫਿਲਮ ਦੀ ਯਾਦ ਆ ਗਈ। ਇੱਦਾਂ ਦੇ ਸੋਹਣੇ ਘਰਾਂ 'ਚ ਰਹਿੰਦੀ ਹੈ ਉਹਦੀ ਹੀਰੋਇਨ। ਹੁਣ ਹੇਠਾਂ ਉਤਰਨਾ ਸੀ, ਪਰ ਜੇ ਘਰ ਉੱਤੇ ਹੀ ਹੋਇਆ ਤੇ ਮੈਨੂੰ ਹੀ ਨਾ ਦਿਸਿਆ ਤਾਂ ਫਿਰ ਉੱਤੇ ਚੜ੍ਹਨਾ ਹੋਏਗਾ। ਨਹੀਂ, ਦੁਬਾਰਾ ਨਹੀਂ ਚੜ੍ਹ ਸਕਾਂਗੀ। ਫੋਨ ਕਰ ਲੈਂਦੀ ਹਾਂ। ਇੰਟਰਨੈਸ਼ਨਲ ਰੋਮਿੰਗ ਤੇ ਸ਼ਾਇਦ ਇਹ ਪਹਿਲਾ ਫੋਨ ਕਾਲ ਸੀ। ਹੁਣ ਤੱਕ ਤਾਂ ਮੈਂ ਸਿਰਫ ਫ੍ਰੀ ਵਾਈਫਾਈ ਯੂਜ਼ ਕੀਤਾ ਸੀ। ਇੱਥੇ ਤਾਂ ਵਾਈਫਾਈ ਨਹੀਂ ਸੀ ਤਾਂ ਡਾਇਲ ਕੀਤਾ ਫੋਨ ਨੰਬਰ। ਕੋਈ ਜਵਾਬ ਨਹੀਂ ਆਇਆ। ਫਿਰ ਲਗਾਇਆ, ਫਿਰ ਕੋਈ ਜਵਾਬ ਨਹੀਂ। ਮੈਸੇਜ ਲਿਖਿਆ, ਗੁਆਚ ਗਈਆਂ, ਮਦਦ ਕਰੋ। ਜਵਾਬ ਆਇਆ, ਉਸੇ ਅੱਡੇ ਤੇ ਆਓ, ਮੈਂ ਆਉਂਦਾ। ਟੋਡ ਨਾਮ ਸੀ ਉਹਦਾ, ਡਾਕਟਰ ਟੋਡ। ਹੱਸਦਾ ਚਿਹਰਾ, ਛੰਟਵਾਂ ਸਰੀਰ, ਸਿਰ ਉੱਤੇ ਟੋਪੀ। ਹੁਣ ਤੱਕ ਦਾ ਮੇਰਾ ਸਭ ਤੋਂ ਜਵਾਨ ਮੇਜ਼ਬਾਨ। 40 ਸਾਲ ਦਾ ਹੋਏਗਾ। ਟੋਡ ਨੇ ਦੱਸਿਆ ਕਿ ਉਹ ਤਾਂ ਕਿਸਮਤ ਨਾਲ ਘਰ 'ਚ ਕੁਝ ਕੰਮ ਕਰਨ ਆਇਆ ਸੀ, ਨਹੀਂ ਤਾਂ ਉਸ ਵਕਤ ਨਾ ਉਹ ਘਰ 'ਚ ਹੁੰਦਾ ਹੈ ਤੇ ਨਾ ਹੀ ਫੋਨ ਚੁੱਕਦਾ। ਚਲੋ ਹੁਣ ਤਾਂ ਮੈਂ ਪਹੁੰਚ ਗਈ ਸੀ। ਟੋਡ ਨੇ ਮੇਰਾ ਨਾਮ ਫਿਰ ਤੋਂ ਪੁੱਛਿਆ ਤੇ ਪੁੱਛਿਆ ਕਿ ਮੈਂ ਕਿੰਨੇ ਦਿਨ ਰੁਕਣ ਵਾਲੀ ਹਾਂ, ਤੇ ਉਹ ਜਾਣਕਾਰੀ ਆਪਣੇ ਕੰਪਿਊਟਰ 'ਚ ਲਿਖ ਲਈ। ਦੱਸਿਆ ਕਿ ਫਿਲਹਾਲ ਸਾਰੇ ਮਹਿਮਾਨ ਬਾਹਰ ਘੁੰਮਣ ਗਏ ਹੋਏ ਹਨ। ਘਰ 'ਚ ਵਾਪਸ ਆਉਣਾ ਸਿਰਫ 6 ਵਜੇ ਤੋਂ ਬਾਅਦ ਹੀ ਸੰਭਵ ਹੈ। ਦੁਪਹਿਰ ਨੂੰ ਸਿਰਫ ਨਵੇਂ ਮਹਿਮਾਨ ਆ ਸਕਦੇ ਹਨ। ਘਰ 'ਚ ਮੈਥੋਂ ਬਿਨਾਂ ਕਰੀਬ 30 ਲੋਕ ਹੋਰ ਰੁਕੇ ਹਨ। ਕਿੱਥੇ ਰੁਕੇ ਹਨ? ਘਰ ਕੋਈ ਬਹੁਤ ਵੱਡਾ ਦਿਸਦਾ ਨਹੀਂ। ਜੇਕਰ ਹੇਠਾਂ ਤਹਿਖਾਨਾ ਨਹੀਂ ਹੈ ਤਾਂ ਕਿੱਥੇ ਰੁਕੇ ਹਨ? ਕਿਵੇਂ ਰੁਕੇ ਹਨ ਤੇ ਕਿਉਂ ਰੁਕੇ ਹਨ? ਸਾਰੇ ਅਲੱਗ-ਅਲੱਗ ਆਏ ਹਨ ਜਾਂ ਸਭ ਇੱਕ ਗਰੁੱਪ ਵਿੱਚ ਹਨ? ਕਿੰਨੇ ਦਿਨਾਂ ਦੇ ਲਈ ਰੁਕੇ ਹਨ? ਬਾਥਰੂਮ ਕਿੱਥੇ ਹਨ? ਕਿੰਨੇ ਹਨ? ਇਹ ਸਭ ਮੈਂ ਬਸ ਸੋਚ ਰਹੀ ਸੀ। ਪੁੱਛਣਾ ਮੈਨੂੰ ਚੰਗਾ ਨਾ ਲੱਗਿਆ। ਇੱਕ ਤਾਂ ਮੈਨੂੰ ਜਗ੍ਹਾ ਮਿਲੀ ਹੈ, ਉੱਤੋਂ ਜਾਸੂਸ ਬਣ ਜਾਣਾ। ਟੋਡ ਨੇ ਮੈਨੂੰ ਮੇਰਾ ਕਮਰਾ ਦਿਖਾਇਆ ਤੇ ਇੱਕ ਕੰਬਲ ਤੇ ਸਿਰਹਾਣਾ ਦੇ ਦਿੱਤਾ। ਮੈਨੂੰ ਤੌਲੀਆ ਤਾਂ ਨਹੀਂ ਚਾਹੀਦਾ, ਕੁਝ ਹੋਰ ਤਾਂ ਨਹੀਂ ਚਾਹੀਦਾ? ਪੁੱਛਿਆ ਤੇ ਕਿਹਾ ਕਿ ਮੈਂ ਮੂੰਹ ਹੱਥ ਧੋ ਕੇ ਸੈਟਲ ਹੋ ਜਾਵਾਂ। ਉਹ ਰਸੋਈ 'ਚ ਕੰਮ ਕਰ ਰਿਹਾ। ਕਮਰੇ 'ਚ 9-10 ਬਿਸਤਰੇ ਹੋਰ ਲੱਗੇ ਸੀ। 2 ਸਿੰਗਲ ਬੈੱਡ ਸੀ, ਬਾਕੀ ਸਭ ਹੇਠਾਂ ਵਿਛੇ ਸਨ। ਟੋਡ ਨੇ ਮੈਨੂੰ ਆਪਣਾ ਡੇਰਾ ਬੈੱਡ ਉੱਤੇ ਲਾਉਣ ਨੂੰ ਕਿਹਾ। ਮੈਂ ਸਾਰੇ ਬਿਸਤਰੇ ਤੇ ਸਮਾਨ ਲੰਘਦੀ ਹੋਈ ਬੈੱਡ ਤੱਕ ਪਹੁੰਚੀ, ਆਪਣਾ ਬੈਗ ਰੱਖਿਆ ਤੇ ਕੈਮਰਾ ਕੱਢ ਕੇ ਬਾਹਰ ਆ ਗਈ। ਸਾਰਿਆਂ ਦੇ ਬੈਗ ਐਵੇਂ ਹੀ ਪਏ ਸੀ। ਵੈਸੇ ਵੀ ਮੇਰੇ ਬੈਗ 'ਚ ਕੋਈ ਕੀਮਤੀ ਸਮਾਨ ਨਹੀਂ ਸੀ। ਟੋਡ ਨੇ ਕਿਹਾ ਕਿ ਜੇਕਰ ਮੈਨੂੰ ਚਾਹ ਕੌਫੀ ਕੁਝ ਪਸੰਦ ਹੈ ਤਾਂ ਮੈਂ ਇਸ ਰਸੋਈ ਵਿੱਚ ਬਣਾ ਸਕਦੀ ਹਾਂ। ਰਸੋਈ ਕੀ ਸੀ? ਤਰ੍ਹਾਂ ਦੇ ਪਦਾਰਥਾਂ ਦਾ ਇਕੱਠ ਸੀ। ਫ੍ਰਿਜ ਵਿੱਚ ਤਰ੍ਹਾਂ ਦੇ ਜੂਸ, ਬੀਅਰ, ਵਾਈਨ, ਦੁੱਧ, ਜੈਮ, ਮੱਖਣ, ਫਲ, ਸਬਜ਼ੀਆਂ, ਅੰਡੇ, ਸਭ ਤੂੜੀ ਵਾਂਗ ਭਰੇ ਸੀ। ਇੰਨਾ ਸਾਰਾ ਇੱਕ ਮਨੁੱਖ ਦਾ ਸਮਾਨ ਤਾਂ ਨਹੀਂ ਹੋ ਸਕਦਾ। ਇੱਕ ਫੈਮਿਲੀ ਦਾ ਵੀ ਮੁਸ਼ਕਿਲ ਲੱਗਦਾ। ਤਾਂ ਮੈਂ ਕਿਹਦਾ ਸਮਾਨ ਯੂਜ਼ ਕਰਾਂ, ਕਿਸ ਦਾ ਨਹੀਂ? ਕੋਈ ਲੇਬਲ ਵੀ ਨਹੀਂ ਲੱਗਿਆ। ਅਖੀਰ ਮੈਂ ਟੋਡ ਤੋਂ ਪੁੱਛਦੀ ਹਾਂ, ਦੁੱਧ ਤੇ ਬ੍ਰੈਡ ਲੈ ਲਵਾਂ? ਜੋ ਮਨ ਕਰਦਾ ਲੈ ਲਓ, ਟੋਡ ਕਹਿੰਦਾ।
ਮਤਲਬ ਇਹ ਸਭ ਸਮਾਨ ਤੁਹਾਡਾ ਹੈ? ਮੈਂ ਫਿਰ ਪੁੱਛਦੀ ਹਾਂ। ਨਹੀਂ, ਮੇਰਾ ਕੁਝ ਵੀ ਨਹੀਂ। ਤੋੜ ਮੁਸਕਰਾਉਂਦਾ ਹੈ। ਮੈਂ ਚੁੱਪ ਹੀ ਰਹਿੰਦੀ ਹਾਂ ਕਿ ਅੱਗੇ ਉਹੀ ਦੱਸੇ ਮਸਲਾ ਕੀ ਹੈ। ਮੇਰੀ ਸ਼ਕਲ ਵੇਖ ਕੇ ਟੋਡ ਕਹਿੰਦਾ, ਵੈਸੇ ਤਾਂ ਕੁਝ ਵੀ ਮੇਰਾ ਜਾਂ ਤੇਰਾ ਨਹੀਂ ਹੈ, ਪਰ ਜਿਹੜਾ ਸਮਾਨ ਇੱਕ ਵਾਰ ਇਸ ਫ੍ਰਿਜ 'ਚ ਆ ਜਾਂਦਾ ਉਹ ਸਭ ਦਾ ਹੋ ਜਾਂਦਾ ਹੈ। ਉਹਦਾ ਇੱਕ ਮਾਲਕ ਨਹੀਂ ਰਹਿੰਦਾ। ਇਹ ਇੱਕ ਕਮਿਊਨਿਟੀ ਫ੍ਰਿਜ ਹੈ, ਇੱਕ ਕਮਿਊਨਿਟੀ ਲਿਵਿੰਗ ਹੈ, ਇਹ ਘਰ ਇੱਕ ਕਮਿਊਨ ਹੈ। ਪਹਾੜੀ ਉੱਤੇ ਬਣੇ 3 ਮੰਜ਼ਿਲ ਦੇ ਇਸ ਘਰ ਦੇ ਹਰ ਕਮਰੇ 'ਚ ਯਾਤਰੀ ਰੁਕੇ ਹਨ। 3 ਗੁਸਲਖਾਨੇ ਹਨ ਜਿਨ੍ਹਾਂ ਦੀ ਸਭ ਲੋਕ ਕਾਇਦੇ ਨਾਲ ਵਰਤੋਂ ਕਰਦੇ ਹਨ। ਕੱਪੜੇ ਧੋਣ ਦੀ ਇੱਕ ਮਸ਼ੀਨ ਹੈ ਤੇ ਬਹੁਤ ਸਾਰਾ ਤਰ੍ਹਾਂ ਦਾ ਵਾਸ਼ਿੰਗ ਪਾਊਡਰ ਰੱਖਿਆ ਹੈ। ਤੁਸੀਂ ਜਿੰਨਾ ਚਾਹੋ ਵਰਤ ਸਕਦੇ ਹੋ। ਪਹਿਲੇ ਦਿਨ ਜਦ ਮੈਂ ਆਪਣੇ ਕੱਪੜੇ ਗੁਸਲਖਾਨੇ ਵਿੱਚ ਹੀ ਭੁੱਲ ਗਈ ਤਾਂ ਪਤਾ ਨਹੀਂ ਕਿਸ ਨੇ ਧੋ ਕੇ ਸੁਕਾ ਦਿੱਤੇ। ਕੋਈ ਇੱਕ ਦਿਨ ਲਈ ਆਇਆ ਹੈ ਤਾਂ ਕੋਈ 4 ਲਈ, ਕੋਈ ਇਕੱਲਾ ਹੈ ਤਾਂ ਕੋਈ ਝੁੰਡ ਵਿੱਚ ਹੈ। ਕਿਸੇ ਨੂੰ ਬੈੱਡ ਮਿਲਿਆ ਹੈ ਤਾਂ ਕਿਸੇ ਨੇ ਜ਼ਮੀਨ 'ਤੇ ਗੱਦਾ ਵਿਛਾ ਲਿਆ। ਇਸ ਤੋਂ ਬਾਅਦ ਵੀ ਕੋਈ ਰਹਿ ਜਾਂਦਾ ਹੈ ਤਾਂ ਉਹ ਘਰ ਦੇ ਬਾਹਰ ਪਹਾੜੀ ਉੱਤੇ ਡੇਰਾ ਲਾ ਲੈਂਦਾ ਹੈ। ਘਰ 'ਚ 2 ਕੁੱਤੇ ਵੀ ਹਨ ਜੋ ਮਹਿਮਾਨਾਂ ਵਿੱਚ ਹੀ ਘੁਲ ਮਿਲ ਗਏ ਹਨ। ਜਿੱਥੇ ਮਨ ਕਰੇ ਉਹ ਵੀ ਆਉਂਦੇ ਜਾਂਦੇ ਹਨ। ਸਭ ਲੋਕ ਘੁੰਮਣ ਵਾਲੇ ਯਾਤਰੀ ਹੀ ਹਨ। ਸਭ ਨੇ ਸਵੇਰ ਦਾ ਖਾਣਾ ਖਾ ਕੇ 11 ਵਜੇ ਤੱਕ ਜਾਣਾ ਹੁੰਦਾ ਹੈ। ਇਸ ਤੋਂ ਬਾਅਦ ਘਰ ਬੰਦ ਹੋ ਜਾਂਦਾ ਤੇ ਸਿਰਫ ਨਵੇਂ ਯਾਤਰੀਆਂ ਦੇ ਲਈ ਖੁੱਲ੍ਹਦਾ ਹੈ, ਜਿਵੇਂ ਅੱਜ ਮੇਰੇ ਲਈ ਖੁੱਲ੍ਹਿਆ ਸੀ। ਘਰ 'ਚ ਰੁਕੇ ਯਾਤਰੀ ਸ਼ਾਮ ਨੂੰ 7 ਵਜੇ ਹੀ ਘਰ ਵਾਪਸ ਆ ਸਕਦੇ ਹਨ। ਚਾਬੀ ਸਿਰਫ ਟੋਡ ਦੇ ਕੋਲ ਰਹਿੰਦੀ ਹੈ ਤੇ ਉਹ ਕਿਸੇ ਦਾ ਫੋਨ ਨਹੀਂ ਚੁੱਕਦਾ। ਸਹੀ ਵੀ ਹੈ, ਨਹੀਂ ਤਾਂ ਪੂਰਾ ਦਿਨ ਫੋਨ ਤੇ ਲੱਗਿਆ ਰਹੇ। ਸ਼ਾਮ 7 ਵਜੇ ਤੋਂ ਬਾਅਦ ਟੋਡ ਘਰ 'ਚ ਹੁੰਦਾ ਤੇ ਮਿਸਡ ਕਾਲ ਦੇ ਦਰਵਾਜ਼ਾ ਖੋਲ੍ਹਦਾ ਹੈ। ਕੋਈ ਘੰਟੀ ਨਹੀਂ ਲੱਗੀ, ਨਹੀਂ ਤਾਂ ਪੂਰਾ ਦਿਨ ਖੜਕਦੀ ਹੈ। ਰਸੋਈ 'ਚ 2 ਹੌਟ ਪਲੇਟਾਂ ਹਨ। ਜ਼ਿਆਦਾ ਖਾਣਾ ਨਹੀਂ ਬਣ ਸਕਦਾ, ਪਰ ਜ਼ਰੂਰਤ ਜਿੰਨਾ ਬਣ ਜਾਂਦਾ ਹੈ। ਤੁਸੀਂ ਕੁਝ ਰਸੋਈ ਦਾ ਸਮਾਨ ਲਿਆਉਣਾ ਚਾਹੋ ਤਾਂ ਲਿਆ ਸਕਦੇ ਹੋ, ਨਹੀਂ ਤਾਂ ਜੋ ਪਿਆ ਉਹਨੂੰ ਵਰਤ ਸਕਦੇ ਹੋ। ਲਿਆਉਣ ਵਾਲਾ ਨਹੀਂ ਦੱਸਦਾ ਕਿ ਉਹ ਲੈ ਕੇ ਆਇਆ, ਬਸ ਰੱਖ ਦਿੰਦਾ ਹੈ। ਫਿਰ ਉਹਨੂੰ ਕੋਈ ਵੀ ਵਰਤ ਸਕਦਾ ਹੈ। ਕਮਾਲ ਹੈ ਕਿ ਫ੍ਰਿਜ ਹਰ ਸਮੇਂ ਭਰਿਆ ਰਹਿੰਦਾ ਹੈ। ਸਭ ਤਰ੍ਹਾਂ ਦੀ ਚਾਹ, ਕੌਫੀ ਸ਼ੈਲਫ ਉੱਤੇ ਪਈ ਰਹਿੰਦੀ ਹੈ। ਬਰਤਨ ਸਾਫ਼ ਹੁੰਦੇ ਹਨ। ਗੁਸਲਖਾਨੇ 'ਚ ਸਾਬਣ ਬਰਾਬਰ ਹੁੰਦਾ ਹੈ ਤੇ ਟਾਇਲਟ 'ਚ ਟਾਇਲਟ ਪੇਪਰ। ਫਿਰ ਟੋਡ ਕੀ ਕਰਦਾ ਹੈ? ਇਹ ਘਰ ਕਿੱਥੋਂ ਆਇਆ? ਇਸ ਘਰ ਦੀ ਮੁਰੰਮਤ ਕਿਵੇਂ ਹੁੰਦੀ ਹੈ? ਟੋਡ ਦਾ ਕੀ ਕੰਮ ਹੈ? ਇਹ ਸਭ ਸਵਾਲ ਮੈਂ ਟੋਡ ਤੋਂ ਇੱਕਦਮ ਪੁੱਛੇ। ਟੋਡ ਨੇ ਕਿਹਾ ਕਿ ਮੈਨੂੰ ਘੁੰਮਣ ਜਾਣਾ ਚਾਹੀਦਾ ਹੈ। ਗੱਲਾਂ ਉਹ ਬਾਅਦ 'ਚ ਫੁਰਸਤ ਨਾਲ ਕਰੇਗਾ। ਵੈਸੇ ਵੀ ਮੈਂ ਅਕਸ਼ੇ ਤੇ ਕਿਮੀ ਨੂੰ ਮਿਲਣਾ ਸੀ ਤਾਂ ਮੈਂ ਜਾਣ ਲਈ ਤਿਆਰ ਹੋ ਗਈ। ਚਲਦੇ ਮੈਂ ਟੋਡ ਤੋਂ ਪੁੱਛਿਆ ਕਿ ਵੈਸੇ ਤਾਂ ਮੈਂ 10 ਵਜੇ ਤੱਕ ਘਰ ਆ ਜਾਊਂਗੀ। ਪਹਿਲਾ ਦਿਨ ਹੈ ਤੇ ਸ਼ਹਿਰ ਦਾ ਜ਼ਿਆਦਾ ਪਤਾ ਨਹੀਂ ਹੈ, ਤਾਂ 10 ਵਜੇ ਜ਼ਿਆਦਾ ਲੇਟ ਤਾਂ ਨਹੀਂ ਹੁੰਦਾ? ਟੋਡ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਨੋ ਵੇ, ਯੂ ਸ਼ੁੱਡ ਐਕਸਪੀਰੀਅੰਸ ਦ ਨਾਈਟ ਲਾਈਫ ਆਫ ਪਰਾਗ। ਯੂ ਸ਼ੁੱਡ ਕਮ ਐਜ਼ ਲੇਟ ਐਜ਼ ਯੂ ਕੈਨ। ਕਾਸ਼ ਇੱਕ ਦਿਨ ਦਿੱਲੀ ਵਿੱਚ ਵੀ ਕੋਈ ਮੈਨੂੰ ਐਵੇਂ ਹੀ ਬੋਲੇ ਕਿ ਜਾਓ ਜਿੰਨੀ ਰਾਤ ਤੱਕ ਘੁੰਮਣਾ ਘੁੰਮੋ, ਇਟਸ ਵੈਰੀ ਸੇਫ। ਮੇਰਾ ਕਿੰਨਾ ਹੀ ਮਨ ਹੈ ਰਾਤ ਵਾਲੀ ਦਿੱਲੀ ਦੇਖਣ ਦਾ। 4 ਦੋਸਤਾਂ ਦੇ ਨਾਲ ਗੱਡੀ 'ਚ ਬੈਠ ਕੇ ਨਹੀਂ, ਇਕੱਲੇ ਪੈਦਲ ਤੁਰ ਕੇ। ਰਾਤ ਦੇ 1 ਵਜੇ ਕਿਹੋ ਜਿਹਾ ਹੋਏਗਾ ਕਮਲਾ ਨਗਰ, ਚਾਂਦਨੀ ਚੌਂਕ ਜਿਹੜਾ ਦਿਨ 'ਚ ਇੰਨਾ ਭਰਿਆ ਹੋਇਆ ਰਹਿੰਦਾ। ਉਹਦੀਆਂ ਖਾਲੀ ਗਲੀਆਂ ਕਿਹੋ ਜਿਹੀਆਂ ਦਿਸਣਗੀਆਂ ਅੱਧੀ ਰਾਤ ਤੋਂ ਬਾਅਦ। ਬਿਨਾਂ ਗੱਡੀਆਂ ਦੀ ਭੀੜ ਦੇ ਨਿਜ਼ਾਮੁਦੀਨ ਕਿਹੋ ਜਿਹਾ ਹੋਏਗਾ? ਕੀ ਇਸ ਜ਼ਿੰਦਗੀ 'ਚ ਕਦੇ ਇਹੋ ਜਿਹਾ ਦਿਨ ਵੀ ਆਏਗਾ ਜਦੋਂ ਘੁੰਮਾਂਗੀ ਬੇਫਿਕਰ ਆਪਣੇ ਦੇਸ਼ 'ਚ ਜਿਵੇਂ ਫਿਰਦੀਆਂ ਇੱਥੇ ਅਜਨਬੀਆਂ ਦੇ ਦੇਸ਼ 'ਚ? ਮੈਂ ਜਾਣਾ ਸੀ ਪੈਦਲ, ਪਰ ਦੋਸਤਾਂ ਨਾਲ ਮਿਲਣ ਦਾ ਇੱਕ ਸਮਾਂ ਤੈਅ ਸੀ। ਕਿਤੇ ਲੇਟ ਨਾ ਹੋ ਜਾਵਾਂ, ਇਸ ਚਿੰਤਾ ਕਰਕੇ ਟਰਾਮ ਲੈਣ ਦੀ ਸੋਚਦੀ ਹਾਂ। ਵੈਸੇ ਵੀ ਦਿਨ ਢਲਣ ਵਾਲਾ ਹੈ ਤੇ ਥੋੜ੍ਹੀ ਥਕਾਵਟ ਵੀ ਹੈ। ਟੋਡ ਨੇ ਦੱਸਿਆ ਕਿ ਉਹਦੇ ਘਰ ਤੋਂ ਟਰਾਮ ਸਟਾਪ 10 ਮਿੰਟ ਦੂਰ ਹੈ ਤੇ ਉੱਥੋਂ ਟਰਾਮ ਤੋਂ ਸਿਟੀ ਸੈਂਟਰ 10 ਮਿੰਟ ਦੂਰ ਹੈ। ਉਹਨੇ ਇਹ ਵੀ ਦੱਸਿਆ ਕਿ ਰਾਤ 12 ਵਜੇ ਦੇ ਬਾਅਦ ਇਹ ਟਰਾਮ ਬੰਦ ਹੋ ਜਾਂਦੀ ਹੈ। ਉਸ ਸਮੇਂ ਇੱਕ ਦੂਜੀ ਟਰਾਮ ਮਿਲੇਗੀ ਦੂਜੇ ਕਿਸੇ ਸਟੇਸ਼ਨ ਤੋਂ। ਮੈਟਰੋ 'ਚ ਆਉਣਾ ਵੀ ਠੀਕ ਨਹੀਂ ਕਿਉਂਕਿ ਕਨੈਕਟਿੰਗ ਬੱਸਾਂ ਬੰਦ ਹੋ ਜਾਂਦੀਆਂ। ਮੈਂ ਜਾਣ ਵਾਲੀ ਜਾਣਕਾਰੀ ਤਾਂ ਧਿਆਨ ਨਾਲ ਸੁਣੀ, ਪਰ ਆਉਣ ਵਾਲੀ ਦਿਮਾਗ ਨੇ ਰਜਿਸਟਰ ਨਹੀਂ ਕੀਤੀ। ਸੋਚਿਆ ਕਿ ਜਿਵੇਂ ਜਾਊਂਗੀ ਉਸੇ ਤਰ੍ਹਾਂ ਆ ਵੀ ਜਾਊਂਗੀ। ਟਰਾਮ ਸਟਾਪ ਤਾਂ ਮੈਂ ਪਹੁੰਚ ਗਈ। ਹੁਣ ਲੈਣੀ ਸੀ ਟਿਕਟ, ਪਰੰਤੂ ਇੱਥੇ ਤਾਂ ਕੋਈ ਟਿਕਟ ਮਸ਼ੀਨ ਦਿਖਦੀ ਨਹੀਂ ਸੀ। ਕੋਈ ਖੜਾ ਵੀ ਨਹੀਂ ਹੈ ਸਟਾਪ 'ਤੇ ਕਿ ਪੁੱਛਿਆ ਜਾਏ। ਇੱਕ ਟਰਾਮ ਆਉਂਦੀ ਹੈ, ਚਲੀ ਜਾਂਦੀ ਹੈ। ਹੁਣ ਆਸੇ-ਪਾਸੇ ਵੇਖਦੀ ਹਾਂ, ਕੁਛ ਨਹੀਂ ਮਿਲਦਾ। ਦੂਰ ਕੁਝ ਦੁਕਾਨਾਂ ਦਿਖਦੀਆਂ ਹਨ, ਉਹਨਾਂ ਤੋਂ ਪੁੱਛਿਆ ਜਾਏ। ਕੀ ਪੁੱਛਿਆ ਜਾਏ? ਉਸੇ ਸਮੇਂ 19-20 ਸਾਲ ਦੀ ਸੁਨਹਿਰੇ ਵਾਲਾਂ ਵਾਲੀ ਮਾਡਰਨ ਕੱਪੜੇ ਪਾਈ ਇੱਕ ਗਜ਼ਬ ਦੀ ਦਿਲ ਖਿੱਚਵੀਂ ਕੁੜੀ ਸਟਾਪ 'ਤੇ ਆ ਜਾਂਦੀ ਹੈ। ਚਲੋ ਇਸੇ ਤੋਂ ਪੁੱਛਿਆ ਜਾਵੇ। ਕੈਨ ਯੂ ਹੈਲਪ ਮੀ ਵਿਦ ਦ ਟਿਕਟ ਪਲੀਜ਼? ਇਜ਼ ਦੇਅਰ ਨੋ ਟਿਕਟ ਮਸ਼ੀਨ ਹੇਅਰ? ਮੈਂ ਕੁੜੀ ਤੋਂ ਪੁੱਛਿਆ।
ਸੁਨਹਿਰੇ ਵਾਲਾਂ ਵਾਲੀ ਕੁੜੀ ਜਿਹਦਾ ਨਾਮ ਹੁਣ ਮੈਨੂੰ ਯਾਦ ਨਹੀਂ ਹੈ, ਉਹਨੂੰ ਮੈਂ ਸੁਨਹਿਰੀ ਬੁਲਾਉਂਦੀ ਹਾਂ। ਮੈਨੂੰ ਅੰਗਰੇਜ਼ੀ 'ਚ ਗੱਲ ਕਰਦੇ ਸੁਣ ਬਹੁਤ ਖੁਸ਼ ਹੁੰਦੀ ਹੈ। ਉਹ ਮੈਥੋਂ ਆਪਣੀ ਖਰਾਬ ਅੰਗਰੇਜ਼ੀ ਦੇ ਲਈ ਮਾफ़ੀ ਮੰਗਦੀ ਹੈ, ਹਾਲਾਂਕਿ ਉਹ ਕਾਫੀ ਚੰਗੀ ਤਰ੍ਹਾਂ ਆਪਣੀ ਗੱਲ ਕਹਿੰਦੀ ਹੈ। ਉਹ ਥੋੜ੍ਹੀ ਸ਼ਰਮਾਉਂਦੀ ਹੋਈ ਮੈਨੂੰ ਦੱਸਦੀ ਹੈ ਕਿ ਉਹਨੂੰ ਵੀ ਨਹੀਂ ਪਤਾ ਟਿਕਟ ਮਸ਼ੀਨ ਕਿੱਥੇ ਹੈ। ਉਹ ਮਹੀਨੇ ਭਰ ਦੀਆਂ ਟਿਕਟਾਂ ਇੱਕ ਵਾਰ 'ਚ ਖਰੀਦ ਲੈਂਦੀ ਹੈ ਅਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਸਾਰੇ ਟਰਾਮ ਸਟੇਸ਼ਨਾਂ 'ਤੇ ਟਿਕਟ ਮਸ਼ੀਨ ਹੈ ਕਿ ਨਹੀਂ। ਜਦੋਂ ਮੈਂ ਉਹ ਤੋਂ ਪੁੱਛਿਆ ਕਿ ਇੱਕ ਅਜਨਬੀ ਦੇ ਲਈ ਬਹੁਤ ਦਿੱਕਤ ਵਾਲੀ ਗੱਲ ਨਹੀਂ ਇਸ ਤਰ੍ਹਾਂ, ਤਾਂ ਉਹ ਸੋਚਣ ਲੱਗੀ ਅਤੇ ਹੱਸਦੀ ਹੋਈ ਬੋਲੀ ਕਿ ਉਹਨੇ ਇਹੋ ਜਿਹਾ ਪਹਿਲਾਂ ਕਦੀ ਸੋਚਿਆ ਹੀ ਨਹੀਂ। ਉਹ ਮੈਨੂੰ ਦੱਸਦੀ ਹੈ ਕਿ ਇੱਥੇ ਪੰਸਾਰੀ ਦੀਆਂ ਦੁਕਾਨਾਂ 'ਤੇ ਟਿਕਟ ਮਿਲਦੀ ਹੈ। ਮੈਟਰੋ, ਟਰਾਮ ਅਤੇ ਬੱਸ ਸਾਰਿਆਂ ਦੀ ਟਿਕਟ ਇੱਕ ਹੀ ਹੁੰਦੀ ਹੈ। ਸੁਨਹਿਰੀ ਕਹਿੰਦੀ ਹੈ ਕਿ ਹੁਣ ਤਾਂ ਚੜ੍ਹ ਜਾਓ, ਅੱਗੇ ਵਾਲੇ ਸਟੇਸ਼ਨ 'ਤੇ ਉਤਰ ਕੇ ਲੈ ਲਵਾਂਗੀ। ਚਲੋ ਤਾਂ ਫਿਰ। ਮੈਂ ਪੁੱਛਿਆ ਕਿ ਟਿਕਟ ਇੰਸਪੈਕਟਰ ਨਹੀਂ ਆਉਂਦਾ। ਉਹਨੇ ਕਿਹਾ ਕਿ ਉਹਦੇ 20 ਸਾਲ ਦੇ ਜੀਵਨ 'ਚ ਤਾਂ ਆਇਆ ਨਹੀਂ, ਅੱਜ ਦਾ ਪਤਾ ਨਹੀਂ। ਉਹ ਅੱਗੇ ਵਾਲੇ ਗੇਟ 'ਤੇ ਖੜੀ ਹੋ ਗਈ, ਮੈਨੂੰ ਪਿੱਛੇ ਕਰ ਦਿੱਤਾ ਕਿ ਕੋਈ ਆਇਆ ਤਾਂ ਮੈਨੂੰ ਸੁਚੇਤ ਕਰ ਦੇਗੀ। ਨਾ ਜਾਣੇ ਇਹ ਤਰੀਕਾ ਕਿੰਨਾ ਕਾਮਯਾਬ ਹੋਣ ਵਾਲਾ ਸੀ, ਪਰ ਮੈਨੂੰ ਥੋੜ੍ਹੀ ਤਸੱਲੀ ਸੀ ਕਿ ਕੋਈ ਲੋਕਲ ਨਾਲ ਹੈ। ਜੇਕਰ ਫੜੀ ਗਈ ਤਾਂ ਇਹ ਬਚਾ ਲਏਗੀ। ਸੋਚ ਹੀ ਰਹੀ ਸੀ ਕਿ ਸਟੇਸ਼ਨ ਆ ਗਿਆ। ਸੁਨਹਿਰੀ ਵੀ ਮੇਰੇ ਨਾਲ ਉਤਰ ਗਈ, ਪਰ ਇੱਥੇ ਵੀ ਕੋਈ ਮਸ਼ੀਨ ਨਹੀਂ ਸੀ। ਉਹਨੇ ਕਿਹਾ ਕਿ ਇੱਥੇ ਨੇੜੇ ਇੱਕ ਮਸ਼ੀਨ ਹੈ, ਸ਼ਾਇਦ ਉੱਥੇ ਚੱਲਦੇ ਹਾਂ। ਮੇਰੀ ਕਿਸਮਤ 'ਚ ਉਸ ਸੁਨਹਿਰੀ ਕੁੜੀ ਦਾ ਸਾਥ ਹੀ ਹੋਏਗਾ, ਨਹੀਂ ਤਾਂ ਇਹ ਮਸ਼ੀਨ ਵੀ ਖਰਾਬ ਕਿਉਂ ਮਿਲਦੀ। ਸੁਨਹਿਰੀ ਦੱਸਦੀ ਹੈ ਕਿ ਉਹ ਮਿਡ ਵਾਈਫ ਦਾ ਕੋਰਸ ਕਰ ਰਹੀ ਹੈ ਅਤੇ ਆਪਣੇ ਮਾਪਿਓ ਦੇ ਨਾਲ ਰਹਿੰਦੀ ਹੈ। ਹੁਣ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਜਾ ਰਹੀ ਹੈ। ਉੱਥੇ ਉਹਦਾ ਬॉयਫ੍ਰੈਂਡ ਵੀ ਹੋਏਗਾ। ਆਪਣੇ ਬॉयਫ੍ਰੈਂਡ ਦੇ ਬਾਰੇ 'ਚ ਦੱਸਦੀ ਹੋਈ ਉਹ ਸ਼ਰਮਾਉਂਦੀ ਅਤੇ ਕਹਿੰਦੀ ਹੈ ਉਹ ਜਲਦੀ ਆਪਣਾ ਕੋਰਸ ਖਤਮ ਕਰਕੇ ਨੌਕਰੀ ਕਰਨਾ ਚਾਹੁੰਦੀ ਹੈ ਤਾਂ ਕਿ ਦੋਵੇਂ ਇਕੱਠੇ ਰਹਿ ਸਕਣ। ਦੂਸਰੀ ਟਰਾਮ ਆਉਂਦੀ ਹੈ, ਅਸੀਂ ਬਿਨਾਂ ਟਿਕਟ ਤੋਂ ਫਿਰ ਚੜ੍ਹ ਜਾਂਦੀਆਂ। ਸੁਨਹਿਰੀ ਦੱਸਦੀ ਹੈ ਕਿ ਉਹਨੂੰ ਹੀਲ ਪਹਿਨਣਾ ਬਹੁਤ ਪਸੰਦ ਹੈ ਅਤੇ ਉਹਦੇ ਬॉयਫ੍ਰੈਂਡ ਨੂੰ ਵੀ ਇਹ ਗੱਲ ਬਹੁਤ ਪਸੰਦ ਹੈ, ਪਰ ਉਹਦੇ ਬॉयਫ੍ਰੈਂਡ ਦਾ ਕੱਦ ਛੋਟਾ ਹੈ, ਇਸ ਲਈ ਉਹਨੂੰ ਹੀਲ ਪਹਿਨਣਾ ਪਸੰਦ ਨਹੀਂ। ਓਏ ਵਾਹ, ਇਹ ਤਾਂ ਸਾਡੇ ਤਰ੍ਹਾਂ ਦੀ ਸੋਚ ਹੈ। ਮੈਨੂੰ ਇਹ ਜਾਣਨ ਦੀ ਦਿਲਚਸਪੀ ਹੋਈ ਕਿ ਸਾਡੇ 'ਚ ਕੁਝ ਹੋਰ ਵੀ ਮਿਲਦਾ ਜੁਲਦਾ ਹੈ। ਕਿ ਮੈਂ ਪੁੱਛਿਆ ਕਿ ਕੀ ਉਹ ਵਿਆਹ ਕਰਕੇ ਇਕੱਠੇ ਰਹਿਣਗੇ। ਸੁਨਹਿਰੀ ਸ਼ਰਮਾਉਂਦੀ ਹੋਈ ਕਹਿੰਦੀ ਹੈ ਕਿ ਅਜੇ ਤਾਂ ਬਹੁਤ ਛੋਟੀ ਹੈ। ਮੈਨੂੰ ਮੇਰੇ ਪੁੱਛਣ 'ਤੇ ਸ਼ਰਮ ਆਉਂਦੀ ਹੈ, ਫਿਰ ਅੱਗੇ ਪੁੱਛਦੀ ਹਾਂ, ਤਾਂ ਮਤਲਬ ਮਾਂ ਪਿਓ ਨੂੰ ਨਾਲ ਰਹਿਣ ਤੋਂ ਕੋਈ ਦਿੱਕਤ ਨਹੀਂ ਹੈ। ਸੁਨਹਿਰੀ ਮੇਰੇ ਵੱਲ ਹੈਰਾਨੀ ਨਾਲ ਦੇਖਦੇ ਹੋਏ ਕਹਿੰਦੀ ਹੈ, ਜੇਕਰ ਮੈਂ ਖੁਦ ਕਮਾਉਂਦੀ ਹਾਂ ਅਤੇ ਆਪਣੇ ਘਰ ਦਾ ਕਿਰਾਇਆ ਖੁਦ ਦਿੰਦੀ ਹਾਂ, ਬਿੱਲ ਭਰਦੀ ਹਾਂ, ਤਾਂ ਉਹਨਾਂ ਨੂੰ ਕਿਉਂ ਦਿੱਕਤ ਹੋਏਗੀ। ਇਹ ਤਾਂ ਚੰਗਾ ਹੀ ਹੈ ਨਾ ਕਿ ਉਹਨਾਂ ਨੂੰ ਵੀ ਸਪੇਸ ਮਿਲ ਜਾਊਗੀ। ਹਾਂ, ਚੰਗਾ ਤਾਂ ਹੈ। ਮੈਂ ਮਨ ਹੀ ਮਨ ਸੋਚਦੀ ਹਾਂ ਕਿ ਸਾਡੇ ਮਾਪਿਓ ਨੂੰ ਕੀ ਦਿੱਕਤ ਹੁੰਦੀ ਹੈ। ਜਿਸ ਸਮਾਜ ਦੀ ਉਹ ਦੁਹਾਈ ਦਿੰਦੇ ਹਨ, ਕਿ ਉਹ ਸਮਾਜ ਉਹਨਾਂ ਵਰਗੇ ਸੈਂਕੜੇ ਹਜ਼ਾਰਾਂ ਮਾਂ-ਬਾਪ ਤੋਂ ਨਹੀਂ ਬਣਿਆ। ਜੇਕਰ ਸਾਰੇ ਮਾਂ ਪਿਓ ਬਦਲ ਜਾਣ ਤਾਂ ਕੀ ਸਮਾਜ ਨਹੀਂ ਬਦਲ ਜਾਏਗਾ। ਘਰ ਵਾਲਿਆਂ ਦੀ ਪਸੰਦ ਦਾ ਵਿਆਹ ਕੀ ਅਜਿਹਾ ਰਾਮਬਾਣ ਹੈ ਜੋ ਇੱਕਦਮ ਹੀ ਸਭ ਚੰਗਾ ਤੇ ਮਨਜ਼ੂਰ ਕਰਨ ਲਾਇਕ ਹੋ ਜਾਂਦਾ ਹੈ। ਹੱਥ ਫੜਨ, ਗਲੇ ਮਿਲਣ, ਨਾਲ ਰਹਿਣ, ਸੈਕਸ ਕਰਨ, ਇੱਥੋਂ ਤੱਕ ਕਿ ਮੈਰੀਟਲ ਰੇਪ ਤੱਕ ਕਰਨ ਦੀ ਮਨਜ਼ੂਰੀ ਮਿਲ ਜਾਂਦੀ ਹੈ। ਵਿਆਹ ਅਜਿਹਾ ਕੀ ਬਦਲ ਦਿੰਦਾ ਹੈ। ਮੈਂ ਸਿਰਫ ਸੋਚਦੀ ਰਹਿੰਦੀ ਹਾਂ। ਅਗਲੇ ਸਟੇਸ਼ਨ ਦੇ ਕੋਲ ਇੱਕ ਵੱਡਾ ਮੈਟਰੋ ਸਟੇਸ਼ਨ ਹੈ, ਤਾਂ ਉੱਥੇ ਤਾਂ ਟਿਕਟ ਮਿਲਣੀ ਚਾਹੀਦੀ ਹੈ। ਉਹ ਬੋਲੀ ਅਤੇ ਮੈਨੂੰ ਟਿਕਟ ਮਿਲ ਗਈ। ਮੈਂ 2 ਲੈ ਲਈਆਂ, ਇੱਕ ਵਾਪਸ ਜਾਣ ਦੇ ਲਈ ਵੀ। ਸੁਨਹਿਰੀ ਨੇ ਮੈਨੂੰ ਵੀ ਆਪਣੇ ਨਾਲ ਪਾਰਟੀ 'ਚ ਆਉਣ ਲਈ ਕਿਹਾ। ਮੈਂ ਕਿਹਾ ਕਿ ਆਪਣੇ ਦੋਸਤਾਂ ਨੂੰ ਮਿਲ ਰਹੀ ਹਾਂ। ਉਹਨੇ ਝੱਟ ਹੀ ਉਹਨਾਂ ਨੂੰ ਵੀ ਸੱਦਾ ਦੇ ਦਿੱਤਾ ਅਤੇ ਕਿਹਾ ਕਿ ਪਾਰਟੀ ਚਾਰਲਸ ਬ੍ਰਿਜ ਦੇ ਸਾਹਮਣੇ ਵਾਲੇ ਬਾਰ 'ਚ ਹੈ। ਠੀਕ ਹੈ, ਮੈਂ ਆਵਾਂਗੀ, ਮੈਂ ਕਿਹਾ। ਵਲਤਾਵਾ ਨਦੀ ਉੱਤੇ ਬਣੇ ਚਾਰਲਸ ਬ੍ਰਿਜ ਉੱਤੇ ਪਹੁੰਚਣ ਤੋਂ ਪਹਿਲਾਂ ਖਿਆਲ ਆਇਆ, ਕਿੰਨਾ ਸੋਹਣਾ ਦੇਸ਼ ਹੈ ਇਹ। ਉਂਝ ਤਾਂ ਟਰਾਮ ਵਲਤਾਵਾ ਦੇ ਕਿਨਾਰੇ ਚੱਲਦੀ ਹੈ ਅਤੇ ਮੈਂ ਪੂਰੇ ਰਾਹ ਇਸ ਸ਼ਹਿਰ ਦੇ ਹੁਸਨ 'ਤੇ ਹੈਰਾਨ ਸੀ, ਪਰ ਸੁਨਹਿਰੀ ਮੇਰੇ ਨਾਲ ਸੀ ਤਾਂ ਸ਼ਾਇਦ ਜ਼ਿਆਦਾ ਨੋਟ ਨਹੀਂ ਕਰ ਸਕੀ। ਹੁਣ ਇਕੱਲੀ ਹੋਈ ਤਾਂ ਦੋਸਤਾਂ ਨੂੰ ਲੱਭਣ ਤੋਂ ਪਹਿਲਾਂ ਇਹ ਖੂਬਸੂਰਤੀ ਨੂੰ ਜੀ ਭਰ ਕੇ ਦੇਖ ਲੈਣਾ ਚਾਹਿਆ। ਵਲਤਾਵਾ ਨਦੀ ਦੇ ਕਿਨਾਰਿਆਂ 'ਤੇ ਬਣੀਆਂ ਇਮਾਰਤਾਂ ਗੌਥਿਕ ਅੰਦਾਜ਼ ਵਾਲੀਆਂ ਲੰਬੀਆਂ ਤਿੱਖੀਆਂ ਚੁੰਝਾਂ ਵਾਂਗ ਹਨ ਅਤੇ ਹਨੇਰੇ ਦੇ ਬੈਕਗ੍ਰਾਊਂਡ ਵਿੱਚ ਪੀਲੀ ਰੌਸ਼ਨੀ ਵਿੱਚ ਸੋਨੇ ਵਾਂਗ ਚਮਕ ਰਹੀਆਂ ਹਨ। ਪੂਰੇ ਬ੍ਰਿਜ ਉੱਤੇ ਲੋਕਾਂ ਨੇ ਆਪਣੇ ਕੈਮਰੇ ਸਟੈਂਡ ਉੱਤੇ ਸੈੱਟ ਕਰ ਰੱਖੇ ਸਨ। ਚਾਰਲਸ ਬ੍ਰਿਜ ਖੁਦ ਵੀ ਇੱਕ ਆਰਟ ਗੈਲਰੀ ਵਰਗਾ ਹੈ। ਇਹਦੇ ਦੋਨੋਂ ਪਾਸੇ 10 ਤੋਂ 12 ਫੁੱਟ ਲੰਬੀਆਂ 30 ਮੂਰਤੀਆਂ ਲੱਗੀਆਂ। ਇਹ ਮੂਰਤੀਆਂ ਵੱਖੋ ਵੱਖਰੇ ਸੰਤਾਂ ਦੀਆਂ ਅਤੇ ਧਿਆਨ ਨਾਲ ਵੇਖਣ 'ਤੇ ਕੁਝ ਨਾ ਕੁਝ ਕਹਾਣੀ ਦੱਸਦੀਆਂ ਹਨ। ਅਕਸ਼ੇ ਤਾਂ ਆ ਗਿਆ। ਕਿੰਮੀ ਦਾ ਕੁਝ ਪਤਾ ਹੀ ਨਹੀਂ। ਸਾਡੇ ਕੋਲ ਉਹਦਾ ਫੋਨ ਨੰਬਰ ਵੀ ਨਹੀਂ ਹੈ ਅਤੇ ਸੋਚਿਆ ਬ੍ਰਿਜ ਦੇ ਦੂਜੇ ਪਾਸੇ ਵੇਖ ਆਈਏ, ਕਿਤੇ ਉਹ ਦੂਜੇ ਪਾਸੇ ਨਾ ਇੰਤਜ਼ਾਰ ਕਰ ਰਹੀ ਹੋਵੇ। ਬ੍ਰਿਜ ਦੇ ਦੂਜੇ ਪਾਸੇ ਪੁਰਾਣਾ ਪਰਾਹਾ ਹੈ। ਉੱਥੇ ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਹੀ ਭੁੱਲ ਗਈ।
ਅੰਗਰੇਜ਼ੀ 'ਚ ਇਸ ਸ਼ਹਿਰ ਦਾ ਨਾਮ ਪ੍ਰਾਗ ਹੈ। ਉੱਥੋਂ ਦੇ ਲੋਕ ਇਹਨੂੰ ਪ੍ਰਾਹਾ ਕਹਿੰਦੇ ਹੈ। ਹੋਰ ਵੀ ਕਈ ਸ਼ਹਿਰਾਂ ਦੇ ਨਾਮ ਅੰਗਰੇਜ਼ੀ 'ਚ ਅਲੱਗ ਤੇ ਸਥਾਨਕ ਭਾਸ਼ਾ 'ਚ ਹੋਰ ਹੈ। ਖੈਰ ਮੈਨੂੰ ਪ੍ਰਾਗ ਤੋਂ ਜ਼ਿਆਦਾ ਪ੍ਰਾਹਾ ਪਸੰਦ ਆਇਆ ਤਾਂ ਹੁਣ ਮੈਂ ਪ੍ਰਾਹਾ ਹੀ ਬੋਲਾਂਗੀ। ਦੂਜੇ ਪਾਸੇ ਜਿਵੇਂ ਮੇਲਾ ਜਿਹਾ ਲੱਗਾ ਹੋਇਆ ਸੀ, ਤਰ੍ਹਾਂ ਤਰ੍ਹਾਂ ਦੇ ਕਰਤੱਵ ਹੋ ਰਹੇ ਸੀ। ਲੋਕ ਝੁੰਡ ਬਣਾ ਕੇ ਉਹਨਾਂ ਨੂੰ ਦੇਖ ਰਹੇ ਸਨ। ਇੱਕ ਜਨਾਬ ਇੱਕ ਮੇਜ਼ ਉੱਤੇ 25-30 ਛੋਟੇ ਵੱਡੇ ਕੱਚ ਦੇ ਗਲਾਸ ਰੱਖ ਉਹਨਾਂ ਉੱਪਰ ਉਂਗਲੀਆਂ ਨਾਲ ਮਿੱਠਾ ਸੰਗੀਤ ਵਜਾ ਰਿਹਾ ਸੀ। ਇੱਕ ਜਨਾਬ ਪਾਣੀ ਦੇ ਬੁਲਬੁਲੇ ਬਣਾ ਰਿਹਾ ਸੀ ਤੇ ਬੱਚੇ ਉਹਨਾਂ ਬੁਲਬੁਲਿਆਂ ਪਿੱਛੇ ਪਾਗਲ ਹੋ ਰਹੇ ਸੀ। ਪਤਾ ਨਹੀਂ ਬੱਚਿਆਂ ਦਾ ਇਹ ਬੁਲਬੁਲਿਆਂ ਨਾਲ ਕੀ ਰਿਸ਼ਤਾ ਹੁੰਦਾ ਹੈ। ਕਿਤੇ ਵੀ ਦਿਸਣ ਉਹ ਜ਼ਿੱਦ ਕਰਨ ਲੱਗਦੇ ਹੈ। ਪਤਾ ਨਹੀਂ ਕਿਹੜੀ ਜੰਨਤ ਕੈਦ ਹੁੰਦੀ ਹੈ ਇਹਨਾਂ ਵਿੱਚ। ਇਉਂ ਪਿੱਛੇ ਭੱਜਦੇ ਨੇ ਫੜਨ ਲਈ ਜਿਵੇਂ ਕਿ ਬੁਲਬੁਲਿਆਂ ਦੀ ਥਾਂ ਆਈਸਕ੍ਰੀਮ ਦੇ ਗੋਲੇ ਉੱਡ ਰਹੇ ਹੋਣ। ਖਾਣੇ ਦੇ ਸਟਾਲ ਲੱਗੇ ਸੀ, ਵੱਡੀਆਂ ਵੱਡੀਆਂ ਅੰਗੀਠੀਆਂ ਤੇ ਪੂਰੇ ਦਾ ਪੂਰਾ ਸੂਰ ਭੁੰਨਿਆ ਜਾ ਰਿਹਾ ਸੀ। ਥੱਲੇ ਰੱਖੇ ਸੁਲਗਦੇ ਅੰਗਾਰਿਆਂ ਤੇ ਮਾਸ ਗੋਲ ਗੋਲ ਘੁੰਮ ਰਿਹਾ ਸੀ ਤੇ ਖਰੀਦਦਾਰਾਂ ਨੂੰ ਉਸੇ ਵਿੱਚੋਂ ਟੁਕੜਾ ਕੱਟ ਕੇ ਦਿੱਤਾ ਜਾ ਰਿਹਾ ਸੀ। ਉਹਨੂੰ ਖਾਣ ਦਾ ਮਨ ਹੋਇਆ ਪਰ ਫੇਰ ਰਹਿਣ ਦਿੱਤਾ। ਇੱਕ ਦੂਜੀ ਤਰ੍ਹਾਂ ਦੀ ਛੋਟੀ ਅੰਗੀਠੀ ਉੱਤੇ ਫਿਰਕੀ ਵਰਗਾ ਕੁਝ ਘੁੰਮ ਰਿਹਾ ਸੀ। ਇਹ ਕਿੱਥੋਂ ਦੀ ਰਵਾਇਤੀ ਮਠਿਆਈ ਸੀ। ਖਾਣ 'ਚ ਥੋੜ੍ਹੀ ਥੋੜ੍ਹੀ ਸ਼ੱਕਰ ਪਾਰੇ ਵਰਗੀ ਹੈ ਪਰ ਘੱਟ ਮਿੱਠੀ ਤੇ ਭੁਰਭੁਰੀ। ਮੈਨੂੰ ਤਾਂ ਬਿਲਕੁਲ ਪਸੰਦ ਨਹੀਂ ਆਈ। ਕੁਝ ਲੋਕ ਵਿਚਕਾਰ ਗਾਣਾ ਗਾ ਰਹੇ ਸਨ ਤੇ ਕੁਝ ਸੰਗੀਤ ਵਜਾ ਰਹੇ ਸਨ। ਮੈਂ ਸੋਚਦੀ ਸੀ ਅੱਜ ਦਾ ਦਿਨ ਕੋਈ ਖਾਸ ਦਿਨ ਹੈ ਜਾਂ ਰੋਜ਼ ਹੀ ਇੱਥੇ ਐਵੇਂ ਮੇਲਾ ਲੱਗਦਾ। ਕਿੰਮੀ ਤਾਂ ਮਿਲੀ ਨਹੀਂ। ਮੈਂ ਅਕਸ਼ੇ ਨੂੰ ਸੁਨਹਿਰੀ ਦੇ ਸੱਦੇ ਦੇ ਬਾਰੇ ਦੱਸਿਆ ਤੇ ਅਸੀਂ ਉਹਦੇ ਦੱਸੇ ਬਾਰ ਦੇ ਵੱਲ ਚੱਲ ਪਏ। ਬਾਰ 'ਚ ਜਾਣਾ ਮੁਫਤ ਸੀ ਤੇ ਅੰਦਰ ਜਾਂਦੇ ਹੋਏ ਕਿਸੇ ਨੇ ਨੋਕ ਝੋਕ ਵੀ ਨਹੀਂ ਕੀਤੀ। ਅੰਦਰ ਜਾ ਕੇ ਪਤਾ ਲੱਗਾ ਕਿ ਇਹ ਕੋਈ ਐਸਾ ਵੈਸਾ ਬਾਰ ਨਹੀਂ ਸੀ। ਅੰਦਰ ਸੁਰੰਗ ਵਰਗੇ ਵੱਡੇ ਸਾਰੇ ਹਾਲ 'ਚ ਕਈ ਸਾਰੇ ਕਮਰੇ ਸਨ। ਕਿਤੇ ਡੀਜੇ ਲੱਗਿਆ ਸੀ, ਕਿਤੇ ਲੋਕ ਨੱਚ ਰਹੇ ਸੀ, ਕਿਤੇ ਬਾਰ ਸੀ ਤੇ ਲੋਕ ਪੀ ਰਹੇ ਸਨ। ਇੱਕ ਥਾਂ ਸੋਫੇ ਲੱਗੇ ਸੀ ਤੇ ਲੋਕ ਬੈਠੇ ਗੱਲਾਂ ਕਰ ਰਹੇ ਸੀ। ਇੱਕ ਥਾਂ ਵੱਡੀ ਟੀਵੀ ਸਕਰੀਨ ਉੱਤੇ ਕੁੜੀਆਂ ਬਿਨਾਂ ਕੱਪੜਿਆਂ ਦੇ ਪੂਲ ਡਾਂਸ ਕਰ ਰਹੀਆਂ ਸਨ। ਨੀਲੀ ਤੇ ਲਾਲ ਮੱਧਮ ਰੌਸ਼ਨੀ ਹਾਲ 'ਚ ਜਗ ਬੁਝ ਰਹੀ ਸੀ ਤਾਂ ਇਹ ਬਾਰ ਪਰ ਇੱਕ ਤਰ੍ਹਾਂ ਦੀ ਸ਼ਾਂਤੀ ਜਿਹੀ ਸੀ। ਇੱਥੇ ਲੋਕ ਚੁੱਪਚਾਪ ਐਵੇਂ ਬੀਅਰ ਪੀ ਰਹੇ ਸੀ ਤੇ ਗੱਲਾਂ ਕਰ ਰਹੇ ਸੀ ਜਿਵੇਂ ਉਹ ਬਾਰ 'ਚ ਨਹੀਂ ਆਫਿਸ 'ਚ ਹੋਣ। ਸੁਨਹਿਰੀ ਵੀ ਉੱਥੇ ਹੀ ਬਾਰ 'ਚ ਬੈਠੀ ਸੀ ਤੇ ਸਾਨੂੰ ਵੇਖ ਕੇ ਇੱਕਦਮ ਖਿੜ ਗਈ। ਉਹਨੇ ਸਾਨੂੰ ਆਪਣੇ ਬॉयਫ੍ਰੈਂਡ ਨਾਲ ਮਿਲਾਇਆ ਤੇ ਫਿਰ ਆਪਣੇ ਭਾਈ ਨਾਲ ਵੀ, ਜੋ ਉੱਥੇ ਫੋਟੋਗ੍ਰਾਫੀ ਕਰ ਰਿਹਾ ਸੀ। ਪਤਾ ਨਹੀਂ ਉਹਦੀ ਅੰਗਰੇਜ਼ੀ ਠੀਕ ਨਹੀਂ ਸੀ ਜਾਂ ਹੋਰ ਕੋਈ ਗੱਲ ਸੀ। ਉਹਨੇ ਨਿਮਰਤਾ ਨਾਲ ਸਾਨੂੰ ਹੈਲੋ ਕਿਹਾ ਤੇ ਫਿਰ ਆਪਣੇ ਕੰਮ 'ਚ ਰੁੱਝ ਗਿਆ। ਸੱਚੀ ਮੁੱਚੀ ਅਜਿਹਾ ਲੱਗ ਰਿਹਾ ਸੀ ਕਿ ਲੋਕ ਕੰਮ ਕਰਨ ਆਏ ਸਨ। ਕੋਈ ਉੱਚੀ ਆਵਾਜ਼ 'ਚ ਗੱਲ ਨਹੀਂ ਕਰ ਰਿਹਾ ਸੀ। ਖੈਰ ਅਸੀਂ ਕੁਝ ਡਰਿੰਕਸ ਆਰਡਰ ਕੀਤੇ ਜੋ ਕਿ ਇੱਕ ਚੰਗੇ ਬਾਰ ਦੇ ਹਿਸਾਬ ਨਾਲ ਕਾਫੀ ਸਸਤੇ ਸੀ। ਅਕਸ਼ੇ ਕਾਫੀ ਖੁਸ਼ ਸੀ ਤੇ ਸੁਨਹਿਰੀ ਉੱਤੇ ਮਰ ਮਿਟਿਆ ਸੀ। ਯਾਰ ਪਟਵਾ ਦੇ ਪਲੀਜ਼, ਉਹਨੇ ਕਿਹਾ। ਮੈਂ ਸੋਚਿਆ ਕਿ ਇਹ ਭਾਰਤੀ ਮੁੰਡੇ ਹਰ ਥਾਂ ਇੱਕੋ ਜਿਹੇ ਹੁੰਦੇ ਆ। ਮੈਂ ਕਿਹਾ ਕਿ ਉਹਦਾ ਬॉयਫ੍ਰੈਂਡ ਤੇ ਭਰਾ ਦੋਨੋਂ ਇੱਥੇ ਹੀ ਹੈ। ਆਪ ਹੀ ਪਟਾ ਲੈ ਭਾਈ। ਮੈਂ ਉਹਨਾਂ ਦੋਵਾਂ ਨੂੰ ਇਕੱਲੇ ਛੱਡ ਕੇ ਦੂਸਰੇ ਕਮਰੇ ਦੇਖਣ ਆ ਗਈ। ਇਸ ਕਮਰੇ 'ਚ 3 ਕੁੜੀਆਂ ਗੋਲਾਕਾਰ ਮੰਚ ਉੱਤੇ ਪੋਲ ਡਾਂਸ ਕਰ ਰਹੀਆਂ ਸੀ। ਉਹ ਆਉਂਦੀਆਂ ਤਾਂ ਕੱਪੜੇ ਪਾ ਕੇ ਪਰ ਇੱਕ ਇੱਕ ਕਰਕੇ ਸਭ ਉਤਾਰ ਦਿੰਦੀਆਂ ਤੇ ਸਿਰਫ ਅੰਡਰਵੇਅਰ 'ਚ ਪੋਲ ਨੂੰ ਫੜ ਕੇ ਨੱਚਦੀਆਂ। ਉਹਨਾਂ ਦੇ ਚਿਹਰੇ ਤੇ ਕੋਈ ਹਾਵ ਭਾਵ ਨਹੀਂ ਸੀ, ਨਾ ਕੋਈ ਮੁਸਕਰਾਹਟ, ਨਾ ਕੋਈ ਸ਼ਰਮ ਜਾਂ ਝਿਜਕ। ਇੱਥੋਂ ਦਾ ਮਾਹੌਲ ਇੱਕਦਮ ਨੀਰਸ ਸੀ। ਇੱਕ ਆਉਂਦੀ ਨੱਚਦੀ ਪੋਲ ਤੇ ਆਪਣੇ ਲਚਕੀਲੇ ਸਰੀਰ ਨੂੰ ਘੁਮਾਉਂਦੀ ਥੋੜ੍ਹੀ ਦੇਰ ਆਰਾਮ ਕਰਨ ਲਈ ਚਲੀ ਜਾਂਦੀ, ਫਿਰ ਉਹਦੀ ਜਗ੍ਹਾ ਦੂਸਰੀ ਲੈ ਲੈਂਦੀ। ਅਦਲਾ ਬਦਲੀ ਚੱਲਦੀ ਰਹਿੰਦੀ। ਇਸ ਕਮਰੇ 'ਚ 15-20 ਮੁੰਡੇ ਸੀ ਤੇ ਕਈ ਕੁਰਸੀਆਂ ਖਾਲੀ ਪਈਆਂ ਸੀ। ਉਹ ਚੁੱਪਚਾਪ ਬਿਨਾਂ ਕਿਸੇ ਹੁੱਲੜਬਾਜੀ ਦੇ ਬੀਅਰ ਪੀਂਦੇ, ਗੱਲ ਕਰਦੇ, ਵਿੱਚ ਨੱਚਦੀਆਂ ਕੁੜੀਆਂ ਨੂੰ ਦੇਖ ਰਹੇ ਸੀ। ਕੁੜੀਆਂ ਦੇ ਕੱਪੜੇ ਉਤਾਰਨ ਉੱਤੇ ਵੀ ਕੋਈ ਹੂਟੰਗ ਜਾਂ ਹੱਲਾ ਗੁੱਲਾ ਨਹੀਂ ਹੋ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ਇਸ ਕਮਰੇ 'ਚ ਸ਼ਾਇਦ ਸਭ ਤੋਂ ਜ਼ਿਆਦਾ ਖੁਸ਼ ਤੇ ਉਤਸ਼ਾਹਤ ਮੈਂ ਹੀ ਰਹੀ ਹੋਵਾਂਗੀ। ਮੇਰੇ ਪਿੱਛੇ ਸੁਨਹਿਰੀ ਵੀ ਆ ਗਈ। ਉਹਨੇ ਮੈਨੂੰ ਪੁੱਛਿਆ ਕਿ ਮੈਨੂੰ ਕਿਹੜੀ ਕੁੜੀ ਚੰਗੀ ਲੱਗੀ। ਮੈਨੂੰ ਤਾਂ ਸਾਰੀਆਂ ਹੀ ਚੰਗੀਆਂ ਲੱਗ ਰਹੀਆਂ ਸੀ, ਮੈਂ ਕਿਹਾ। ਉਹਨੇ ਦੱਸਿਆ ਕਿ ਲਾਲ ਵਾਲਾਂ ਵਾਲੀ ਨਵੀਂ ਹੈ ਜੋ ਜ਼ਿਆਦਾ ਮਿਹਨਤ ਕਰਦੀ ਦਿਖਾਈ ਦਿੰਦੀ ਹੈ। ਉਹਨੇ ਦੱਸਿਆ ਕਿ ਇਹਦਾ ਸਰੀਰ ਇੰਨਾ ਖਾਸ ਨਹੀਂ ਹੈ। ਮੈਨੂੰ ਤਾਂ ਖਾਸ ਲੱਗ ਰਹੀ ਸੀ। ਮੈਨੂੰ ਤਾਂ ਸਭ ਹੀ ਖਾਸ ਲੱਗ ਰਹੀਆਂ ਸਨ। ਸਭ ਦਾ ਸਰੀਰ ਤਰਾਸ਼ਿਆ ਹੋਇਆ ਸੀ। ਦੇਖਣ ਵਿੱਚ ਤਾਂ ਛੋਟੇ ਸਾਈਜ਼ ਦੀਆਂ ਵਧੀਆ ਲੱਗਦੀਆਂ। ਉਹਨਾਂ ਦੀ ਬਰਾ ਵੀ ਆਸਾਨੀ ਨਾਲ ਮਿਲ ਜਾਂਦੀ ਹੈ। ਦੌੜਨ ਭੱਜਣ 'ਚ ਆਸਾਨੀ ਹੁੰਦੀ ਹੈ। ਰੈਡੀਮੇਡ ਕੱਪੜੇ ਆਸਾਨੀ ਨਾਲ ਮਿਲ ਜਾਂਦੇ ਆ। ਉਂਝ ਵੀ ਅੰਗ ਦਾ ਸਾਈਜ਼ ਆਪਣੇ ਕੰਟਰੋਲ 'ਚ ਥੋੜ੍ਹਾ ਹੁੰਦਾ ਹੈ। ਜਿਸ ਚੀਜ਼ 'ਤੇ ਕੋਈ ਕੰਟਰੋਲ ਨਹੀਂ ਉਹਦਾ ਕੀ ਚੰਗਾ ਕੀ ਬੁਰਾ। ਮੈਂ ਇੱਥੇ ਕਾਫੀ ਦੇਰ ਹੋਰ ਰੁਕਦੀ ਪਰ ਤਦ ਪਿੱਛੋਂ ਇੱਕ ਹੂਟਿੰਗ ਦੀ ਆਵਾਜ਼ ਆਈ। ਹਾਓ, ਇਹ ਅਕਸ਼ੇ ਸੀ। 2 ਬੀਅਰ ਪੀਣ ਤੋਂ ਬਾਅਦ
ਨੰਗੀ ਕੁੜੀ ਵੇਖ ਕੇ ਕੋਈ ਵਿਰਲਾ ਹੀ ਭਾਰਤੀ ਮੁੰਡਾ ਹੋਏਗਾ ਜੋ ਇਨਸਾਨਾਂ ਦੀ ਕੁਆਲਿਟੀ ਦਿਖਾਏਗਾ। ਉਹ ਹੁਣ ਉਹਨਾਂ ਦੇ ਨਾਲ ਨੱਚਣਾ ਚਾਹੁੰਦਾ ਸੀ ਜਾਂ ਉਹ ਲੈਪ ਡਾਂਸ ਚਾਹੁੰਦਾ ਸੀ। ਹੁਣ ਉਹਨੂੰ ਇਹ ਲੱਗਣ ਲੱਗਾ ਕਿ ਸੁਨਹਿਰੀ ਇੱਥੇ ਆਉਂਦੀ ਹੈ ਤਾਂ ਉਹਨੂੰ ਵੀ ਇਵੇਂ ਨੰਗੇ ਨੱਚਣ 'ਚ ਕੋਈ ਦਿੱਕਤ ਨਹੀਂ ਹੋਏਗੀ। ਇਹ ਸਭ ਵਿਚਾਰ ਅਕਸ਼ੇ ਨੇ ਜਦੋਂ ਮੇਰੇ ਸਾਹਮਣੇ ਜ਼ਾਹਿਰ ਕੀਤੇ। ਇਸ ਤੋਂ ਪਹਿਲਾਂ ਕਿ ਸਾਨੂੰ ਧੱਕੇ ਮਾਰ ਕੇ ਕੱਢਿਆ ਜਾਂਦਾ, ਮੈਂ ਬਾਹਰ ਨਿਕਲਣਾ ਹੀ ਸੀ। ਸੁਨਹਿਰੀ ਨੇ ਵੀ ਸਾਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ। ਰਾਤ ਦੇ 12 ਵੱਜ ਰਹੇ ਸੀ। ਅੱਜ ਤਾਂ ਬਹੁਤ ਨਾਈਟ ਲਾਈਫ ਦੇਖ ਲਈ, ਹੁਣ ਵਾਪਸ ਚੱਲਣਾ ਚਾਹੀਦਾ। ਅਕਸ਼ੇ ਨੇ ਕਿਹਾ ਕਿ ਉਹ ਕੁਝ ਹੋਰ ਬਾਰ ਵੇਖਣ ਜਾਏਗਾ। ਮੈਂ ਉਹਦਾ ਸੱਦਾ ਨਿਮਰਤਾ ਨਾਲ ਅਸਵੀਕਾਰ ਕਰ ਦਿੱਤਾ। ਇੱਧਰ ਆਉਣ ਜਾਣ ਦੀ ਹੜਬੜੀ 'ਚ ਇਹ ਭੁੱਲ ਗਈ ਕਿ ਟੋਡ ਨੇ ਆਉਣ ਦਾ ਰਾਹ ਅਲੱਗ ਦੱਸਿਆ ਸੀ ਤੇ ਇਹ ਵੀ ਕਿ ਮੈਟਰੋ ਤੋਂ ਉਤਰ ਕੇ ਜੋ ਬੱਸ ਮਿਲਦੀ ਹੈ ਉਹ 12 ਵਜੇ ਤੋਂ ਬਾਅਦ ਬੰਦ ਹੋ ਜਾਏਗੀ। ਮੈਂ ਮੈਟਰੋ ਸਟੇਸ਼ਨ ਉੱਤੇ ਪਹੁੰਚ ਗਈ ਤੇ ਸੋਚਿਆ ਕਿ ਮੈਟਰੋ ਤਾਂ ਲੈ ਲਵਾਂ, ਅੱਗੇ ਦੀ ਅੱਗੇ ਦੇਖਾਂਗੇ। ਆਖਰੀ ਮੈਟਰੋ ਦਾ ਇੰਤਜ਼ਾਰ ਕਰਦੇ ਲੇਟ ਪਾਰਟੀਆਂ ਤੋਂ ਆਉਂਦੇ ਹੋਰ ਵੀ ਲੋਕ ਸਨ। ਮੁੰਡੇ ਕੁੜੀਆਂ ਆਪਣੇ ਆਪਣੇ ਝੁੰਡ 'ਚ ਗਾ ਰਹੇ ਸਨ। ਸਟੇਸ਼ਨ ਦਾ ਮਾਹੌਲ ਬਾਹਰ ਨਾਲੋਂ ਜ਼ਿਆਦਾ ਰੋਮਾਂਚਿਕ ਸੀ। 2 ਭੂਰੇ ਵਾਲਾਂ ਵਾਲੇ ਮੁੰਡੇ ਮੇਰੇ ਕੋਲ ਆਏ। ਮੈਥੋਂ ਪ੍ਰਾਹਾ ਵਿੱਚ ਕਿਤੇ ਜਾਣ ਦਾ ਪਤਾ ਪੁੱਛਣ ਲੱਗੇ। ਮੈਂ ਦੱਸਿਆ ਮੈਂ ਤਾਂ ਖੁਦ ਭੁੱਲੀ ਫਿਰਦੀ ਹਾਂ। ਦੋਨੋਂ ਸ਼ੈਤਾਨ ਵਾਲੀ ਹਾਸੀ ਹੱਸੇ ਤੇ ਬੋਲੇ, ਪਤਾ ਹੈ ਅਸੀਂ ਤਾਂ ਐਵੇਂ ਹੀ ਗੱਲ ਕਰਨ ਆ ਗਏ। ਦੋਨੋਂ ਪੀ ਕੇ ਟੁੰਨ ਸੀ। ਫਿਰ ਪੁੱਛਿਆ ਮੈਂ ਕਿੱਥੋਂ ਹਾਂ ਤੇ ਇੱਥੇ ਕੀ ਕਰ ਰਹੀ ਹਾਂ। ਮੈਂ ਦੱਸਿਆ ਕਿ ਮੈਂ ਭਾਰਤ ਤੋਂ ਹਾਂ ਤੇ ਘੁੰਮਣ ਨਿਕਲੀ ਹਾਂ। ਪਤਾ ਨਹੀਂ ਕੀ ਗੱਲ ਹੈ ਕਿ ਕੁੜੀ ਭਾਰਤ ਤੋਂ ਹੈ ਸੁਣ ਕੇ ਥੋੜ੍ਹਾ ਖਬਰਦਾਰ ਹੋ ਜਾਂਦੇ ਆ ਤੇ ਸਾਨੂੰ ਕੰਜ਼ਰਵੇਟਿਵ ਸਮਾਜ ਦਾ ਸਮਝ ਕੇ ਥੋੜ੍ਹਾ ਪਿੱਛੇ ਹੋ ਜਾਂਦੇ ਆ। ਦੋਨਾਂ ਨੇ ਇੱਕੋ ਸਾਹ ਕਿਹਾ ਕਿ ਮੇਰਾ ਵਿਆਹ ਹੋਇਆ। ਮੈਂ ਹਾਂ ਕਿਹਾ ਤਾਂ ਹੋਰ ਵੀ ਸਾਵਧਾਨ ਹੋ ਗਏ। ਫਿਰ ਪੁੱਛਿਆ ਕਿ ਆਸਟਰੀਆ ਜਾਣ ਦਾ ਇਰਾਦਾ ਹੈ ਤੇਰਾ। ਮੈਂ ਦੱਸਿਆ ਹਾਂ, ਸ਼ਾਇਦ ਵਿਆਨਾ ਜਾਵਾਂਗੀ। ਦੋਨੋਂ ਇੱਕੋ ਸਾਹ ਚੀਕੇ ਤੇ ਬੋਲੇ, ਹਰ ਕੋਈ ਵਿਆਨਾ ਕਿਉਂ ਜਾਣਾ ਚਾਹੁੰਦਾ ਆਸਟਰੀਆ 'ਚ। ਮੈਂ ਦੱਸਿਆ ਕਿ ਮੇਰਾ ਕੋਈ ਪੱਕਾ ਇਰਾਦਾ ਨਹੀਂ ਹੈ ਤੇ ਮੈਂ ਆਸਟਰੀਆ 'ਚ ਵਿਆਨਾ ਸ਼ਹਿਰ ਤੋਂ ਇਲਾਵਾ ਹੋਰ ਕਿਸੇ ਸ਼ਹਿਰ ਨੂੰ ਨਹੀਂ ਜਾਣਦੀ। ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਕੀ ਸਲਾਹ ਦਿੰਦੇ ਹਨ। ਉਹ ਦੋਨੋਂ ਪੱਛਮੀ ਆਸਟਰੀਆ ਦੇ ਸਨ। ਬੋਲੇ ਕਿ ਮੈਨੂੰ ਇਨਸਬਰੁਕ ਜਾਣਾ ਚਾਹੀਦਾ ਹੈ। ਉਹ ਵਿਆਨਾ ਦੇ ਭੀੜ ਭੜੱਕੇ ਤੋਂ ਕਿਤੇ ਜ਼ਿਆਦਾ ਸ਼ਾਂਤ ਤੇ ਸੋਹਣਾ ਹੈ। ਮੈਂ ਕਿਹਾ ਠੀਕ ਹੈ, ਮੈਂ ਇਨਸਬਰੁਕ ਚਲੀ ਜਾਵਾਂਗੀ। ਇਸ ਤਰ੍ਹਾਂ 2 ਤਮੀਜ਼ਦਾਰ ਸ਼ਰਾਬੀਆਂ ਨੇ ਮੇਰੀ ਸੋਚ ਵਿਆਨਾ ਦੀ ਜਗ੍ਹਾ ਇਨਸਬਰੁਕ ਦੇ ਵੱਲ ਮੋੜ ਦਿੱਤੀ। ਮੈਟਰੋ ਫੜ ਕੇ ਜਿੱਥੇ ਆਉਣਾ ਸੀ ਉੱਥੇ ਆ ਗਈ, ਪਰ ਇੱਥੋਂ ਘਰ ਜਾਣ ਲਈ ਬੱਸ ਤੇ 20 ਮਿੰਟ ਲੱਗਣੇ ਸੀ ਤੇ ਬੱਸ ਬੰਦ ਹੋ ਚੁੱਕੀ ਸੀ। ਇਹ ਵਾਲੀ ਮੈਟਰੋ ਵੀ ਆਖਰੀ ਸੀ। ਮੈਂ ਕੀ ਸੋਚ ਕੇ ਇੱਥੇ ਆ ਗਈ ਸੀ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤੇ ਰਹਿ ਕੇ ਖੁਦ ਉੱਤੇ ਗੁੱਸਾ ਵੀ ਆ ਰਿਹਾ ਸੀ। ਇੰਨਾ ਵੀ ਕਿਵੇਂ ਬੇਫਿਕਰ ਹੋ ਗਈ ਕਿ ਰਾਤ ਦੇ 1 ਵਜੇ ਬਿਨਾਂ ਦਿਸ਼ਾ, ਬਿਨਾਂ ਫੋਨ, ਬਿਨਾਂ ਨਕਸ਼ੇ ਦੇ ਨਵੇਂ ਸ਼ਹਿਰ 'ਚ ਪਹਿਲੇ ਹੀ ਦਿਨ ਗੁਆਚ ਗਈ। ਇਸ ਨਕਸ਼ੇ ਨੂੰ ਵੀ ਅੱਜ ਹੀ ਭੁੱਲਣਾ ਸੀ ਘਰ, ਜੋ ਮੇਰੀ ਕਦੇ ਆਦਤ ਨਹੀਂ ਰਹੀ। ਖੈਰ ਬੱਸ ਅੱਡੇ ਤੇ ਜਾ ਖੜੀ। 2 ਕੁੜੀਆਂ ਹੋਰ ਵੀ ਸੀ ਤਾਂ ਹੌਸਲਾ ਹੋ ਗਿਆ। ਇੱਕ ਕੁੜੀ ਨੂੰ ਪਤਾ ਦਿਖਾਇਆ ਤੇ ਪੁੱਛਿਆ ਕਿ ਬੱਸ ਆਏਗੀ। ਉਹਨੇ ਦੱਸਿਆ ਕਿ 1 ਹੀ ਜਾਏਗੀ ਹੁਣ ਤੇ ਉਹ ਵੀ ਸ਼ਾਇਦ ਇਸ ਪਤੇ ਉੱਤੇ ਨਹੀਂ ਜਾਏਗੀ। ਮੈਨੂੰ ਲੱਗਿਆ ਬੱਸ ਤਾਂ ਆਏਗੀ, ਕਿਤੇ ਤਾਂ ਜਾਏਗੀ। ਆਸੇ ਪਾਸੇ ਵੀ ਗਈ ਤਾਂ ਉੱਥੋਂ ਪੈਦਲ ਚਲੀ ਜਾਵਾਂਗੀ। ਮੈਨੂੰ ਸੱਚ 'ਚ ਨਹੀਂ ਪਤਾ ਸੀ ਕਿ ਮੈਂ ਸੋਚ ਕੀ ਰਹੀ ਸੀ। ਮੇਰੇ ਲਈ ਇਹ ਬਹੁਤ ਨਵਾਂ ਸੀ, ਇਉਂ ਬਿਨਾਂ ਸੋਚੇ ਸਮਝੇ ਕੁਝ ਕਰਨਾ। ਮੈਂ ਇੱਕ ਚੈਸ ਖਿਡਾਰਨ ਤੇ ਆਪਣੇ ਬਿਨਾਂ ਜਾਣੇ ਜ਼ਿਆਦਾ ਸੋਚਣ ਤੇ ਪਰੇਸ਼ਾਨ ਰਹਿੰਦੀ ਹਾਂ। ਮੈਨੂੰ ਕਿਸੇ ਵੀ ਹਾਲਾਤ ਤੇ 4 ਕਦਮ ਅੱਗੇ ਦੇ ਹਾਲਾਤ ਬਿਨਾਂ ਕੋਸ਼ਿਸ਼ ਤੋਂ ਪਤਾ ਹੁੰਦੇ ਹਨ। ਮੈਂ ਬੇਪਰਵਾਹ ਹੋ ਕੇ ਵੀ ਬੇਪਰਵਾਹ ਨਹੀਂ ਹੋ ਪਾਉਂਦੀ। ਅੱਜ ਸ਼ਾਇਦ 20 ਸਾਲਾਂ 'ਚ ਪਹਿਲੀ ਵਾਰ ਅਜਿਹਾ ਸੀ ਕਿ ਮੈਂ ਬਿਨਾਂ ਸੋਚੇ ਸਮਝੇ ਬਸ ਚਲੀ ਜਾ ਰਹੀ ਸੀ ਤੇ ਕਿੱਥੇ ਦੀ ਕਿੱਥੇ ਪਹੁੰਚ ਗਈ ਸੀ। ਮੈਨੂੰ ਖਿਝ ਵੀ ਚੜ੍ਹ ਰਹੀ ਸੀ ਤੇ ਹਾਸਾ ਵੀ ਆ ਰਿਹਾ ਸੀ ਆਪਣੀ ਹਾਲਤ ਤੇ। ਬੱਸ ਆਈ ਤੇ ਮੈਂ ਡਰਾਈਵਰ ਨੂੰ ਆਪਣਾ ਪਤਾ ਦਿਖਾਇਆ। ਉਸ ਜਨਾਬ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਪਤਾ ਨਹੀਂ ਕਿਵੇਂ ਮੈਨੂੰ ਲੱਗਿਆ ਕਿ ਇਸ ਕੋਲ ਤਾਂ ਬੱਸ ਹੈ, ਇਹ ਮੈਨੂੰ ਮੇਰੇ ਪਤੇ ਤੇ ਛੱਡ ਦੇਵੇਗਾ ਤਾਂ ਕੀ ਵਿਗੜ ਜਾਏਗਾ। ਪਰ ਇਸ ਜਨਾਬ ਨੂੰ ਤਾਂ ਪਤਾ ਹੀ ਸਮਝ 'ਚ ਨਹੀਂ ਆਇਆ। ਹੁਣ ਕੀ ਕਰਾਂ, ਕਿਤੇ ਦੂਜੀ ਦਿਸ਼ਾ ਵਿੱਚ ਤਾਂ ਨਹੀਂ ਜਾ ਰਹੀ। ਇੱਕ ਵਾਰ ਦੇ ਲਈ ਤਾਂ ਲੱਗਾ ਕਿ ਬੱਸ 'ਚ ਬੈਠੀ ਉਸ ਕੁੜੀ ਨੂੰ ਆਪਣੀ ਹਾਲਤ ਦੱਸਾਂ। ਸ਼ਾਇਦ ਤਰਸ ਕਰਕੇ ਉਹ ਮੈਨੂੰ ਆਪਣੇ ਘਰ ਲੈ ਜਾਏ। ਸ਼ਾਇਦ ਪੁੱਛ ਲੈਣਾ ਚਾਹੀਦਾ ਸੀ, ਪਰ ਪਤਾ ਨਹੀਂ ਕੀ ਸੋਚ ਕੇ ਜਾਂ ਬਿਨਾਂ ਸੋਚੇ ਅਗਲੇ ਅੱਡੇ ਉੱਤੇ ਉਤਰ ਗਈ। ਰਾਤ ਬੀਤ ਰਹੀ ਸੀ। ਬੱਸ ਅੱਡੇ ਤੇ ਇੱਕ ਪੰਛੀ ਵੀ ਨਹੀਂ ਸੀ। ਹੁਣ ਮੈਂ ਹਰ ਚੀਜ਼ ਤੋਂ ਅਣਜਾਣ ਸੀ। ਹੁਣ ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਮੈਂ ਕਿੱਥੇ ਹਾਂ ਤੇ ਬੱਸ ਜਾਣ ਤੋਂ ਬਾਅਦ ਤਾਂ ਲੱਗਿਆ ਕਿ ਆਖਰੀ ਸੰਪਰਕ ਵੀ ਟੁੱਟ ਗਿਆ। ਇੱਕ ਤੋਂ ਬਾਅਦ ਇੱਕ ਬਿਨਾਂ ਸੋਚੇ ਹੋਏ ਚਾਲਾਂ ਚੱਲੀ ਜਾ ਰਹੀ ਸੀ। ਇੱਥੇ ਇਕੱਲੀ ਖੜੀ ਨੂੰ ਮੈਨੂੰ ਡਰ ਲੱਗਣਾ ਚਾਹੀਦਾ ਸੀ, ਪਰ ਪਤਾ ਨਹੀਂ ਕਿਉਂ ਲੱਗ ਨਹੀਂ ਰਿਹਾ ਸੀ। ਡਰ ਦੂਰ ਦੂਰ ਤੱਕ ਨਹੀਂ ਸੀ ਉੱਥੇ, ਬਸ ਇਹ ਜਾਣਨਾ ਚਾਹੁੰਦੀ ਸੀ ਕਿ ਅੱਗੇ ਕੀ ਹੋਏਗਾ।
ਮੈਂ ਜਿਵੇਂ ਕੋਈ ਕਹਾਣੀ ਦਾ ਪਾਤਰ ਸੀ ਤੇ ਉਹਦੀ ਪਾਠਕ ਵੀ। ਮੈਂ ਅੱਗੇ ਜਾਣਾ ਸੀ ਤੇ ਜਾਣਨ ਦੀ ਇੱਛਾ ਵੀ ਸੀ ਕਿ ਕਿਵੇਂ ਜਾਵਾਂਗੀ, ਕਿੱਥੇ ਜਾਵਾਂਗੀ ਵੀ ਕਿ ਨਹੀਂ। ਤਦ ਹੀ ਦੂਰ ਤੋਂ ਦੋ ਪਰਛਾਈਆਂ ਚਲਦੀਆਂ ਨਜ਼ਰ ਆਈਆਂ। ਚੰਗਾ ਲੱਗਿਆ ਕਿ ਕੋਈ ਤਾਂ ਹੱਲ ਮਿਲੇਗਾ ਇਹਨਾਂ ਤੋਂ। ਕੁਝ ਉਮੀਦ ਜਾਗੀ। ਉਹ ਡਿੱਗਦੇ ਫਿਰਦੇ ਆ ਰਹੇ ਸੀ ਤੇ ਵਿੱਚ ਦੀ ਚੀਕਾਂ ਮਾਰ ਰਹੇ ਸੀ। ਨੇੜੇ ਆਉਣ ਤੇ ਉਹ ਪਰਛਾਈ ਇੱਕ ਔਰਤ ਨਿਕਲੀ ਤੇ ਇੱਕ ਮਰਦ। ਦੋਨਾਂ ਨੇ ਪੀਤੀ ਹੋਈ ਸੀ। ਮਰਦ ਨੇ ਸ਼ਾਇਦ ਜ਼ਿਆਦਾ ਪੀਤੀ ਸੀ। ਔਰਤ ਸੰਭਾਲ ਰਹੀ ਸੀ। ਵਿੱਚ ਉਹ ਤੇ ਗੁੱਸਾ ਵੀ ਕਰਦੀ ਸੀ ਤੇ ਫਿਰ ਸੰਭਾਲਦੀ ਸੀ। ਕੋਲ ਆਉਣ ਤੇ ਆਦਮੀ ਰੋਂਦਾ ਲੱਗ ਰਿਹਾ ਸੀ। ਫਿਰ ਉਹ ਦੋਵੇਂ ਇੱਕ ਦੂਜੇ ਨੂੰ ਚੁੰਮਦੇ ਲੱਗਦੇ ਸਨ। ਕਈ ਵਾਰ ਫਿਰ ਝੜਪ ਪੈਂਦੇ, ਫਿਰ ਲਾਡ ਕਰਦੇ। ਇਹਨਾਂ ਤੋਂ ਵੀ ਪੁੱਛਣ ਦਾ ਕੋਈ ਫਾਇਦਾ ਨਹੀਂ, ਬਸ ਇਹ ਇੱਥੇ ਹਨ ਤਾਂ ਇੱਕ ਤਸੱਲੀ ਜਿਹੀ ਹੈ। ਸੜਕ ਤੇ ਇੱਕ ਦੋ ਗੱਡੀਆਂ ਆਉਂਦੀਆਂ ਜਾਂਦੀਆਂ, ਪਰ ਹੌਲੀ ਹੌਲੀ ਇਹ ਆਵਾਜਾਈ ਘੱਟ ਹੁੰਦੀ ਦਿਖਾਈ ਦਿੰਦੀ ਹੈ। ਸੋਚਦੀ ਹਾਂ ਕਿਸੇ ਨੂੰ ਰੋਕ ਕੇ ਛੱਡਣ ਦੀ ਬੇਨਤੀ ਕਰਾਂ, ਕੋਈ ਨਾ ਕੋਈ ਤਾਂ ਮੰਨ ਹੀ ਜਾਏਗਾ। ਦੂਰ ਤੋਂ ਆਉਂਦੀ ਗੱਡੀ ਨੂੰ ਮੈਂ ਪੂਰੀ ਉਮੀਦ ਨਾਲ ਦੇਖਦੀ ਹਾਂ ਕਿ ਉਹ ਤੋਂ ਪੁੱਛਾਂਗੀ, ਪਰ ਨੇੜੇ ਆਉਣ ਤੇ ਉਹ ਪੂਰੀ ਤੇਜ਼ੀ ਨਾਲ ਅੱਗੇ ਟੱਪ ਜਾਂਦੀ ਹੈ। ਸ਼ਾਇਦ ਦੂਰ ਤੋਂ ਹੀ ਹੱਥ ਹਿਲਾਉਣਾ ਪਏਗਾ। ਇਸ ਵਾਰ ਜੋ ਵੀ ਗੱਡੀ ਆਏਗੀ ਉਹਨੂੰ ਪੱਕਾ ਪੁੱਛਾਂਗੀ ਤਾਂ ਮੈਂ ਤਿਆਰ ਹੋ ਕੇ ਖੜ ਜਾਂਦੀ ਹਾਂ। ਮੈਂ ਨਿਗਾਹ ਟਿਕਾ ਕੇ ਦੂਰ ਆਉਂਦੀਆਂ ਗੱਡੀਆਂ ਦੀ ਰੌਸ਼ਨੀ ਨੂੰ ਦੇਖਦੀ ਹਾਂ, ਪਰ ਇਹ ਦੋਨੋਂ ਤਾਂ ਟਰੱਕ ਨਿਕਲੇ। ਹੁਣ ਟਰੱਕ ਵਾਲਾ ਤਾਂ ਕੋਈ ਛੱਡਣ ਨਹੀਂ ਜਾਏਗਾ ਨਾ। ਮੈਂ ਲਗਾਤਾਰ ਆ ਰਹੀਆਂ ਗੱਡੀਆਂ ਦੀ ਰੌਸ਼ਨੀ ਨੂੰ ਘੂਰ ਰਹੀ ਹਾਂ ਕਿ ਇੱਕ ਗੱਡੀ ਕੋਲ ਆ ਕੇ ਰੁਕ ਜਾਂਦੀ ਹੈ। ਇਹ ਟੈਕਸੀ ਸੀ। ਲੈ ਲੈਣੀ ਚਾਹੀਦੀ ਹੈ ਕਿ ਨਹੀਂ? ਸ਼ਾਇਦ ਹਾਂ, ਪਰ ਮੈਂ ਨਹੀਂ ਲਈ। ਪੁੱਛੋਗੇ ਕਿਉਂ? ਪਤਾ ਨਹੀਂ ਕਿਉਂ। ਕੋਈ ਵੀ ਕੰਮ ਸੋਚ ਕੇ ਥੋੜਾ ਕਰ ਰਹੀ ਸੀ ਅੱਜ। ਟੈਕਸੀ ਦੇਖ ਕੇ ਪਹਿਲਾ ਵਿਚਾਰ ਮਨਾ ਕਰਨ ਦਾ ਆਇਆ ਤਾਂ ਇਨਕਾਰ ਕਰ ਦਿੱਤਾ, ਪਰ ਹੁਣ ਮੈਂ ਫੇਰ ਗੱਡੀਆਂ ਘੂਰਨ ਲੱਗੀ। 10-15 ਮਿੰਟ ਹੋਰ ਬੀਤ ਗਏ। ਪਤਾ ਨਹੀਂ ਉਹ ਦੋਨੋਂ ਕਿਸ ਸਮੇਂ ਕਿੱਥੇ ਚਲੇ ਗਏ। ਹੁਣੇ ਤਾਂ ਇੱਥੇ ਸੀ। ਹੁਣ ਤੱਕ ਤਾਂ ਲੱਗਦਾ ਸੀ ਇਹ ਦੋਨੋਂ ਕਿਤੇ ਵੀ ਜਾਣਗੇ ਤਾਂ ਇਹਨਾਂ ਨਾਲ ਹੀ ਚਲੀ ਜਾਵਾਂਗੀ, ਪਰ ਹੁਣ ਤਾਂ ਆਖਰੀ ਸਹਾਰਾ ਵੀ ਛੁੱਟ ਗਿਆ। ਹੁਣ ਜੇਕਰ ਕੋਈ ਵੀ ਟੈਕਸੀ ਆਈ ਤਾਂ ਲੈ ਲਵਾਂਗੀ। ਗੱਡੀਆਂ ਰੁਕਦੀਆਂ ਨਹੀਂ ਸਨ ਤੇ ਟਰੱਕ ਮੈਂ ਰੋਕਣੇ ਨਹੀਂ। ਹੁਣ ਥਕਾਵਟ ਵੀ ਹੋ ਰਹੀ ਸੀ ਤੇ ਮੈਂ ਇੱਥੇ ਸੌਣ ਦਾ ਮਨ ਬਣਾਉਣ ਲੱਗੀ ਸੀ। ਤਦ ਇੱਕ ਹੋਰ ਟੈਕਸੀ ਸਾਹਮਣੇ ਆ ਕੇ ਰੁਕਦੀ ਹੈ। ਮੈਂ ਪਹਿਲਾਂ ਸਵਾਲ ਕਰਦੀ ਹਾਂ, ਮੀਟਰ ਤੇ ਚੱਲੋਗੇ? ਜਵਾਬ ਹਾਂ 'ਚ ਸੁਣ ਕੇ ਆਪਣਾ ਪਤਾ ਦੱਸ ਕੇ ਬੈਠ ਜਾਂਦੀ ਹਾਂ। ਪਤਾ ਨਹੀਂ ਇਹ ਬੇਫਿਕਰ ਹੋਣ ਦਾ ਕਿਹੋ ਜਿਹਾ ਅਹਿਸਾਸ ਸੀ। ਰਾਹ 'ਚ ਮੈਂ ਡਰਾਈਵਰ ਨੂੰ ਪੁੱਛਦੀ ਹਾਂ ਕਿ ਪਰਾਹਾ ਕਿੰਨਾ ਕੁ ਸੁਰੱਖਿਅਤ ਜਾਂ ਅਸੁਰੱਖਿਅਤ ਹੈ। ਡਰਾਈਵਰ, ਜੋ ਕਿ ਕਾਫੀ ਚੰਗੀ ਅੰਗਰੇਜ਼ੀ ਜਾਣਦਾ ਸੀ, ਦੱਸਦਾ ਹੈ ਕਿ ਕੁਝ ਕੁ ਇਲਾਕਿਆਂ 'ਚ ਰਾਤ ਨੂੰ ਜ਼ਿਆਦਾ ਪੈਸੇ ਲੈ ਕੇ ਨਹੀਂ ਨਿਕਲਣਾ ਚਾਹੀਦਾ। ਉਹ ਕਹਿੰਦਾ ਹੈ ਕਿ ਬਾਹਰ ਦੇ ਲੋਕਾਂ ਦੇ ਕਰਕੇ ਚੋਰੀ ਦੀਆਂ ਘਟਨਾਵਾਂ ਵੱਧ ਗਈਆਂ ਹਨ। ਮੈਂ ਪੁੱਛਿਆ ਕਿ ਕੁੜੀਆਂ ਲਈ ਕਿੰਨਾ ਸੁਰੱਖਿਅਤ ਹੈ ਤਾਂ ਉਹਨੂੰ ਮੇਰਾ ਸਵਾਲ ਸ਼ਾਇਦ ਸਮਝ ਨਹੀਂ ਆਇਆ, ਜਾਂ ਪਤਾ ਨਹੀਂ ਕੀ। ਉਹ ਫਿਰ ਉਹੀ ਕਹਿੰਦਾ ਕਿ ਕੀਮਤੀ ਸਮਾਨ ਲੈ ਕੇ ਇਕੱਲੇ ਨਹੀਂ ਬਾਹਰ ਨਿਕਲਣਾ ਚਾਹੀਦਾ। ਸ਼ਾਇਦ ਉਹਨੂੰ ਲੱਗਿਆ ਕਿ ਮੈਂ ਉਹਨੂੰ ਸਮਝੀ ਨਹੀਂ ਤਾਂ ਮੈਂ ਸਾਫ਼ ਸ਼ਬਦਾਂ 'ਚ ਪੁੱਛਿਆ, ਇਕੱਲੀ ਕੁੜੀ ਲਈ ਇਹ ਸ਼ਹਿਰ ਕਿੰਨਾ ਕੁ ਸੁਰੱਖਿਅਤ ਹੈ? ਛੇੜਛਾੜ ਕਿੰਨੀ ਆਮ ਹੈ ਇੱਥੇ? ਉਹ ਫਖਰ ਨਾਲ ਮਿਲੀ ਜੁਲੀ ਆਵਾਜ਼ 'ਚ ਬੋਲਿਆ, Prague is very safe. I have not heard of anything in my 40 years of life. ਇਸ ਸਮੇਂ ਘਰ 'ਚ ਚਹਿਲ ਪਹਿਲ ਸੀ। ਜੋ ਲੋਕ ਪਾਰਟੀਆਂ ਤੋਂ ਆ ਗਏ ਸੀ ਰਸੋਈ 'ਚ ਬੈਠ ਕੇ ਗੱਲਾਂ ਕਰ ਰਹੇ ਸੀ, ਇੱਕ ਦੂਜੇ ਨਾਲ ਜਾਣ ਪਹਿਚਾਣ ਕਰ ਰਹੇ ਸੀ। ਟੋਡ ਵੀ ਸਾਰਿਆਂ ਦੇ ਨਾਲ ਬੈਠਾ ਹੋਇਆ ਸੀ। ਇਸ ਸਮੇਂ ਮੇਰਾ ਕਿਸੇ ਨਾਲ ਵੀ ਗੱਲ ਕਰਨ ਦਾ ਮਨ ਨਹੀਂ ਸੀ। ਮੈਂ ਪਰਸੋਂ ਬ੍ਰਾਤਿਸਲਾਵਾ ਜਾਣਾ ਸੀ ਤੇ ਨਾ ਜਾਣ ਦਾ ਇੰਤਜ਼ਾਮ ਹੋਇਆ, ਨਾ ਰਹਿਣ ਦਾ। ਮੈਨੂੰ ਉਹਦੀ ਫਿਕਰ ਸੀ। ਮੈਨੂੰ ਟੋਡ ਦਾ ਲੈਪਟਾਪ ਖਾਲੀ ਦਿਸਿਆ ਤਾਂ ਮੈਂ ਪੁੱਛਿਆ ਕਿ ਮੈਂ ਥੋੜਾ ਸਮਾਂ ਇਸਤੇਮਾਲ ਕਰ ਲਵਾਂ। ਗੋ ਫॉर ਇਟ, ਟੋਡ ਨੇ ਕਿਹਾ ਤਾਂ ਮੈਂ ਜਲਦੀ 10-15 ਮੇਜ਼ਬਾਨ ਲੱਭ ਕੇ ਉਹਨਾਂ ਨੂੰ ਬੇਨਤੀ ਭੇਜ ਦਿੱਤੀ। ਲੱਗੇ ਹੱਥ ਬੁੱਢਾ ਪੋਸਟ ਵਿਆਨਾ, ਬਰਨ ਤੇ ਇਨਸਬਰੁਕ ਵਿੱਚ ਲੋਕਾਂ ਨੂੰ ਲਿਖ ਦਿੱਤਾ। ਸਾਰਿਆਂ ਨੂੰ ਇੱਕ ਹੀ ਸੁਨੇਹਾ ਕਾਪੀ ਪੇਸਟ ਕਰਕੇ ਭੇਜ ਦਿੱਤਾ। ਹੈਲੋ, ਮਾਈ ਨੇਮ ਇਜ਼ ਆਨੂ। I am traveling alone for the first time in Europe. If you could host me, I can make amazing Indian food for you and your family. I don't need a big place. A corner for my sleeping bag would be sufficient. A day or two would be great. Thank you. ਪਹਿਲਾਂ ਭੇਜੀਆਂ ਬੇਨਤੀਆਂ ਦਾ ਤਾਂ ਕੋਈ ਜਵਾਬ ਨਹੀਂ ਆਇਆ ਸੀ। ਹੁਣ ਸਾਰੀ ਫੇਰ ਲਿਖੀ। ਇਹ ਸੋਚਦੇ ਮੈਂ ਸੌਂ ਗਈ ਕਿ ਕੱਲ ਤੱਕ ਜ਼ਰੂਰ ਕੁਝ ਇੰਤਜ਼ਾਮ ਹੋ ਜਾਏਗਾ। ਸਵੇਰੇ ਉੱਠੀ ਤਾਂ ਲੱਗਿਆ ਕਿ ਕਿਸੇ ਪਿੰਡ 'ਚ ਵਿਆਹ ਵਾਲੇ ਘਰ 'ਚ। ਆਸੇ-ਪਾਸੇ ਸਾਰੇ ਲੋਕ ਬਿਸਤਰੇ ਵਿਛਾ ਕੇ ਪਏ ਸੀ। ਰਾਤ ਨੂੰ ਸੁੱਤੀ ਤਾਂ ਕੋਈ ਨਹੀਂ ਸੀ। ਇਹ ਸਭ ਕਿੱਥੋਂ ਤੇ ਕਦੋਂ ਆ ਗਏ? ਸਭ ਦੇ ਉੱਪਰੋਂ ਲੰਘ ਟੱਪ ਕੇ ਬਾਹਰ ਜਾਂਦੀ ਹਾਂ ਤਾਂ ਟੋਡ ਰਸੋਈ 'ਚ ਕੰਪਿਊਟਰ ਉੱਤੇ ਕੰਮ ਕਰ ਰਿਹਾ ਸੀ। ਨਾਸ਼ਤਾ ਮੇਜ਼ ਤੇ ਲੱਗਾ ਹੋਇਆ ਸੀ। ਤਾਜ਼ਾ ਬ੍ਰੈਡ, ਤਰ੍ਹਾਂ ਦੀ ਜੈਮ, ਮੱਖਣ, ਪਨੀਰ, ਕੇਲੇ। ਇਹ ਸਭ ਕਿੱਥੋਂ ਆਇਆ? ਘਰ ਹੈ ਜਾਂ ਜਾਦੂ? ਕਿੱਥੋਂ ਇਹ ਸਭ ਸਮਾਨ ਆਉਂਦਾ? ਟੋਡ ਦੱਸਦਾ ਹੈ
ਕਿ ਰੋਜ਼ ਸਵੇਰੇ ਸਭ ਦੇ ਲਈ ਬ੍ਰੈਡ ਬੇਕ ਕਰਦਾ ਹੈ। ਲੋਕ ਕੁਝ ਨਾ ਕੁਝ ਲੈ ਆਉਂਦੇ ਹੈ ਤੇ ਰੱਬ ਦੀ ਰਹਿਮਤ ਨਾਲ ਸਭ ਨੂੰ ਨਾਸ਼ਤਾ ਮਿਲ ਜਾਂਦਾ ਹੈ। ਕੌਣ ਲੋਕ? ਮੈਂ ਤਾਂ ਕੁਝ ਵੀ ਨਹੀਂ ਲਿਆਈ। ਤਾਂ ਟੋਡ ਹੱਸਦਾ ਹੈ, ਕਹਿੰਦਾ ਉਹਨੂੰ ਵੀ ਪਤਾ ਨਹੀਂ ਕਿ ਕੌਣ ਕੀ ਲਿਆਇਆ, ਪਰ ਹੁਣ ਤਾਂ ਸਭ ਇੱਥੇ ਹੈ ਤਾਂ ਤੂੰ ਖਾ। ਹੁਣ ਤਾਂ ਜਾਣਨਾ ਪਏਗਾ ਕੌਣ ਹੋ ਤੁਸੀਂ ਜਨਾਬ। ਉਹ ਇੱਕ ਡਾਕਟਰ ਹੈ ਜਿਹਨੇ ਉੜੀਸਾ, ਕਲਕੱਤੇ ਦੇ ਪਿੰਡਾਂ ਤੋਂ ਲੈ ਕੇ ਅਫਰੀਕਾ ਦੇ ਜੰਗਲਾਂ ਤੇ ਅਫਗਾਨਿਸਤਾਨ ਦੇ ਰੋਹੀ ਬੀਆਬਾਨਾਂ 'ਚ ਕੰਮ ਕੀਤਾ ਹੈ। ਟੋਡ ਡਾਕਟਰਸ ਵਿਦਆਊਟ ਬਾਰਡਰਸ ਦੇ ਨਾਲ ਕੰਮ ਕਰਦਾ ਹੈ ਤੇ ਦੁਨੀਆ ਦੇ ਸਾਰੇ ਕੋਨਿਆਂ 'ਚ ਜ਼ਰੂਰਤ ਪੈਣ 'ਤੇ ਜਾਂਦਾ ਹੈ। ਅਜਿਹੇ ਵੀ ਡਾਕਟਰ ਹੁੰਦੇ ਹਨ। ਉਹ ਹੁਣ 3 ਮਹੀਨੇ ਦੀ ਛੁੱਟੀ ਉੱਤੇ ਹੈ ਤੇ ਇਸ ਘਰ ਨੂੰ ਕਿਰਾਏ 'ਤੇ ਲੈ ਕੇ ਉਹਨੇ ਕਮਿਊਨ ਬਣਾ ਦਿੱਤਾ ਹੈ। ਉਹ ਅਜਿਹਾ ਕਿਉਂ ਕਰਦਾ ਹੈ? ਮੇਰੇ ਮਨ 'ਚ ਪਹਿਲਾ ਸਵਾਲ ਇਹੀ ਸੀ, ਪਰ ਅਸੀਂ ਕੁਝ ਵੀ ਕਦੇ ਕਿਉਂ ਕਰਦੇ ਹਾਂ? ਮੈਂ ਇਸ ਤਰ੍ਹਾਂ ਇਕੱਲੀ ਕਿਉਂ ਘੁੰਮ ਰਹੀ ਹਾਂ? ਤੁਸੀਂ ਕਿਉਂ ਨਹੀਂ ਘੁੰਮ ਰਹੇ? ਮੈਂ ਉਹ ਕਰਦੀ ਹਾਂ ਜਿਹਨੂੰ ਕਰਨ ਨਾਲ ਮੈਨੂੰ ਖੁਸ਼ੀ ਮਿਲਦੀ ਹੈ। ਤੁਸੀਂ ਵੀ ਸ਼ਾਇਦ ਉਹੀ ਕਰਦੇ ਹੋ। ਟੋਡ ਨੂੰ ਰੋਜ਼ ਨਵੇਂ ਲੋਕਾਂ ਨਾਲ ਮਿਲਣਾ, ਉਹਨਾਂ ਬਾਰੇ ਜਾਣਨਾ, ਉਹਨਾਂ ਦੀਆਂ ਕਹਾਣੀਆਂ ਸੁਣਨਾ ਤੇ ਜੋ ਪੈਸੇ ਦੀ ਕਮੀ ਕਰਕੇ ਘੁੰਮ ਨਹੀਂ ਸਕਦੇ ਉਹਨਾਂ ਦੀ ਮਦਦ ਕਰਕੇ ਖੁਸ਼ੀ ਮਿਲਦੀ ਹੈ। ਇਸ ਲਈ ਉਹ ਅਜਿਹਾ ਕਰਦਾ ਹੈ। ਉਹ ਰਾਤ ਨੂੰ ਪਤਾ ਨਹੀਂ ਕਦੋਂ ਸੌਂਦਾ ਹੈ। ਮਹਿਮਾਨ ਰਾਤ ਨੂੰ ਅਲੱਗ-ਅਲੱਗ ਸਮੇਂ 'ਤੇ ਘਰ 'ਚ ਆਉਂਦੇ ਹੈ। ਸਭ ਲਈ ਦਰਵਾਜ਼ਾ ਉਹੀ ਖੋਲ੍ਹਦਾ ਹੈ। ਹਲਕੀ ਜਿਹੀ ਆਵਾਜ਼ 'ਤੇ ਉਹ ਜਾਗ ਜਾਂਦਾ ਹੈ। ਜੋ ਰਾਤ 2 ਵਜੇ ਦੇ ਲਗਭਗ ਤੱਕ ਮੈਂ ਦੇਖਿਆ ਆਪਣੇ ਮਹਿਮਾਨਾਂ ਨਾਲ ਗੱਲਬਾਤ ਕਰ ਰਿਹਾ ਸੀ, ਉਹੀ ਸਵੇਰੇ 7 ਵਜੇ ਤੋਂ ਪਹਿਲਾਂ ਉਹਨਾਂ ਦੇ ਨਾਸ਼ਤੇ ਦੀ ਤਿਆਰੀ 'ਚ ਲੱਗਾ ਹੋਇਆ ਸੀ। ਕੋਈ ਵੀ ਮਹਿਮਾਨ ਉਹਦੇ ਘਰ 2 ਦਿਨ ਹੀ ਰੁਕ ਸਕਦਾ ਹੈ, ਜੇਕਰ ਉਹਦੇ ਸਾਹਮਣੇ ਕੋਈ ਬਹੁਤ ਜ਼ਰੂਰੀ ਕਾਰਨ ਨਾ ਹੋਵੇ ਹੋਰ ਰੁਕਣ ਦਾ। ਟੋਡ ਰੋਜ਼ ਨਾਸ਼ਤੇ ਤੋਂ ਬਾਅਦ ਆਪਣੇ ਕੰਮ 'ਤੇ ਚਲਾ ਜਾਂਦਾ ਹੈ। ਨਾ ਕੰਮ ਨਾਲ ਸਮਝੌਤਾ, ਨਾ ਹੀ ਕਮਿਊਨ ਚਲਾਉਣ 'ਚ ਕੋਈ ਢਿੱਲ ਕਰਦਾ ਹੈ। ਜਦ ਅਸੀਂ ਕੁਝ ਸਹੀ ਕੰਮ ਕਰ ਰਹੇ ਹੁੰਦੇ ਹਾਂ ਤਦ ਸਾਡੇ ਅੰਦਰ ਅਜਿਹੀ ਊਰਜਾ ਪੂਰੀ ਭਰੀ ਰਹਿੰਦੀ ਹੈ, ਸ਼ਾਇਦ, ਜੋ ਨਾ ਥੱਕਣ ਦਿੰਦੀ ਹੈ ਨਾ ਨਿਰਾਸ਼ ਹੋਣ। ਟੋਡ ਤੇ ਉਹਦਾ ਇਹ ਘਰ ਲੋਕਾਂ ਦੀ ਅੰਦਰਲੀ ਚੰਗਿਆਈ ਨੂੰ ਬਾਹਰ ਲੈ ਕੇ ਆਉਂਦੇ ਹੈ। ਤਦ ਹੀ ਇੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਦਿਖਦੀ। ਮੈਂ ਚਾਹ ਬਣਾਉਣ ਲਈ ਰੱਖਦੀ ਹਾਂ ਤਦ ਟੋਡ ਦੇ ਫੋਨ ਉੱਤੇ ਮਿਸਡ ਕਾਲ ਆਉਂਦੀ ਹੈ। ਸ਼ਾਇਦ ਨਵੇਂ ਮਹਿਮਾਨ ਆਏ ਹਨ। ਟੋਡ ਦੇ ਨਾਲ ਖਿਲਰੇ ਵਾਲਾਂ ਵਾਲੇ ਥੱਕੇ ਹੋਏ 3 ਮੁੰਡੇ ਰਸੋਈ 'ਚ ਜਾਂਦੇ ਹਨ। ਹਾਈ ਹੈਲੋ ਹੁੰਦੀ ਹੈ ਤੇ ਮੈਂ ਸਭ ਨੂੰ ਚਾਹ ਪੁੱਛਦੀ ਹਾਂ। ਜਵਾਬ ਮਿਲਦਾ ਹੈ, ਯੈਸ ਆਫ ਕੋਰਸ, ਐਨੀਥਿੰਗ ਵੁੱਡ ਡੂ ਰਾਈਟ ਨਾਓ। ਉਹ ਅੱਗੋਂ ਦੱਸਦੇ ਹਨ ਕਿ ਉਹਨਾਂ ਨੇ ਕੱਲ੍ਹ ਰਾਤ ਹੀ ਆ ਜਾਣਾ ਸੀ, ਪਰ ਹਿਚ ਹਾਈਕ ਲਿਫਟ ਮੰਗ ਕੇ ਕਰਦੇ ਆ ਰਹੇ ਆ ਤਾਂ ਕੋਈ ਇੱਕ ਸਿੱਧੀ ਗੱਡੀ ਨਹੀਂ ਮਿਲੀ ਤੇ ਉਹ 200 ਕਿਲੋਮੀਟਰ ਦੇ ਸਫ਼ਰ 'ਚ 5 ਗੱਡੀਆਂ ਬਦਲ ਕੇ ਆਏ ਹਨ। ਅਸੀਂ ਸਭ ਬੈਠ ਕੇ ਚਾਹ ਤੇ ਬ੍ਰੈਡ ਖਾਂਦੇ ਹਾਂ। ਹੌਲੀ ਲੋਕ ਅੰਦਰੋਂ ਉੱਠ ਕੇ ਆਉਂਦੇ ਹਨ। ਸਭ ਇੱਕ ਦੂਸਰੇ ਨਾਲ ਪਹਿਲੀ ਵਾਰ ਮਿਲ ਰਹੇ ਹਨ। ਇੱਕ ਦੂਸਰੇ ਨੂੰ ਆਪਣੇ ਢੰਗ ਨਾਲ ਆਪਣੀ ਪਹਿਚਾਣ ਦੱਸਦੇ ਹਨ। ਇਹ 4 ਸਹੇਲੀਆਂ ਹਨ, ਹੈਗੀਆਂ ਤਾਂ ਜਰਮਨੀ ਦੀਆਂ, ਪਰ ਅਲੱਗ-ਅਲੱਗ ਸ਼ਹਿਰਾਂ ਵਿੱਚ ਰਹਿੰਦੀਆਂ ਹਨ ਤਾਂ ਸਾਲਾਂ ਤੋਂ ਨਹੀਂ ਮਿਲੀਆਂ ਸਨ। ਹੁਣ ਇਕੱਠੀਆਂ ਘੁੰਮਣ ਨਿਕਲੀਆਂ ਕੁਝ ਦਿਨਾਂ ਲਈ। ਇਹ ਆਪਸ 'ਚ ਜਰਮਨ ਭਾਸ਼ਾ 'ਚ ਗੱਲ ਕਰਦੀਆਂ ਹਨ ਤੇ ਇੱਕ ਦੂਜੇ ਦੀਆਂ ਫੋਟੋਆਂ ਖਿੱਚ ਕੇ ਪਿਆਰ ਦਿਖਾਉਂਦੀਆਂ ਹਨ। ਮੈਂ ਵੀ ਘੁੰਮਣਾ ਹੈ ਆਪਣੀਆਂ ਸਹੇਲੀਆਂ ਨਾਲ। ਬਹੁਤ ਜ਼ਿਆਦਾ ਯਾਦ ਆਉਂਦੀ ਹੈ ਆਪਣੀਆਂ ਸਹੇਲੀਆਂ ਦੀ ਮੈਨੂੰ। ਇੱਕ ਦਿਨ ਅਸੀਂ ਵੀ ਜਾਵਾਂਗੀਆਂ ਇੱਦਾਂ ਹੀ ਇਕੱਲੇ ਘੁੰਮਣ। ਇਹ 2 ਚੀਨੀ ਕੁੜੀਆਂ ਹਨ ਜੋ ਬੁਲਬੁਲੇ ਫੁਲਾ ਰਹੀਆਂ ਹਨ। ਸਿਰਫ ਫੁਲਾ ਹੀ ਨਹੀਂ ਰਹੀਆਂ, ਉਹਨਾਂ ਨੂੰ ਤੋੜ ਮਰੋੜ ਕੇ ਅਲੱਗ-ਅਲੱਗ ਆਕਾਰ ਦੇ ਖਿਡੌਣੇ ਵੀ ਬਣਾ ਰਹੀਆਂ ਹਨ। ਇਹ ਪੂਰੀ ਦੁਨੀਆ ਇਹਨਾਂ ਬੁਲਬੁਲਿਆਂ ਦੇ ਦਮ 'ਤੇ ਘੁੰਮਣ ਨਿਕਲਦੀਆਂ ਹਨ। ਦੋਨੋਂ ਜਣੀਆਂ ਬੁਲਬੁਲਿਆਂ ਦੇ ਖਿਡੌਣੇ ਬਣਾਉਂਦੀਆਂ ਹਨ ਤੇ ਵੇਚਦੀਆਂ ਹਨ। ਚੀਨੀ ਭਾਸ਼ਾ 'ਚ ਗਾਣਾ ਗਾਉਂਦੀਆਂ ਹਨ ਤੇ ਬੈਂਜੋ ਵਜਾਉਂਦੀਆਂ ਹਨ। ਅਜਿਹਾ ਸ਼ਹਿਰ ਦੀਆਂ ਸੜਕਾਂ 'ਤੇ ਕਰਕੇ ਪੈਸੇ ਕਮਾ ਕੇ ਪੂਰਾ ਯੂਰਪ ਘੁੰਮੀਆਂ ਹਨ। ਪ੍ਰਾਹਾ ਇਹਨਾਂ ਦਾ ਆਖਰੀ ਸ਼ਹਿਰ ਹੈ। ਹੁਣ ਵਾਪਸ ਚੀਨ ਜਾ ਕੇ ਨੌਕਰੀ ਭਾਲਣਗੀਆਂ, ਇਸ ਕਰਕੇ ਥੋੜ੍ਹਾ ਉਦਾਸ ਹਨ। ਇਹ ਸਭ ਕਹਿੰਦੇ ਉਹਨਾਂ ਨੇ ਇੱਕ ਨੀਲਾ ਕੁੱਤਾ, ਇੱਕ ਪੀਲਾ ਗਿਟਾਰ, ਇੱਕ ਹਰੀ ਗੁੱਡੀ ਤੇ ਇੱਕ ਲਾਲ ਕੁਰਸੀ ਬਣਾ ਕੇ ਸਾਹਮਣੇ ਮੇਜ਼ 'ਤੇ ਸਜਾ ਦਿੱਤਾ। ਮੈਂ ਸੋਚ ਰਹੀ ਸੀ ਕਿੰਨੇ ਕਮਾਲ ਦੇ ਵੱਖਰੇ ਲੋਕ ਹਨ, ਕੀ ਕਮਾਲ ਦੇ ਕੰਮ ਕਰਦੇ ਹਨ ਤੇ ਆਪਣੇ ਢੰਗ ਨਾਲ ਜ਼ਿੰਦਗੀ ਜਿਉਂਦੇ ਹਨ। ਮੈਂ ਫਿਰ ਆਪਣੇ ਵੱਲ ਦੇਖਦੀ ਹਾਂ। ਦਿੱਲੀ 'ਚ ਪੜ੍ਹਦੀ ਸੀ ਤਾਂ ਲੱਗਦਾ ਸੀ ਕਿ ਸਭ ਲੋਕ ਪਹਿਲਾਂ ਪੜ੍ਹਾਈ ਕਰਦੇ ਨੇ, ਫਿਰ ਨੌਕਰੀ ਲੱਭਦੇ ਹੈ, ਫਿਰ ਵਿਆਹ ਕਰਕੇ ਘਰ ਵਸਾਉਂਦੇ ਹੈ, ਫਿਰ ਪੈਸੇ ਜੋੜ ਕੇ ਘਰ ਖਰੀਦਦੇ ਆ, ਫਿਰ ਨਵੇਂ ਸੋਫੇ, ਪਰਦੇ, ਗੱਡੀ ਲੈਂਦੇ ਆ, ਫਿਰ ਬੱਚੇ ਪੈਦਾ ਕਰਦੇ ਆ ਤੇ ਐਵੇਂ ਜੀਵਨ ਨਜ਼ਾਰੇ 'ਚ ਕੱਟਦੇ ਆ। ਤੇ ਮੈਂ ਤਿਆਰ ਵੀ ਸੀ ਇਹ ਸਭ ਕਰਨ ਨੂੰ ਜੇਕਰ ਰਮੋਨਾ ਨੇ ਮੇਰੇ ਮੂੰਹ ਆਜ਼ਾਦੀ ਦਾ ਸਵਾਦ ਨਾ ਲਾਇਆ ਹੁੰਦਾ। ਚਲੋ ਹੁਣ ਸ਼ਹਿਰ ਚੱਲਿਆ ਜਾਵੇ। ਮੈਂ ਟੋਡ ਦੇ ਘਰ ਤੋਂ ਟ੍ਰਾਮ ਸਟੇਸ਼ਨ ਵੱਲ ਜਾਂਦੀ ਹਾਂ। ਰਾਤ 'ਚ ਪੀਲੇ ਰੰਗਾਂ ਦੇ ਘਰ ਹਨ ਤੇ ਲਾਲ ਰੰਗਾਂ ਦੀਆਂ ਛੱਤਾਂ, ਛੋਟੀਆਂ ਪੰਸਾਰੀ ਦੀਆਂ ਦੁਕਾਨਾਂ ਤੇ ਬਹੁਤ ਮੁਸ਼ਕਿਲ ਨਾਲ 1-2 ਇਨਸਾਨ ਦਿਖਾਈ ਦਿੰਦੇ ਹਨ।
ਪ੍ਰਾਹਾ 'ਚ ਘੁੰਮਣ ਵਾਲੀਆਂ ਥਾਵਾਂ ਤੇ ਬਹੁਤ ਭੀੜ ਭੜੱਕਾ ਹੁੰਦਾ ਹੈ। ਮੁਸਾਫਰਾਂ ਨੂੰ ਖੁਸ਼ ਕਰਨ ਲਈ ਘੋੜਾ ਗੱਡੀ ਤੋਂ ਲੈ ਕੇ ਸਟ੍ਰਿਪ ਕਲੱਬ ਤੱਕ ਸਭ ਕੁਝ ਹੈ। ਥਾਂ ਥਾਂ ਤੇ ਭਿਖਾਰੀ ਵੀ ਦਿਸਦੇ ਹਨ ਜੋ ਆਪਣਾ ਮੂੰਹ ਹੇਠਾਂ ਕਰਕੇ ਬੇਜਾਨ ਦੀ ਤਰ੍ਹਾਂ ਟੋਪੀ ਸਾਹਮਣੇ ਕਰੀ ਬੈਠੇ ਹਨ। ਯੂਰਪ ਦੇ ਡਿੱਗਦੇ ਅਰਥਚਾਰੇ ਨਾਲੋਂ ਪ੍ਰਾਹਾ ਵੱਖਰਾ ਨਹੀਂ। ਅਜਿਹੇ 'ਚ ਟੂਰਿਜ਼ਮ ਲੋਕਾਂ ਲਈ ਰੋਜ਼ੀ ਰੋਟੀ ਦਾ ਵੱਡਾ ਸਾਧਨ ਬਣਦਾ ਜਾ ਰਿਹਾ ਹੈ। ਹਰ ਸਾਲ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਕੁੜੀਆਂ ਸਟ੍ਰਿਪ ਕਲੱਬ ਤੇ ਡਾਂਸ ਬਾਰ 'ਚ ਨੌਕਰੀਆਂ ਕਰਨ ਆਉਂਦੀਆਂ ਹਨ। ਬਹੁਤ ਸਾਰੀਆਂ ਸੈਕਸ ਟ੍ਰੇਡ ਦੇ ਲਈ ਐਮਸਟਰਡਮ ਜਾਂਦੀਆਂ ਹਨ। ਪੂਰਬੀ ਯੂਰਪ ਦੀਆਂ ਕੁੜੀਆਂ ਦੇ ਬਾਜ਼ਾਰਾਂ 'ਚ ਸਭ ਤੋਂ ਜ਼ਿਆਦਾ ਹਨ। ਬਾਕੀ ਦਾ ਸ਼ਹਿਰ ਬਹੁਤ ਸ਼ਾਂਤ ਹੈ। ਹਲਕੇ ਹਲਕੇ ਰੰਗਾਂ ਦੀਆਂ ਇਮਾਰਤਾਂ ਹਨ। ਸੜਕ 'ਚ ਚੌੜੀ ਫੁੱਟਪਾਥ ਹੈ ਤੇ ਦੋਨੋਂ ਪਾਸੇ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਹਨ। ਕਿਤੇ ਕਿਤੇ ਟ੍ਰਾਮ ਸੱਪ ਵਾਂਗ ਇੱਧਰ ਉੱਧਰ ਮੇਲਦੀ ਹੈ। ਸ਼ਾਇਦ ਸ਼ਨੀਵਾਰ ਹੋਣ ਦੀ ਵਜ੍ਹਾ ਕਰਕੇ ਸਭ ਕੁਝ ਜ਼ਿਆਦਾ ਸ਼ਾਂਤ ਹੈ। ਟ੍ਰਾਮ ਟਰੈਕ ਦੇ ਨਾਲ ਨਾਲ ਵਲਤਾਵਾ ਨਦੀ ਦੇ ਕਿਨਾਰੇ ਚੱਲੀਏ ਤਾਂ ਸਿਟੀ ਸੈਂਟਰ ਆ ਜਾਏਗਾ ਸ਼ਾਇਦ। ਸੋ ਮੈਂ ਟ੍ਰਾਮ ਟਰੈਕ ਦੇ ਨਾਲ ਨਾਲ ਚੱਲਣ ਲੱਗੀ ਹਾਂ। ਇੰਜ ਤਾਂ ਵਲਤਾਵਾ ਨਾਲ ਹੀ ਹੈ, ਪਰ ਕਿਨਾਰੇ ਤੇ ਇੰਨੇ ਸਾਰੇ ਰੁੱਖ ਤੇ ਝਾੜ ਹਨ ਕਿ ਨਦੀ ਬਸ ਕਿਤੇ ਕਿਤੇ ਦਿਖਾਈ ਦਿੰਦੀ ਹੈ। ਇੱਥੇ ਸੇਬ ਦੇ ਰੁੱਖ ਵੀ ਹਨ ਤੇ ਸੇਬ ਹੇਠਾਂ ਡਿੱਗੇ ਪਏ ਹਨ ਬੇਰਾਂ ਵਾਂਗ। ਮੈਂ ਕੁਝ ਛਾਂਟ ਕੇ ਰੱਖਦੀ ਹਾਂ, ਮਿੱਠੇ ਖਾਂਦੀ ਹਾਂ ਤੇ ਖੱਟੇ ਨਦੀ 'ਚ ਸੁੱਟ ਦਿੰਦੀ ਹਾਂ ਤੇ ਕੁਝ ਵਧੀਆ ਦਿਖਾਈ ਦੇਣ ਵਾਲੇ ਝੋਲੇ 'ਚ ਰੱਖ ਲੈਂਦੀ ਹਾਂ। ਸੁਹਾਵਣੀ ਧੁੱਪ ਨਿਕਲੀ ਹੈ, ਹਲਕੀ ਹਲਕੀ ਹਵਾ ਚੱਲ ਰਹੀ ਹੈ। ਮੈਂ ਆਪਣੀ ਲੰਬੀ ਨੀਲੀ ਸਕਰਟ ਘੁਮਾ ਘੁਮਾ ਕੇ ਚੱਲ ਰਹੀ ਹਾਂ ਤੇ ਗਾਣਾ ਗਾਉਂਦੀ ਹਾਂ। ਸੁਹਾਵਣਾ ਸਫ਼ਰ ਤੇ ਮੌਸਮ ਹਸੀ ਲਾ 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 ਲਾ। ਇਹ ਕਿਹੋ ਜਿਹੀ ਖੁਸ਼ੀ ਹੈ ਬਿਨਾਂ ਕਾਰਨ ਹੀ। ਲਾ 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 ਲਾ। ਰਸਤੇ 'ਚ ਪਾਣੀ ਦੀਆਂ ਖੇਡਾਂ ਵਾਲੇ ਰਿਜ਼ੋਰਟ ਹਨ। ਪੋਸਟਰ ਤੋਂ ਪਤਾ ਲੱਗਦਾ ਹੈ ਕਿ ਕਿਸ਼ਤੀ ਸ਼ਾਇਦ ਕਿਰਾਏ ਤੇ ਮਿਲਦੀ ਹੈ। ਕਿਸ਼ਤੀ ਵਿੱਚ ਤਾਂ ਇਕੱਲੀ ਨਹੀਂ ਜਾਵਾਂਗੀ। ਪਾਣੀ ਤੇ ਹਵਾ 'ਚ ਕੋਈ ਨਾਲ ਹੋਵੇ ਤਾਂ ਹੀ ਚੰਗਾ ਲੱਗਦਾ ਹੈ। ਜ਼ਮੀਨ ਉੱਤੇ ਮਨ ਲੱਗਣ ਲੱਗਾ। ਲਾ 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 ਲਾ। ਅੱਗੇ ਜਾ ਕੇ ਕੁਝ ਪੌੜੀਆਂ ਵਲਤਾਵਾ ਦੇ ਵੱਲ ਹੇਠਾਂ ਉਤਰਦੀਆਂ ਦਿਸਦੀਆਂ ਹਨ। ਹੇਠਾਂ ਤੋਂ ਜਾਵਾਂ ਜਾਂ ਉੱਤੇ ਉੱਤੇ ਚੱਲਾਂ? ਤਦ ਹੇਠਾਂ ਤੋਂ ਜੈਜ਼ ਸੰਗੀਤ ਵਰਗੀ ਕੁਝ ਆਵਾਜ਼ ਆਉਂਦੀ ਹੈ। ਇੰਨੀ ਸਵੇਰੇ ਕਿਹੜਾ ਜਨਾਬ ਸੰਗੀਤਮਈ ਹੋਇਆ ਪਿਆ ਹੈ। ਹੇਠਾਂ ਉਤਰ ਕੇ ਦੇਖਦੀ ਹਾਂ, ਇੱਕ ਸੋਹਣੀ ਬੱਚੀ ਵੱਡੀ ਜੀ ਟਰੰਪੇਟ ਵਜਾ ਰਹੀ ਹੈ। ਉਹਦੇ ਸਾਥੀ ਵੀ ਅਲੱਗ-ਅਲੱਗ ਸਾਜ਼ ਵਜਾ ਰਹੇ ਹਨ। ਇੱਥੇ ਤਾਂ ਸੈਂਕੜੇ ਲੋਕਾਂ ਦਾ ਇਕੱਠ ਹੈ। ਮੇਲਾ ਲੱਗਿਆ ਹੈ ਕਿ ਸੰਗੀਤ ਸਮਾਰੋਹ ਹੈ। ਨਦੀ ਉੱਤੇ ਬਣੇ ਪੇਵਮੈਂਟ ਦੇ ਦੋਨੋਂ ਪਾਸੇ ਸਟਾਲ ਲੱਗੇ ਹਨ। ਕਿਤੇ ਤਾਜ਼ੇ-ਤਾਜ਼ੇ ਪੈਨਕੇਕ ਬਣ ਰਹੇ ਹਨ ਤਾਂ ਹਵਾ 'ਚ ਮਿੱਠੀ-ਮਿੱਠੀ ਖੁਸ਼ਬੂ ਹੈ। ਕਿਤੇ ਵੱਡੀਆਂ-ਵੱਡੀਆਂ ਪਰਾਤਾਂ 'ਚ ਮੀਟ ਦੇ ਟੁਕੜੇ ਹਨ। ਕਿਤੇ ਚਾਹ ਕੌਫੀ ਦੀ ਸਟਾਲ ਹੈ। ਕਿਤੇ ਬ੍ਰੈਡ ਤੇ ਪਨੀਰ ਦੇ ਸਟਾਲ, ਕਿਤੇ ਤਾਜ਼ਾ ਫਲ ਤੇ ਸਬਜ਼ੀਆਂ ਦੇ ਸਟਾਲ, ਕਿਤੇ ਤਾਜ਼ਾ ਮੱਛੀਆਂ ਦੇ, ਕਿਤੇ ਕੇਕ ਤੇ ਪੇਸਟਰੀ ਦੇ, ਕਿਤੇ ਆਈਸਕ੍ਰੀਮ। ਲੋਕ ਭਾਅ ਨਹੀਂ ਕਰ ਰਹੇ, ਸਭ ਆਪਣੀ ਆਪਣੀ ਪਸੰਦ ਦੀ ਸਟਾਲ ਦੀ ਲਾਈਨ 'ਚ ਖੜੇ ਹਨ। ਲੋਕ ਸਬਜ਼ੀਆਂ ਲੈਣ ਲਈ ਆਪਣੇ ਆਪਣੇ ਝੋਲੇ ਲੈ ਕੇ ਆਏ ਹੈ। ਉਂਝ ਤਾਂ ਮੈਂ ਨਾਸ਼ਤਾ ਕਰਕੇ ਆਈ ਸੀ, ਪਰ ਮਨਮੋਹਕ ਖੁਸ਼ਬੂ ਇੰਨੀ ਸੀ ਕਿ ਮੈਂ ਖੁਦ ਨੂੰ ਇੱਕ ਪਰਾਤ ਵਾਲੀ ਕਤਾਰ 'ਚ ਖੜੀ ਪਾਇਆ। ਪਤਾ ਨਹੀਂ ਪੋਕ ਸੀ ਕਿ ਬੀਫ, ਮੈਂ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ। ਜੋ ਵੀ ਸੀ, ਆਲੂ ਤੇ ਪਿਆਜ਼ ਵਿੱਚ ਭੁੰਨਿਆ ਸੀ ਤੇ ਸਵਾਦ ਸੀ। ਹਰ ਸ਼ਨੀਵਾਰ ਨੂੰ ਲੱਗਣ ਵਾਲੀ ਇਹ ਕਿਸਾਨ ਮੰਡੀ ਹੈ। ਇੱਥੇ ਲੋਕ ਆਪਣਾ ਆਪਣਾ ਸਮਾਨ, ਆਪਣਾ ਆਪਣਾ ਹੁਨਰ ਸਿੱਧਾ ਖਰੀਦਦਾਰ ਨੂੰ ਵੇਚਦੇ ਹਨ। ਮੈਂ ਸੋਚਦੀ ਹਾਂ ਰੁੱਤ ਤੱਕ ਵਿੱਚ ਅਜਿਹਾ ਕੁਝ ਕੀਤਾ ਜਾਏ ਤਾਂ ਦੇਸੀ ਗੀਤ ਹੋਵੇ, ਰਾਗਣੀਆਂ ਹੋਣ, ਬਾਜਰੇ ਦੀ ਰੋਟੀ, ਸਾਗ, ਮਿੱਸੀ ਰੋਟੀ, ਕੜੀ, ਖੀਰ, ਹਲਵਾ, ਲੱਸੀ, ਜਲੇਬੀ, ਚਾਹ ਮੱਠੀ ਦੀਆਂ ਸਟਾਲਾਂ ਹੋਣ ਤਾਂ ਕੀ ਤੁਸੀਂ ਨਹੀਂ ਆਓਗੇ? ਪਰ ਕੀ ਹਰਿਆਣੇ 'ਚ ਕੋਈ ਵੀ ਗਾਉਣ ਵਜਾਉਣ ਖਾਣ ਪੀਣ ਦਾ ਪ੍ਰੋਗਰਾਮ ਬਿਨਾਂ ਹੁੱਲੜਬਾਜੀ ਦੇ ਸਫਲ ਹੁੰਦਾ ਹੈ? ਕੁਝ ਤਾਂ ਕੋਸ਼ਿਸ਼ ਕਰਨੀ ਪਏਗੀ। ਸੋਚਦੀ ਹਾਂ ਕਿ ਵਾਪਸ ਜਾ ਕੇ ਜ਼ਰੂਰ ਕੁਝ ਅਜਿਹਾ ਹੀ ਕਰਾਂਗੀ। ਸੋਚਦੀ ਤਾਂ ਕਿੰਨਾ ਕੁਝ ਹਾਂ, ਸਭ ਕੁਝ ਤਾਂ ਨਹੀਂ ਕਰ ਪਾਉਂਦੀ, ਪਰ ਸੋਚਣ ਤੇ ਵੀ ਕਿਹੜਾ ਕੰਟਰੋਲ ਹੈ। ਸ਼ਹਿਰ 'ਚ ਅੱਗੇ ਜਾਂਦੀ ਹਾਂ, ਵਲਤਾਵਾ ਦੇ ਦੂਜੇ ਪਾਸੇ, ਜਿਹਨੂੰ ਪੁਰਾਣਾ ਪ੍ਰਾਹਾ ਕਹਿੰਦੇ ਹਨ। ਮੈਨੂੰ ਕੁਝ ਖਾਸ ਫਰਕ ਨਹੀਂ ਦਿਸਦਾ। ਇੱਥੇ ਇੱਕ ਪਹਾੜੀ ਹੈ ਜਿਸ ਤੇ ਚੜ੍ਹ ਕੇ ਸਾਰਾ ਪ੍ਰਾਹਾ ਦਿਸਦਾ ਹੈ। ਚੜ੍ਹਨਾ ਤਾਂ ਹੈ, ਪਰ ਥੋੜਾ ਆਰਾਮ ਕਰਕੇ। ਗਲਤੀ ਨਾਲ ਬਰਲਿਨ ਤੋਂ ਲਏ ਨਵੇਂ ਜੁੱਤੇ ਪਾਏ ਹਨ ਤਾਂ ਚੜ੍ਹਨ ਤੋਂ ਪਹਿਲਾਂ ਪੈਰ ਘਬਰਾਉਣ ਲੱਗੇ, ਪਰ ਚੜ੍ਹਨਾ ਤਾਂ ਹੈ। ਮੈਂ ਪੈਰਾਂ ਨੂੰ ਸਮਝਾਉਂਦੀ ਹਾਂ। ਮੌਸਮ ਵੀ ਥੋੜਾ ਮੀਂਹ ਵਾਲਾ ਲੱਗਦਾ ਹੈ ਤੇ ਸੁਸੂ ਵੀ ਕਰਨਾ ਹੈ ਤਾਂ ਕੈਫੇ 'ਚ ਜਾਣਾ ਚਾਹੀਦਾ ਹੈ। ਟੂਰਿਸਟਾਂ ਲਈ ਪ੍ਰਾਹਾ ਵਿੱਚ ਤਾਂ ਬਹੁਤ ਸਾਰੇ ਕੈਫੇ ਹਨ, ਪਰ ਇੱਥੇ ਬਾਰ ਤੇ ਢਾਬੇ ਜ਼ਿਆਦਾ ਦਿਸਦੇ ਹਨ। ਚਾਰਲਸ ਬ੍ਰਿਜ ਦੇ ਵੱਲ ਚੱਲਣ ਲੱਗਦੀ ਹਾਂ। ਇੱਥੇ ਪੱਛਮੀ ਯੂਰਪ ਦੀ ਤਰ੍ਹਾਂ ਥਾਂ-ਥਾਂ ਉੱਤੇ ਬ੍ਰਿਸਤਾ ਜਾਂ ਸਟਾਰਬਕਸ ਵਰਗੀਆਂ ਅਮਰੀਕੀ ਦੁਕਾਨਾਂ ਦਾ ਕਬਜ਼ਾ ਨਹੀਂ ਹੈ। ਮੈਕਡੋਨਲਡ ਤੇ KFC ਵੀ ਹਰ ਪਾਸੇ ਨਹੀਂ ਦਿਸਦੇ। ਜ਼ਿਆਦਾਤਰ ਦੁਕਾਨਾਂ ਸਥਾਨਕ ਲੋਕਾਂ ਨੇ ਹੀ ਖੋਲ੍ਹੀਆਂ ਹਨ ਤੇ ਪਰਿਵਾਰ ਦੁਆਰਾ ਹੀ
ਚਲਾਈਆਂ ਜਾਂਦੀਆਂ ਹਨ। ਜਿਸ ਕੈਫੇ 'ਚ ਮੈਂ ਬੈਠੀ ਸੀ ਉਹਦਾ ਮਾਲਕ ਵੀ ਆਪਣੇ ਛੋਟੇ ਕੁੱਤੇ ਦੇ ਨਾਲ ਨੇੜੇ ਵਾਲੀ ਕੁਰਸੀ ਤੇ ਬੈਠਾ ਸੀ। ਉਹ ਵਿੱਚ ਬਹਿਰਿਆਂ ਨਾਲ ਗੱਲ ਕਰਦਾ ਤੇ ਸਭ ਦੀਆਂ ਮੇਜ਼ਾਂ ਧਿਆਨ ਨਾਲ ਦੇਖਦਾ ਕਿ ਕਿਤੇ ਕੋਈ ਕਮੀ ਤਾਂ ਨਹੀਂ ਰਹੀ। ਇੱਕ ਚੀਜ਼ ਗੌਰ ਕਰਨ ਵਾਲੀ ਹੈ, ਇੱਥੋਂ ਦੇ ਕੁੱਤੇ ਬਹੁਤ ਛੋਟੇ ਹਨ। ਕੁਝ ਔਰਤਾਂ ਇਹਨਾਂ ਨੂੰ ਆਪਣੇ ਪਰਸ 'ਚ ਪਾ ਕੇ ਚੱਲਦੀਆਂ ਹਨ ਤੇ ਟ੍ਰੇਨ ਤੇ ਬੱਸਾਂ 'ਚ ਗੋਦ 'ਚ ਰੱਖ ਲੈਂਦੀਆਂ ਹਨ। ਇਹ ਕੁੱਤੇ ਬਹੁਤ ਸ਼ਾਂਤ ਹਨ, ਚਾਬੀ ਨਾਲ ਚੱਲਣ ਵਾਲੇ ਖਿਡੌਣੇ ਵਾਂਗ। ਮੈਂ ਉਹਨੂੰ ਪੁਚਕਾਰਦੀ ਹਾਂ ਤਾਂ ਮਾਲਿਕ ਸ਼ਾਇਦ ਚੈੱਕ ਭਾਸ਼ਾ 'ਚ ਕਹਿੰਦਾ ਹੈ ਕਿ ਮੈਂ ਉਹਨੂੰ ਆਪਣੀ ਮੇਜ਼ ਤੇ ਲੈ ਜਾਵਾਂ। ਇਹੀ ਕਹਿੰਦਾ ਹੋਏਗਾ, ਨਹੀਂ ਤਾਂ ਮੇਰੇ ਲੈ ਕੇ ਆਉਣ ਤੇ ਇੰਜ ਮੁਸਕਰਾਉਂਦਾ ਨਾ। ਇਸ ਪੱਪੀ ਜ਼ਬਾਨ ਨੂੰ ਤਾਂ ਜਿਵੇਂ ਫਰਕ ਹੀ ਨਹੀਂ ਪਿਆ। ਮੈਂ ਉਹਨੂੰ ਆਪਣੀ ਕੌਫੀ ਦੀ ਝੱਗ ਦਿੰਨੀ ਹਾਂ, ਉਹ ਮਜ਼ੇ ਨਾਲ ਚੱਟਦਾ। ਮੈਂ ਉਹਨੂੰ ਜ਼ੋਰ ਨਾਲ ਘੁੱਟ ਲੈਂਦੀ ਹਾਂ ਤਾਂ ਮੇਰੇ ਮੂੰਹ ਨੂੰ ਆਪਣੀ ਝੱਗ ਵਾਲੀ ਜੀਭ ਨਾਲ ਚੱਟਦਾ। ਇੰਜ ਇਕੱਲੇ ਘੁੰਮਣ ਸਮੇਂ ਕੁਝ ਆਤਮਿਕ ਪਲ ਕਿੰਨੇ ਡੂੰਘੇ ਲੱਗਦੇ ਹਨ ਤੇ ਬਹੁਤ ਜ਼ਰੂਰੀ ਵੀ ਹੈ। ਸ਼ਾਇਦ ਜ਼ਰੂਰੀ ਨਹੀਂ ਕਿ ਇਨਸਾਨਾਂ ਦੇ ਨਾਲ ਹੀ ਹੋ। ਕਦੇ ਕੁੱਤੇ, ਕਦੇ ਬਤਕਾਂ, ਕਦੇ ਕਬੂਤਰਾਂ, ਕਦੇ ਫੁੱਲਾਂ ਤੇ ਕਦੇ ਰੁੱਖਾਂ ਦੇ ਨਾਲ ਗੱਲਾਂ ਕਰੋ। ਗਲੇ ਲੱਗ ਕੇ ਹੱਸ ਕੇ ਯਾਤਰਾ ਸੌਖੀ ਤੇ ਸਹਿਜ ਲੱਗਣ ਲੱਗ ਪੈਂਦੀ ਹੈ। ਨਹੀਂ ਤਾਂ ਕਦੇ ਬਹੁਤ ਔਖਾ ਹੋ ਜਾਂਦਾ ਹੈ। ਇੱਥੇ ਪਹਾੜੀ ਦੀ ਚੜ੍ਹਾਈ ਲਗਭਗ 1 ਘੰਟੇ ਦੀ ਹੈ। ਉੱਤੇ ਜਾਣ ਨੂੰ ਟਰਾਲੀ ਟ੍ਰੇਨ ਵੀ ਜਾਂਦੀ ਹੈ, ਪਰ ਟਿਕਟ ਕਾਫੀ ਮਹਿੰਗੀ ਹੈ ਤੇ ਉਹਦੇ ਲਈ ਲਾਈਨ ਵੀ ਬਹੁਤ ਲੰਬੀ ਹੈ। ਜਿੱਥੇ ਪੈਸੇ ਬਚ ਸਕਦੇ ਹਨ ਉੱਥੇ ਮੈਂ ਬਚਾਉਂਦੀ ਹਾਂ, ਇਸ ਲਈ ਚੜ੍ਹਨਾ ਹੀ ਸ਼ੁਰੂ ਕਰਦੀ ਹਾਂ। ਹਲਕੀ ਬੂੰਦਾਬਾਂਦੀ ਸ਼ੁਰੂ ਹੋ ਚੁੱਕੀ ਹੈ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਕੋਲ ਛਤਰੀ ਨਹੀਂ ਹੈ। ਉੱਤੇ ਚੜ੍ਹਦੀ ਹਾਂ, ਰਾਹ ਸੌਖਾ ਨਹੀਂ ਜਾਪਦਾ। ਜ਼ਿਆਦਾ ਲੋਕ ਲਾਈਨ 'ਚ ਹੀ ਖੜੇ ਹਨ। ਪਹਾੜੀ ਬਹੁਤ ਵੱਡੀ ਹੈ ਤੇ ਕਈ ਪਾਸੇ ਜਾਂਦੀ ਹੈ ਤੇ ਜ਼ਰੂਰੀ ਨਹੀਂ ਕਿ ਸਾਰੇ ਉੱਤੇ ਚੜ੍ਹਨ ਵਾਲੇ ਉੱਥੇ ਜਾ ਰਹੇ ਹਨ ਜਿੱਥੇ ਮੈਂ ਜਾਣਾ। ਉਸੇ ਸਮੇਂ ਇੱਕ ਲਾਲ ਵਾਲਾਂ ਵਾਲਾ ਮੁੰਡਾ ਨਕਸ਼ਾ ਫੜ ਕੇ ਪਿੱਛੇ ਤੋਂ ਕੁਝ ਪੁੱਛਦਾ ਹੈ। ਸੌਰੀ ਮਾਈ ਅੰਗਰੇਜ਼ੀ ਬੈਡ, ਯੂ ਨੋ ਅਪ ਡਾਇਰੈਕਸ਼ਨ। ਉਹ ਮੈਨੂੰ ਨਕਸ਼ਾ ਦਿਖਾਉਂਦੇ ਹੋਏ ਪੁੱਛਦਾ ਹੈ। ਚਲੋ ਗੁਆਚੇ ਹੋਏ 1 ਤੋਂ 2 ਚੰਗੇ। ਮੁੰਡਾ ਫਰਾਂਸੀਸੀ ਹੈ ਤੇ ਅੰਗਰੇਜ਼ੀ ਵਿੱਚ ਹੱਥ ਤੰਗ ਹੈ। ਉਂਝ ਵੀ ਮੈਨੂੰ ਚੜ੍ਹਾਈ ਚੜ੍ਹਦੇ ਸਮੇਂ ਗੱਲ ਕਰਨ 'ਚ ਦਿਲਚਸਪੀ ਨਹੀਂ ਹੈ, ਪਰ ਇਹ ਜਨਾਬ ਫਿਰ ਵੀ ਆਪਣੀ ਟੁੱਟੀ ਫੁੱਟੀ ਭਾਸ਼ਾ 'ਚ ਕਾਫੀ ਕੁਝ ਕਹਿੰਦੇ ਜਾ ਰਹੇ ਹੈ। ਅੱਧੇ ਰਾਹ ਚੜ੍ਹ ਕੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਖਹਿੜਾ ਕਿਵੇਂ ਛੁਡਾਇਆ ਜਾਏ। ਇਕੱਲੇ ਘੁੰਮਣ ਦੀ ਆਦਤ ਬੜੀ ਖਤਰਨਾਕ ਹੈ। ਤੁਸੀਂ ਕਿਤੇ ਵੀ ਰੁਕ ਕੇ ਅੱਖਾਂ ਬੰਦ ਕਰਕੇ ਲਿਟ ਜਾਣਾ ਚਾਹੁੰਦੇ ਹੋ, ਆਪਣੀ ਡਾਇਰੀ 'ਚ ਇੱਕ ਅੱਧੀ ਲਾਈਨ ਲਿਖ ਲੈਣਾ ਚਾਹੁੰਦੇ ਹੋ, ਬਸ ਇਵੇਂ ਹੀ ਬੈਠ ਕੇ ਕੁਝ ਸੋਚਣਾ ਸਿਰਜਣਾ ਚਾਹੁੰਦੇ ਹੋ। ਪਰ ਇਸ ਮੁੰਡੇ ਦੇ ਨਾਲ ਹੁੰਦਿਆਂ ਤਾਂ ਕੁਝ ਵੀ ਕਰਨਾ ਸੰਭਵ ਨਹੀਂ ਸੀ। ਹਾਲਾਂਕਿ ਮਨ ਵੀ ਨਹੀਂ ਸੀ ਇਕੱਲੇ ਬੈਠਣ ਦਾ, ਤਾਂ ਵੀ ਉਸ ਮੁੰਡੇ ਦੇ ਸਾਥ ਨੇ ਮਨ ਪਰੇਸ਼ਾਨ ਕਰ ਦਿੱਤਾ। ਸਟੀਵ ਨਾਮ ਸੀ ਜਨਾਬ ਦਾ। 30-32 ਤੋਂ ਜ਼ਿਆਦਾ ਉਮਰ ਨਹੀਂ ਹੋਏਗੀ। ਸਟੀਵ ਦੱਸਦੇ ਹਨ ਕਿ ਉਹ ਇੱਕ ਟਰੱਕ ਡਰਾਈਵਰ ਹੈ ਤੇ ਛੁੱਟੀ ਮਿਲਣ ਤੇ ਹੀ ਯੂਰਪੀ ਦੇਸ਼ਾਂ ਦੀਆਂ ਸਾਰੀਆਂ ਰਾਜਧਾਨੀਆਂ ਘੁੰਮ ਲੈਂਦਾ ਹੈ। ਕਿਹੜੇ ਭਰਮ ਟੁੱਟਦੇ ਹਨ ਘੁੰਮਦੇ ਹੋਏ। ਇੰਨਾ ਕਿਊਟ ਲਾਲ ਵਾਲਾਂ ਵਾਲਾ ਟਰੱਕ ਡਰਾਈਵਰ ਜਿਹਨੂੰ ਇਕੱਲਾ ਘੁੰਮਣਾ ਪਸੰਦ ਹੈ। ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਕਿ ਫਰਾਂਸੀਸੀ ਲੋਕ ਵੀ ਟਰੱਕ ਡਰਾਈਵਰ ਹੁੰਦੇ ਹੋਣਗੇ। ਸਾਰੇ ਕਲਾਕਾਰ ਹੁੰਦੇ ਹੋਣਗੇ। ਖੈਰ, ਇਹ ਜਨਾਬ ਜਿਹੜੇ ਬੜੇ ਨੇਕ ਦਿਲ ਲੱਗਦੇ ਹਨ, ਇਸ ਲਈ ਮੈਂ ਜ਼ਿਆਦਾ ਰੁੱਖੀ ਨਾ ਹੁੰਦੀ ਹੋਈ ਉਹ ਤੋਂ ਖਹਿੜਾ ਨਹੀਂ ਛੁਡਵਾਇਆ। ਪਹਾੜੀ ਦੇ ਉੱਤੇ ਪਹੁੰਚ ਕੇ ਇੱਕ ਟਾਵਰ ਹੈ ਜਿਹਦੇ ਅੰਦਰ ਪੌੜੀਆਂ ਲੱਗੀਆਂ ਹਨ ਤੇ ਪੌੜੀ ਚੜ੍ਹਨ ਦੀ ਟਿਕਟ ਵੀ ਹੈ। ਹੁਣ ਇੰਨੀ ਦੂਰ ਆ ਗਈ ਸੀ ਤਾਂ ਇਹਦੀ ਟਿਕਟ ਲੈਣ ਦਾ ਵੀ ਆਪਸ਼ਨ ਨਹੀਂ ਸੀ। ਉੱਤੇ ਪਹੁੰਚ ਕੇ ਤੁਹਾਨੂੰ ਪਤਾ ਲੱਗਦਾ ਹੈ ਕਿ ਇਸ ਸ਼ਹਿਰ ਨੂੰ ਇੰਜੀ ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਨਹੀਂ ਕਹਿੰਦੇ। ਸਾਰੇ ਘਰਾਂ ਦੀਆਂ ਲਾਲ ਛੱਤਾਂ 'ਚ ਨੀਤੀ ਵਲਤਾਵਾ, ਜਿਵੇਂ ਕਿਸੇ ਚਿੱਤਰਕਾਰ ਨੇ ਬਣਾਇਆ ਹੋਵੇ ਇਹ ਸ਼ਹਿਰ। ਸਾਰੇ ਲੋਕ ਧੜਾ ਧੜ ਫੋਟੋਆਂ ਖਿੱਚੀ ਜਾ ਰਹੇ ਸਨ। ਮੈਂ ਵੀ ਆਪਣੇ ਕੈਮਰੇ ਦੀ ਅੱਧੀ ਮੈਮਰੀ ਵਿੱਚ ਸ਼ਹਿਰ ਭਰ ਲੈਂਦੀ ਹਾਂ। ਵਾਪਸ ਤਾਂ ਆਉਣਾ ਹੀ ਹੈ ਇੱਥੇ। 2 ਦਿਨ ਤੇ 3 ਰਾਤਾਂ ਤੋਂ ਤਾਂ ਜ਼ਿਆਦਾ ਹੀ ਲਿਖਿਆ ਹੋਏਗਾ ਇਸ ਸ਼ਹਿਰ ਦੇ ਨਾਮ। ਹੁਣ ਥੱਲੇ ਉਤਰਨ ਦਾ ਕੰਮ ਤਾਂ ਸੌਖਾ ਸੀ। ਔਖਾ ਸੀ ਸਿਰਫ ਸਟੀਵ ਜਨਾਬ ਤੋਂ ਖਹਿੜਾ ਛੁਡਵਾਉਣਾ। ਜਦੋਂ ਮੈਂ ਕਿਹਾ ਕਿ ਮੈਂ ਕੁਝ ਸੋਵੀਨੀਅਰ ਖਰੀਦਣੇ ਹਨ ਤੇ ਉਹ ਵਾਧੂ ਦਾ ਬੋਰ ਹੋਏਗਾ, ਤਾਂ ਜਨਾਬ ਕਹਿੰਦੇ ਹਨ, ਕੋਈ ਨਾ, ਬਾਹਰ ਉਡੀਕ ਕਰ ਲਾਂਗਾ। ਮੈਨੂੰ ਲੱਗਿਆ ਉਹਦਾ ਕੋਈ ਏਜੰਡਾ ਫਿਕਸ ਨਹੀਂ ਹੈ। ਹੁਣ ਲੱਗਦਾ ਭਾਸ਼ਾ ਕਿੰਨੀ ਜ਼ਰੂਰੀ ਹੈ। ਉਹ ਤਾਂ ਮੇਰੇ ਬੋਲੇ ਅੰਗਰੇਜ਼ੀ ਦੇ ਸਿਰਫ ਸ਼ਬਦ ਸੁਣ ਰਿਹਾ, ਭਾਵਨਾਵਾਂ ਥੋੜਾ ਸਮਝ ਰਿਹਾ। ਸ਼ਾਇਦ ਉਹ ਵੀ ਰੁੱਖਾ ਨਾ ਹੋਣ ਦੇ ਚੱਕਰ 'ਚ ਮੇਰੇ ਨਾਲ ਹੈ। ਕਦੇ ਸ਼ਾਇਦ ਮੈਂ ਤਾਂ ਨਹੀਂ ਚਿਪਕ ਗਈ ਇਹਦੇ ਨਾਲ। ਖੈਰ, ਜੋ ਵੀ ਹੈ, ਇਸ ਚਿਪਕਾ ਚਿਪਕੀ ਦਾ ਨਤੀਜਾ ਇਹ ਹੋਇਆ ਕਿ ਸਟੀਵ ਜਨਾਬ ਸ਼ਾਮ ਤੱਕ ਮੈਨੂੰ ਕੰਪਨੀ ਦਿੰਦਾ ਰਿਹਾ। ਖਾਵਾਂ ਤਾਂ ਨਾਲ, ਕੌਫੀ ਪੀਵਾਂ ਤਾਂ ਨਾਲ, ਦੁਕਾਨ 'ਚ ਜਾਵਾਂ ਤਾਂ ਨਾਲ। ਜਦੋਂ ਮੈਂ ਪੁੱਛਿਆ ਕਿ ਕਿਤੇ ਮੇਰੇ ਕਰਕੇ ਆਪਣਾ ਪਲਾਨ ਤਾਂ ਨਹੀਂ ਚੌਪਟ ਕਰ ਰਿਹਾ, ਕਹਿੰਦਾ, ਨਹੀਂ, ਤੁਸੀਂ ਮੇਰੀ ਚਿੰਤਾ ਨਾ ਕਰੋ। ਪਰ ਮੇਰੀ ਚਿੰਤਾ ਕੌਣ ਕਰੇਗਾ, ਮੈਂ ਮਨ ਹੀ ਮਨ ਸੋਚਦੀ ਹਾਂ। ਮੈਂ ਕਿਤੇ ਜਾਣਾ ਵੀ ਸੀ, ਪਰ ਜਨਾਬ ਦੇ ਨਾਲ ਜਾਣ ਦਾ ਮਨ ਨਹੀਂ ਹੋਇਆ। ਜੇ ਜਾਂਦੀ ਤਾਂ ਇਹਨਾਂ ਦਾ ਨਾਲ ਜਾਣਾ ਸੁਭਾਵਕ ਹੀ ਸੀ। ਅਖੀਰ ਸਟੀਵ ਨੂੰ ਮੈਂ ਕਹਿੰਦੀ ਹਾਂ ਕਿ ਮੈਂ ਤਾਂ
ਚੌਂਕ 'ਚ ਬੈਠ ਕੇ ਇਸ ਗਿਟਾਰ ਵਾਲੇ ਨੂੰ ਸੁਣੂੰਗੀ ਕਾਫੀ ਸਮੇਂ ਲਈ। ਤੁਸੀਂ ਜਾਓ, ਸ਼ਹਿਰ ਘੁੰਮ ਲਓ। ਪਰ ਜਨਾਬ ਸਟੀਵ ਕਹਿੰਦੇ ਹਨ ਕਿ ਉਹਨੂੰ ਕੰਪਨੀ ਦੇਣ 'ਚ ਕੋਈ ਦਿੱਕਤ ਨਹੀਂ ਹੈ। ਚਲੋ, ਜੇਕਰ ਰੱਬ ਨੂੰ ਇਹੀ ਮਨਜ਼ੂਰ ਹੈ ਤੇ ਇਹੋ ਸਹੀ। ਮੈਂ ਇੱਕ ਵਾਰ ਭੀੜ 'ਚ ਗੁਆਚਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਟੀਵ ਇੰਨਾ ਨੇਕ ਦਿਲ ਸੀ ਕਿ ਮੈਨੂੰ ਗੁਆਚਣ ਨਹੀਂ ਦਿੱਤਾ। ਚੰਗਾ ਜਨਾਬ, ਹੁਣ ਮੈਂ ਘਰ ਜਾਨੀ, ਆਖਿਰ ਨੂੰ ਮੈਂ ਕਿਹਾ, ਤੇ ਜਨਾਬ ਦੀ ਚਿੰਤਾ ਕੀਤੇ ਬਿਨਾਂ ਫਟਾਫਟ ਘਰ ਵੱਲ ਕਦਮ ਵਧਾਉਣ ਲੱਗੀ। ਧੰਨਵਾਦ।